कहते ਜਦੋਂ ਇੱਕ ਇਨਸਾਨ ਆਪਣੀ ਕਾਬਲੀਅਤ ਦੇ ਸਿਰ ਤੇ ਪਹਿਚਾਣ ਬਣਾਉਂਦਾ ਹੈ ਤਾਂ ਉਸ ਨੂੰ ਕਿਸੇ ਹੋਰ ਚੀਜ਼ ਦਾ ਸਹਾਰਾ ਨਹੀਂ ਲੈਣਾ ਪੈਂਦਾ। ਮੈਂ ਅਮਨਦੀਪ ਕੌਰ ਅਰੋੜਾ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਸਲਾਮ ਆਖਦੀ ਹਾਂ। ਸਾਡਾ ਜਿਹੜਾ ਮੰਚ ਹੈ ਕੀਮਤੀ ਗੱਲਾਂ ਦਾ ਤੇ ਪੰਜਾਬੀ ਦਾ ਬਹੁਤ ਹੀ ਖੂਬਸੂਰਤ ਮੰਚ ਹੈ। ਇਸ ਮੰਚ ਦੇ ਉੱਤੇ ਹਮੇਸ਼ਾ ਹੀ ਬਹੁਤ ਵੱਡੀਆਂ ਸ਼ਖਸੀਅਤਾਂ ਆਉਂਦੀਆਂ ਨੇ ਤੇ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਵਿੱਚ ਸਾਡੇ ਨਾਲ ਇੱਥੇ ਆ ਕੇ ਚਰਚਾ ਕਰਦੇ ਨੇ ਤੇ ਸਾਡੇ ਦਰਸ਼ਕਾਂ ਦੇ ਨਾਲ ਜਦੋਂ ਰੂਬਰੂ ਹੁੰਦੇ ਨੇ ਤੇ ਉਹਨਾਂ ਨੂੰ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਹੈ। ਪਰ ਅੱਜ ਜਿਹੜੀ ਸ਼ਖਸੀਅਤ ਹੈ ਸਾਡੇ ਨਾਲ ਉਹ ਬਹੁਤ ਖਾਸ ਹੈ, ਬਹੁਤ ਖਾਸ ਹੈ ਕਿਉਂਕਿ ਕਹਿੰਦੇ ਨੇ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੜੀ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਨੂੰ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੁੰਦੀ। ਪਰ ਇੱਥੇ ਉਹਨਾਂ ਦੇ ਜਿਹੜੇ ਕੰਮਾਂ ਦੀ ਲਿਸਟ ਹੈ ਮੇਰੇ ਕੋਲ ਬਹੁਤ ਜ਼ਿਆਦਾ ਲੰਬੀ ਲਿਸਟ ਹੈ। तो ਮੈਨੂੰ ਲੱਗਦਾ ਜਿੰਨੇ ਮੇਰੇ ਕੋਲ ਅੱਜ ਸਵਾਲ ਹੈ ਉਸ ਤੋਂ 10 ਗੁਣਾ ਜ਼ਿਆਦਾ ਉਹਨਾਂ ਦੇ ਕੋਲ ਬੋਲਣ ਦੇ ਲਈ ਬਹੁਤ ਕੁਝ ਹੈ। ਸੋ ਅੱਜ ਦਾ ਜਿਹੜਾ ਸਾਡਾ ਲਾਈਵ ਸੈਸ਼ਨ ਹੈ ਬਹੁਤ ਅੱਛਾ ਜਾਣ ਵਾਲਾ ਹੈ। ਸੋ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਰੂਬਰੂ ਕਰਵਾਉਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਉਹਨਾਂ ਦੇ ਕੰਮਾਂ ਬਾਰੇ ਕੁਝ ਚਰਚਾ ਕਰਨਾ ਚਾਹਾਂਗੀ। ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਹੈ, ਮੋਸਟਲੀ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਕਿ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। ਇਨਸਾਨ ਦੇ ਹਮੇਸ਼ਾ ਕੰਮ ਬੋਲਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਮਿਹਨਤਾਂ ਕੀਤੀਆਂ ਹੁੰਦੀਆਂ ਨੇ। ਅਗਰ ਉਹਨਾਂ ਦੇ ਮੈਂ ਕੰਮਾਂ ਦੇ ਬਾਰੇ ਵਿੱਚ ਗੱਲ ਕਰਾਂ, ਪਹਿਲੀ ਗੱਲ ਤਾਂ ਉਹ ਇੱਕ ਲੀਜੈਂਡ ਨੇ। 22,000 ਤੋਂ ਜ਼ਿਆਦਾ ਕਿਤਾਬਾਂ ਉਹਨਾਂ ਨੇ ਇਲਸਟ੍ਰੇਟ ਕੀਤੀਆਂ ਨੇ ਤੇ 800 ਤੋਂ ਜ਼ਿਆਦਾ ਕਮਰਸ਼ੀਅਲ ਐਡਵਰਟਾਈਜ਼ਮੈਂਟਸ, ਫਿਲਮ ਐਂਡ ਐਜ਼ ਏ ਰਾਈਟਰ ਤੇ ਮੋਟੂ ਪਤਲੂ ਕਰੈਕਟਰ ਸਭ ਨੂੰ ਪਤਾ ਹੀ ਹੈ। ਸਾਰੇ ਮਤਲਬ ਪੂਰੇ ਵਿਸ਼ਵ ਭਰ ਦੇ ਵਿੱਚ ਰਿਕਾਰਡ ਤੋੜ ਇੱਕ ਸੀਰੀਜ਼ ਬਣੀ ਹੈ। ਇਹੋ ਜਿਹੀ ਸੀਰੀਜ਼ ਹੈ ਕਿ ਸਾਡੇ ਘਰਾਂ ਦੇ ਵਿੱਚ ਅੱਜ ਵੀ ਬੱਚੇ ਜਿਹੜੇ ਪਸੰਦ ਕਰਦੇ ਆ, ਬੱਚੇ ਪਸੰਦ ਕਰਦੇ ਆ, ਯੰਗਸਟਰ ਪਸੰਦ ਕਰਦੇ ਆ ਤੇ ਸਾਡੇ ਜਿੰਨੇ ਵੀ ਫੈਮਿਲੀ ਮੈਂਬਰਸ ਹੁੰਦੇ ਆ, ਜਦੋਂ ਮੈਂ ਖੁਦ ਅਗਰ ਆਪਣੀ ਗੱਲ ਕਰਾਂ ਸਾਡੇ ਵੀ ਘਰ ਦੇ ਵਿੱਚ ਬੱਚੇ ਆ, ਜਦੋਂ ਮੋਟੂ ਪਤਲੂ ਚੱਲਦਾ ਹੈ ਤਾਂ ਅਸੀਂ ਸਭ ਆਪਣਾ ਜਿਹੜਾ ਆ ਦੂਸਰਾ ਬਚਪਨ ਕਹਿ ਲਓ ਕਿ ਅਸੀਂ ਜੀ ਰਹੇ ਹਾਂ ਨਾਲ ਆਪਣੇ ਬੱਚਿਆਂ ਦੀ। ਸੋ ਬਹੁਤ ਸਾਨੂੰ ਚੰਗਾ ਲੱਗਦਾ ਹੈ ਐਜ਼ ਏ ਫਿਲਮ ਡਾਇਰੈਕਟਰ, ਐਜ਼ ਏ ਸਕ੍ਰਿਪਟ ਰਾਈਟਰ ਤੇ ਐਜ਼ ਏ ਕਾਰਟੂਨਿਸਟ। ਉਹਨਾਂ ਨੇ ਪੂਰੇ ਵਿਸ਼ਵ ਭਰ ਦੇ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ। ਸੋ ਹੋਰ ਉਹਨਾਂ ਦੇ ਕੰਮਾਂ ਦੇ ਬਾਰੇ ਵਿੱਚ ਅਗਰ ਮੈਂ ਗੱਲ ਕਰਾਂ, ਉਹਨਾਂ ਨੇ ਇੱਕ ਫਿਲਮ ਖੋਜ, ਪਚਰੰਗੀ ਫੁਕਰੇ ਐਂਡ ਡਾਰਕ ਮਿਰਰ ਇਹੋ ਜਿਹੀਆਂ ਫਿਲਮਾਂ ਬਣਾਈਆਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਮੋਬਾਈਲ ਫੋਨ ਤੇ ਸ਼ੂਟ ਕੀਤੀਆਂ ਨੇ। ਮਤਲਬ ਇਸ ਤਰ੍ਹਾਂ ਕਰਨ ਦੇ ਬਾਰੇ ਵਿੱਚ ਬੰਦਾ ਸੋਚ ਵੀ ਨਹੀਂ ਸਕਦਾ। ਬਟ ਇਹਨਾਂ ਦੇ ਬਾਰੇ ਅਸੀਂ ਹੋਰ ਅੱਗੇ ਚਰਚਾ ਕਰਾਂਗੇ। ਉਹ ਇੱਕ CEO ਐਂਡ ਫਾਊਂਡਰ ਆਫ ਇੰਟਰਟੇਨਮੈਂਟ ਚੈਨਲ ਆਫ ਪੌਪਕੌਰਨ ਫਲਿਕਸ। ਬਹੁਤ ਸਾਰੇ ਸਾਲਾਂ ਤੋਂ ਉਹ ਨੋਬਲ ਕਾਜ਼ਸ ਕਰ ਰਹੇ ਨੇ ਤੇ ਲੋਕਾਂ ਨੂੰ ਜ਼ਿੰਦਗੀ ਪੋਜ਼ਿਟਿਵ ਦੇ ਮਾਧਿਅਮ ਦੇ ਰਾਹੀਂ ਪੋਜ਼ਿਟਿਵ ਕਰ ਰਹੇ ਨੇ। ਹੋਰ ਅੱਗੇ ਵਧਦੇ ਹੋਏ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ ਵਿਕਟੋਰੀਆ ਗਲੋਬਲ ਯੂਨੀਵਰਸਿਟੀ USA ਵੱਲੋਂ ਇਹਨਾਂ ਦੇ ਆਰਟ, ਸਿਨੇਮਾ, ਲਿਟਰੇਚਰ ਯੋਗਦਾਨ ਕਰਕੇ ਇਹਨਾਂ ਨੂੰ ਡੈਂਟ ਨਾਲ ਸਨਮਾਨਿਤ ਕੀਤਾ ਗਿਆ ਹੈ। ਸੋ ਅੱਜ ਸਾਡੇ ਨਾਲ ਨੇ ਰਿਸਪੈਕਟਡ ਡਾਕਟਰ ਹਰਵਿੰਦਰ ਮਨਖੜ ਜੀ। ਮਨਖੜ ਕੀਮਤੀ ਗੱਲਾਂ ਤੇ ਪੰਜਾਬੀ ਕੰਮਾਂ ਦੇ ਉੱਤੇ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਉਸ ਦੇ ਨਾਲ ਹੀ ਇੱਕ ਮਿੰਟ ਕੀਮਤੀ ਗੱਲਾਂ ਮੰਚ ਦੇ ਉੱਤੇ ਹੁੰਦੇ ਨੇ ਜਨਾਬ ਆਜ਼ਮ ਮਲਿਕ ਜੀ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਮੈਂ ਤੇ ਲਓ ਜੀ ਕਰਦੇ ਹਾਂ ਮਨਖੜ ਜੀ। ਤੁਸੀਂ ਬਹੁਤ ਸੋਹਣਾ ਤਾਰਫ ਕਰਾਇਆ ਡਾਕਟਰ ਹਰਵਿੰਦਰ ਹੋਰਾਂ ਦਾ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਜਾਈਏ ਕਿ ਉਹਨਾਂ ਨੂੰ ਇੱਕਦਮ ਅਚੰਭਾ ਹੋਇਆ ਹੋਏਗਾ ਕਿ ਦੋ ਹੌਸਲੇ ਨੇ ਵਿਚਕਾਰ ਇੱਕ ਮਹਿਮਾਨ ਨੂੰ ਘੇਰ ਕੇ ਬੈਠੇ ਨੇ। ਮੈਂ ਪੰਜਾਬੀ ਕਾ ਔਰ ਕੀਮਤੀ ਗੱਲਾਂ ਦੇ ਸਾਡੇ ਮੋਢੀ ਹਰਵਿੰਦਰ ਜੀ ਬੜੇ ਸੋਚ ਰਹੇ ਸਾਂ ਕਿ ਇੱਕ ਜਿਹੜਾ ਐਂਕਰ ਹੁੰਦਾ ਹੈ, ਹੋਸਟ ਹੁੰਦਾ ਹੈ, ਉਹ ਕਈ ਵਾਰੀ ਸਵਾਲ ਐਸੇ ਹੁੰਦੇ ਨੇ, ਸ਼ਖਸੀਅਤ ਐਸੀ ਹੁੰਦੀ ਹੈ ਕਿ ਸਾਨੂੰ ਲੋੜ ਪੈਂਦੀ ਕਿ ਦੋ ਲੋਕ ਹੋਣ ਤਾਂ ਜ਼ਿਆਦਾ ਅੱਛਾ ਇੰਟਰਵਿਊ ਹੋ ਜਾਏ। ਤੇ ਅਸੀਂ ਐਸੀ ਸ਼ਖਸੀਅਤ ਦੀ ਉਡੀਕ 'ਚ ਸਾਂ ਕਿ ਐਸੀ ਕੋਈ ਸ਼ਖਸੀਅਤ ਸਾਨੂੰ ਨਜ਼ਰ ਆਵੇ ਜਦੋਂ ਅਸੀਂ ਆਪਣੇ ਮੰਚ ਦਾ ਸਟਾਈਲ ਔਰ ਪੈਟਰਨ ਬਦਲੀਏ। ਤੇ ਜਿਹੜਾ ਕਹਿੰਦੇ ਨੇ ਕੁਝ ਸ਼ਖਸੀਅਤ ਜਿਹੜੀਆਂ ਹੁੰਦੀਆਂ ਨੇ ਉਹ ਜ਼ਿੰਦਗੀ ਬਦਲਦੀਆਂ ਨੇ। ਤੇ ਡਾਕਟਰ ਰਵਿੰਦਰ ਮਨਖੜ ਸੀਗੇ ਇਹ ਧੰਨਵਾਦੀ ਇਹਨਾਂ ਦੇ ਕਿ ਇਹਨਾਂ ਦੇ ਆਉਣ ਤੇ ਸਾਡੇ ਮੰਚ ਦੀ ਅੱਜ ਬੰਦੇ ਕੇ ਨਾ ਸਿਰਫ ਸ਼ਕਲ ਬਦਲ ਗਈ, ਪ੍ਰੋਗਰਾਮ ਸਟਰਕਚਰ ਬਦਲ ਗਿਆ, ਬਲਕਿ ਹੋਰ ਮੁਸਬਤ ਹੋ ਜਾਏਗਾ ਕਿਉਂਕਿ ਸੂਫੀ ਨੇ, ਸੂਫੀਆਂ ਦੀ ਗੱਲ ਕਰਦੇ ਨੇ। ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਤੁਹਾਨੂੰ ਜੀ ਆਇਆਂ ਨੂੰ ਸਾਡੇ ਪ੍ਰੋਗਰਾਮ 'ਚ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਬਹੁਤ ਕਰਮ। ਦੁਨੀਆ ਦੇ ਕਿਸੇ ਵੀ ਕੋਨੇ ਤੇ ਵਸੇ ਹੋਏ ਪੰਜਾਬੀਓ, ਤੁਸੀਂ ਜਿੱਥੇ ਵੀ ਰਹੋ, ਤੁਹਾਨੂੰ ਸਾਰਿਆਂ ਨੂੰ ਮੇਰਾ ਸਜਦਾ ਹੈ, ਮੇਰਾ ਸਲਾਮ ਹੈ, ਮੇਰਾ ਆਦਾਬ ਹੈ, ਮੇਰਾ ਸਤਿ ਸ੍ਰੀ ਅਕਾਲ ਹੈ।
क्योंकि मैं हमेशा ये गल कहना कि सरहद जिहड़ी या दुनिया की कोई भी दूरी कदे कोई मायने नहीं रखती। तुहाडे दिल मिले होने चाहिए, तुहाडी सोच मिली होनी चाहिए। और अज ये कीमती गल्लां और अज बाकी जिहड़े पंजाबिका दे दो महान शख्सियतां मैनू दबा के बैठिया हुई साइड तो, एक लैफ्ट राइट तो, इन्हां दा बहुत बहुत धन्यवाद। तो मैं बड़ा खुशकिस्मत हाँ कि तुसीं मैनू याद किया जी। जी अमन जी करो सवाल। ਸ਼ੁਕਰੀਆ ਸਰ ਜੀ। ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ, ਤੇ ਦਿਲ ਤੋਂ ਸਵਾਗਤ ਕਰਦੀ ਹਾਂ। ਤੇ ਤੁਸੀਂ ਸਾਡੇ ਲਈ ਪਹਿਲਾਂ ਤਾਂ ਕੀਮਤੀ ਸਮਾਂ ਸਾਡੇ ਲਈ ਕੱਢਿਆ। ਇੱਕ ਗੱਲ ਮੈਂ ਹੋਰ ਇੱਥੇ ਸਟਾਰਟਿੰਗ ਦੇ ਵਿੱਚ ਹੀ ਕਰਨਾ ਚਾਹੁੰਦੀ ਹਾਂ, ਅਗਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ 2 ਦਿਨ ਪਹਿਲਾਂ ਹੀ ਮੇਰੀ ਸਰ ਦੇ ਨਾਲ ਗੱਲ ਹੋਈ। ਉਹ ਕਹਿ ਰਹੇ ਸੀਗੇ ਕਿ ਮੇਰਾ 20 ਤਰੀਕ ਨੂੰ ਆਪਰੇਸ਼ਨ ਹੈ, ਤੇ ਉਹਨਾਂ ਨੇ ਆਪਣਾ ਜਿਹੜਾ ਆਪਰੇਸ਼ਨ ਹੈ ਕਿਸੇ ਹੈਲਥ ਇਸ਼ੂ ਕਰਕੇ ਉਹਨਾਂ ਨੇ ਜਿਹੜਾ ਆਪਣਾ ਆਪਰੇਸ਼ਨ ਹੈ ਉਹ ਪੋਸਟਪੋਨ ਕਰਤਾ। ਕਹਿੰਦੇ ਮੈਂ ਕੀਮਤੀ ਗੱਲਾਂ ਮੰਚ ਦੇ ਉੱਤੇ ਲਾਈਵ ਹੋਵਾਂਗਾ, ਆਪਣਾ ਇੰਟਰਵਿਊ ਦਵਾਂਗਾ। ਉਹਨਾਂ ਨੇ ਮੇਰੇ ਪ੍ਰੋਮਿਸ ਕੀਤਾ ਹੋਇਆ ਸੀ, ਸਾਡੀ ਗੱਲਬਾਤ ਹੋ ਰਹੀ ਸੀ, ਤੇ ਉਹਨਾਂ ਨੇ ਪੋਸਟਪੋਨ ਕਰਕੇ ਹੁਣ ਨੈਕਸਟ ਵੀਕ ਦਾ ਉਹਨਾਂ ਨੇ ਰੱਖ ਲਿਆ ਹੈ ਕਿ ਮੈਂ ਫਿਰ ਆਪਰੇਸ਼ਨ ਕਰਾਵਾਂਗਾ, ਪਰ ਪਹਿਲਾਂ ਮੈਂ ਆਪਣਾ ਜਿਹੜਾ ਇੰਟਰਵਿਊ ਜ਼ਰੂਰ ਇੱਥੇ ਆ ਕੇ ਦਵਾਂਗਾ। ਪਹਿਲੀ ਗੱਲ ਤਾਂ ਸਾਡੇ ਮੰਚ ਦੇ ਲਈ ਬਹੁਤ ਵੱਡੀ ਇਹ ਮਾਣ ਵਾਲੀ ਗੱਲ ਹੈ, ਇਹ ਮੇਰੇ ਲਈ ਵੀ ਮਾਣ ਵਾਲੀ ਗੱਲ ਹੈ। ਥੈਂਕ ਯੂ ਸੋ ਮਚ ਸਰ, ਥੈंक यू। सो हाँ जी, अपनी बड़ी जर्नल की गल है, क्योंकि जब किसी ने वादा करिए, वादा किया है तो निभाना सीखो, वादा किया है तो वादे पे आना सीखो। तो अपनी मोहब्बत नू, अपने फर्ज नू हमेशा पहले निभाओ, क्योंकि जिंदगी इन्नी सानू मिली है कि ਉਹਦੇ अंदर कुछ लम्हे भी असी अगर जी सकते हैं खुश नसीबी के नाल तो बहुत होंगे हैं। और ये वो लम्हे हैं जो अज माँ बोली के सदके जाने वाले हैं, ये वो लम्हे हैं ਜਿਹੜੇ माँ बोली के चरणों में अर्पित होने वाले हैं। तो माँ बोली के उत्ते कोई बोली हो नहीं सकती। माँ बोली वो आशीर्वाद है, माँ का एक रूह है जी कि सानू बहुत वड्डा। अज पता दुनिया के हर बैंक च हर एक कोल बहुत पैसे ने, पर दुआवां का बैंक सारिਆਂ ਦਾ खाली है। ये दुआवां के बैंक खोले ने अज जो तुसीं खोले ने, सिर्फ दुआवां ने, और तुहाड़ियां दुआवां सदके हाजिर है बता। ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੀਆਂ, ਹਮੇਸ਼ਾ ਸਰ ਤੁਹਾਡੇ ਨਾਲ ਹੈ ਅਸੀਂ। ਤੇ ਹਾਂਜੀ ਚਲੋ ਆਪਾਂ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਰ ਤੁਸੀਂ ਬਹੁਤ ਸਾਰੇ ਖੇਤਰਾਂ ਦੇ ਵਿੱਚ, ਬਹੁਤ ਸਾਰੇ ਡਿਫਰੈਂਟ ਫੀਲਡਸ ਦੇ ਵਿੱਚ ਮਾਰ ਕੇ ਦਾ ਕੰਮ ਕੀਤਾ ਹੈ। ਤੁਹਾਡੇ ਲਈ ਸਫਲਤਾ ਦੀ ਕੀ ਪਰਿਭਾਸ਼ਾ ਹੈ? ਤੁਹਾਨੂੰ ਕੀ ਲੱਗਦਾ ਕਿ ਇਹ ਸਫਲਤਾ ਦੀ ਜਿਹੜੀ ਪਰਿਭਾਸ਼ਾ ਆ ਅਸੀਂ ਹਰ ਜਗ੍ਹਾ ਚੇਂਜ ਕਰ ਲੈਂਦੇ ਹਾਂ, ਜਾਂ ਹੋਰ ਤੁਹਾਨੂੰ ਲੱਗਦਾ ਹੈ ਕਿ ਮੈਂ ਅੱਗੇ ਬਹੁਤ ਸਾਰੇ ਕੰਮ ਕਰਨੇ ਆਪਣੀ ਜ਼ਿੰਦਗੀ ਦੇ ਵਿੱਚ, ਜਾਂ ਉਹ ਸਫਲਤਾ ਤੁਹਾਡੇ ਲਈ ਕੁਝ ਹੋਰ ਹੋਏਗੀ? ਤੁਹਾਡੇ ਲਈ ਸਫਲਤਾ ਦੀ ਪਰਿਭਾਸ਼ਾ? सफलता की परिभाषा वो है कि 2 चीज़ां होंदियां, एक जिंदगी दे विच फिजिकली सफलता तुहानू मिलती है, एक तुहानू रूहानियत की सफलता मिलती है। दोनों च सकून चाहिए होंदा है। जदों तुहानू सकून का एहसास होवे, तुहानू खुशी का एहसास होवे, समझो तुसीं उस काम च सफल होए हो, भावें तुसीं पहले नंबर ते आए हो, भावें तुसीं 12वें नंबर ते आए हो। मतलब सकून नाल है, मतलब जलन नाल नहीं है, मतलब तुहानू फ्रस्ट्रेटेड या वो नहीं होना चाहिए कि तुहानू कि वो मायूस नहीं होना चाहिए। सफलता इंसान दे पूरी मेहनत का एक तगमा है, और वो तद ही मिलता है जब 100% लगन दे नाल लगता है, 100% अपनी पूरी उहदे अंदर ताकत झोंक देता है। और काम सीखने की कोई उम्र नहीं होती मलिक साहब अरोड़ा जी, काम जिंदगी दे हर उम्र दे विच सीखा जा सकता है, और तुसी हमेशा सीखते रहो। हर बंदे को तुहानू सीखण नू मिलता है, हर बंदे को तुहानू कुछ ना कुछ मिलता है इस दुनिया दे विच। मैं जो फिल्मां लिखदा हाँ, जो मैं कार्टून लिखदा हाँ या कोई शोज लिखदा, तो मैं अपने आस पास तो ही सारा कुछ सुनदा। बहुत सारे करैक्टर साडे, मैं अमनदीप तो मैं सीख रहा कि किवें खूबसूरती नाल मुस्कुराया जा सकता है। मलिक साहब तो मैं सीख रहा कि सरहद दे पार रह के भी किवें दिल दे तार तुसी वो पूरा राग तुसी वो मुहब्बत दा राग गा सकदे। सीखण तो बहुत चीज़ां हन, सीखना हम हर बोली सानू सीखनी चाहिए। वो कहते हैं कि हर बोली सीखो, सीखनी भी चाहिए, पर पक्की वेख के कच्ची नहीं चाहिए। खुद ही सीखो कुछ, पर अपनी माँ बोली की इज्जत, क्योंकि अपनी माँ की इज्जत जेड़ी कौम, जेड़ा मुल्क अपनी माँ बोली, अपने विरसे, अपनी विरासत, अपनी उसकी कदर नहीं करता, उसका कुछ नहीं हो सकता। उसका पूरी दुनिया के विच अपनी माँ बोली की कदर करो, विरसे की कदर करो, पूर्व वड्डियां दा सम्मान करो, बजुर्गों के ख्याल रखो, उन्हों की सेवा करो। इन्नियां दुआवां मिलणगियां, मैं कहना वड्डे तो वड्डे रोग तुहाडे मुस्कुरांदे होए निकल जाणगे जी। वाह वाह। अच्छा जी, साडे अमन जी कुछ दोस्त नाल जुड़े ने जिहड़े बहुत खुश हो रहे हैं डॉक्टर साहब इत्थे पा के। जगदीप सिद्धू ने और साडे हरविंदर जी ते देख रहे हैं मनप्रीत कौर ने, और साडे दोस्त होर साडे मनप्रीत साहब दे नाल
शिवचरण सिंह आए ने साडे नाल, और ये सारे दोस्त रहे ने। कुछ ने कि डॉक्टर अवतार सिंह सोईया भी सुन रहे हैं, और असी कहने कि हरपाल हरी भी है ने दोस्त। ते असी सारे दोस्तों का नाम इस तो लैने जिहड़े पहले जुड़े होंदे ने। अफजल पारस साहब ने लैंदे पंजाब पाकिस्तान चों, बड़े उस्ताद शायर ने, ते इन्हां दा धन्नवाद कि सानूं सुन रहे ने, और वो सारे खुश ने, कह रहे ने बहुत शुक्रिया तुसीं डॉक्टर साहब नूं लिआंदा। ये डॉक्टर साहब नूं मालक ने भाई साडे कोल लिआंदा है, असी इन्ने जोगे नहीं सां। डॉक्टर साहब दा असी भी शुक्रगुजार हाँ कि उन्होंने ऑपरेशन नूं पेंडिंग कर दिता, और तुहाडे नाल गल करना, सो साडे नाल गल होण दा मतलब ये कि सुनने वालिਆਂ ਨੂੰ आदर मिल रहा है। ये साडे दोवां लई ते नहीं तुहाडे वास्ते आए ने जिन्हां तक गल पहुंच रही है। बहाना साडा है, जिवें अगे डॉक्टर साहब कह रहे सन कि मालक दिंदा है लेकिन वसीला बंदे नूं बनांदा है। एक शेर डॉक्टर साहब तुसीं सुना रहे सो ऑफलाइन, वो जरा साझा करियो दोबारा जी। वो दिंदा, देखो हर चीज़ उस क्रिएटर दी बनाई हुई है, उसकी रचना है। वो साडे हाथ विच साडा जन्म लेना नहीं है, लेकिन साडा उस जन्म नूं सकारथी करना साडे हाथ विच है। असी किथे भी जन्म ले लीए, असी हिंदुस्तान च ले लीए, पाकिस्तान च ले लीए, यूरोप च ले लीए, आस्ट्रेलिया ले लीए, अमरीका ले लीए, दुनिया के किथे हर शख्स जमदी है, हर कर्मां दे हिसाब नाल सानूं जन्म मिलता है, लेकिन उसनूं सफला किवें करना है ये साडे हाथ च है। करे करावे साइयां सिर दूजे के दे, ये समर्थ तुझ में अपना नाम न ले। वो सब वही करता है। और असी कौन हाँ, कहने कि तुमरी कृपा, जिन्ने वेखण वाले ने कि तुमरी कृपा से सजे हम हैं, वरना मुँह से गरीब करोड़ पड़े। गुरबाणी च आता है कि मेरे वर्गे करोड़ बहुत है, मैं तो कुछ भी नहीं, तुच्छ हाँ बहुत एक छोटा जिहा। लेकिन मेरी खुश नसीबी है कि एक दो वो वतन जिन्हां दियां जड़ां एक ने, जिन्हां दी सोच एक है, जिन्हां दी मिट्टी दे विच 5 दरियावां दी महक बची हुई है, जिथे सतलुज भी है, ब्यास भी है, रावी भी है, चनाब भी है, जिथे वो 5 पीरां फकीरां मुर्शदां दी धरती है पंजाब। उसनूं बेशक तुसीं चढ़दा पंजाब को या लहंदा पंजाब को, ओदी मिट्टी दे विच इतने पीरां इतने फकीरां दी वो खुशबू है कि साडा जिहड़ी है जिंदगी दी रोजी रोटी सानूं उन्हां दे सदके मिल रही है, उन्हां दे इत्थे आण दे सदके मिल। खुश नसीब हाँ। 4 ऋतुआं आंदियां ने साडे देशां दे विच, किसे वर्ल्ड दे विच बहुत घट देशां दे विच आंदियां ने, क्योंकि सानूं उन्हें सब कुछ दिता है। खेत दिते, खलिहान दिते, माँ प्यो दिते, परिवार दिते, और वो सब तो वड्डी साडे अंदर तड़प दिती उस रब नूं पाण दी। और रब नूं पाना, मैंने भुलिया रब दा की पाना, इधरों पुटना ते इधर लाना। ते वो बस जिसने रब नूं पा लिया, जिसने मुर्शिद नूं पा लिया, बिना मुर्शिद ते कुछ हो नहीं सकता। लिविंग मास्टर दी बहुत लोड़ है। बस तुहाडा सारे मेरे वास्ते मुर्शिद ही हो, क्योंकि तुसीं अपना कीमती कढ के सुन रहे हो। जिंदे रहो, चढ़दियां कलावां च। ਲਓ ਜੀ, ਸਾਰੇ ਸੱਜਣਾਂ ਨੂੰ एडे सोहने विचार अगों साडे तो भी घट सुनने मिलते हैं तुहानूं, जिहड़े अज इत्थों पता चलिया कि रविंदर वीर जी अगर प्रोग्राम करन ते किड्डा सोहना कर सकते हैं। कुछ लोगों नूं मालक ने चुनिया हुंदा है कि उन्हां ते मेहर हुंदी कि फिल्म बनाउण दे बहुत वधिया, वो कार्टून बनाउण ते मोटू पतलू लोगों नूं याद हो जाण, और वाहद कार्टून कि सानूं लगदा है कि असीं भी दुनिया 'च हैगे हैं। असीं ते अंग्रेजी कार्टून सुन के सानूं अपनी बोली भुलदी जांदी सी, ते असीं धन्नवादी हाँ डॉक्टर साहब दे, उन्होंने ऐसे कार्टून बनाए जिहड़े सानूं अपने लगदे ने। और डॉक्टर साहब देख के भी बैठा है, मोटू शायद पतलू किते इधर उधर होएगा, वो भी किते लभ जाएगा। ਉਹ ਭਾਜੀ ਉਹਦਾ ਇੰਟਰਵਿਊ ਦੂਜੇ ਚੈਨਲ ਤੇ ਚੱਲਦਾ ਹੈ। अच्छा, डॉक्टर साहब कहते ਉਹਦਾ इंटरव्यू दूजे चैनल ਤੇ ਚੱਲ ਰਿਹਾ ਹੈ। ਤੇ ਮੈਂ ਅਮਨਦੀਪ ਦੇ ਹਵਾਲੇ ਕਰਦੇ ਆਇਆ ਇਹ ਜ਼ਰੂਰ ਕਵਾਂਗਾ ਜਿੱਥੇ ਤੇ ਲੋਕ ਸੁਣ ਰਹੇ ਨੇ ਕਿ ਡਾਕਟਰ ਸਾਹਿਬ ਦੇ ਇੱਕ ਪਾਸੇ ਲਹਿੰਦਾ ਪੰਜਾਬ, ਇੱਕ ਪਾਸੇ ਚੜ੍ਹਦਾ ਪੰਜਾਬ, ਤੇ ਦੋਵੇਂ ਹੀ ਮਾਣ ਕਰ ਰਹੇ ਨੇ ਕਿ ਸਾਡੇ ਨੇ ਜਿੱਥੇ ਜਿੱਥੇ ਪੰਜਾਬੀ ਬੋਲੀ ਜਾ ਰਹੀ ਹੈ ਡਾਕਟਰ ਸਾਹਿਬ ਦਾ ਉਹ ਮਾਣ ਨੇ। ਡਾਕਟਰ ਸਾਹਿਬ ਨੇ ਵੀ ਕੰਮ ਕੀਤਾ ਕਿ ਅਸੀਂ ਜੋ ਸੰਭਾਲੀ, ਅਸੀਂ ਸੁਣਦੇ ਰਹੇ ਫਿਲਮ ਬਣਾਉਣਾ ਬਹੁਤ ਮਹਿੰਗਾ ਕੰਮ ਹੈ, बड़े अमीर लोगों का काम है, गरीबों ने सोचना ही छड़ दिता। जो कोई आइडिया भी किसी गरीब बच्चे जेहन च आया तो उन्हें सोच के रद्द करता कि मेरे को तो पैसे ही नहीं है। तो डॉक्टर साहब ने ऐसी फिल्म बनानी, एक मिसाल पैदा की। ये मीह का वो पहला कतरा बने जिहदे पिछे बारिशां आउंदियां ने, या ये नेरे च रस्ता दसन वाले वो तारे बने जिन्हों वेख के लोग अपना रस्ता अपने मुੱਢ बन्नदे ने। तो हुण फिल्म बनानी कोई मुश्किल नहीं रही। अगर तुहाडे कोल आइडिया है, तुहाडे कोल दिमाग है और तुहाडे कोल इरादा है, कि डॉक्टर साहब का कहना है कि फिल्म तुसीं बना सकते हो, बेशक कल्ले मोबाइल नाल ही बनाओ। ये भी जरूर एक रोल मॉडल ने डॉक्टर साहब साडे सारिਆਂ ਲਈ, सानूं इन्हां को सीखना चाहिए। असीं बहुते रोल मॉडल अंग्रेज वेखे ने, अज ये भी धन्नवादी हाँ असीं इस प्रोग्राम 'च कि जिहड़े रोल मॉडल असीं गल कर रहे हैं साडी अपनी मिट्टी 'चों पुग रिहा है, साडा अपना है, सानूं उन्हां ते माण है। जी अमन जी। जी अमन जी, वैसे एक छोटी जी गल, मैं इस गल नूं खत्म करते हुए मैं अमन जी को ला जा। जी जरूर जरूर। कतरे और समुंदर की गल की, कहते हैं कि एक बूंद नूं जिहड़ा समंदर समझ के संभाल सकता है, वो दुनिया की हर ताकत तो जित सकता है। गल थोड़ी ज़्यादा का नहीं होंदा, गल तुहाडे अंदर उसनूं इस्तेमाल करन दा तरीका आना चाहिए।
वाह वाह नहीं, वाह। हालात के कदमों में कभी कलंदर नहीं गिरता, अखलाक के कदमों में कभी कलंदर नहीं गिरता, टूटे घर सितारा तो भी जमीन पे नहीं गिरता, अरे गिरते हैं बड़े शौक से समंदर में दरिया, मगर किसी दरिया में समंदर नहीं गिरता। वाह समंदर में। वाह, जी जी, बहुत प्लीज अमन। थैंक यू सो जी मच, थैंक यू सो मच। क्या बाਤਾਂ ਨੇ ਬਹੁਤ ਲੱਗਦਾ ਮਲਿਕ ਸਾਹਿਬ, ਮੈਨੂੰ ਲੱਗਦਾ ਹੈ ਇਹ ਸਾਡਾ ਕੋਈ ਘੰਟੇ ਦਾ ਇੰਟਰਵਿਊ ਨਹੀਂ, ਮੈਨੂੰ ਲੱਗਦਾ ਜਿੰਨਾ ਮਰਜ਼ੀ ਸਰ ਦੇ ਨਾਲ ਅੱਜ ਗੱਲਾਂ ਕਰੀ ਜਾਓ, हाँ मतलब करी जो ऐसा लगता कोई गल नहीं, मैं भी वेला क्या बात आज है। बिल्कुल मस्त ऑपरेशन अगले हफ्ते ही होना है, करी जाओ ऑपरेशन अगले हफ्ते ही है, कोई गल नहीं हाँ ये वैसे जी। ਅਸੀਂ ਸਰ ਨੂੰ ਜੀ। ਜਲਦੀ ਜਲਦੀ ਬੁਲਾਇਆ ਕਰਾਂ, ਨਵੇਂ ਐਕਸਪੀਰੀਅੰਸਸ ਇਹਨਾਂ ਦੇ ਕੋਲ ਲਿਆ ਕਰਾਂਗੇ। ਹਾਂਜੀ ਸਰ, ਮੈਂ ਅੱਗੇ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਬਾਲੀਵੁੱਡ ਦੇ ਬਹੁਤ ਸਾਰੇ ਇੰਟੈਲੈਕਚੁਅਲ ਪਰਸਨੈਲਿਟੀਜ਼ ਦੇ ਨਾਲ ਤੁਸੀਂ ਕੰਮ ਕੀਤਾ ਆ, ਪਰ ਤੁਸੀਂ ਆਪ ਪਰਦੇ ਦੇ ਪਿੱਛੇ ਰਹੇ ਆ, ਤੁਸੀਂ ਉਹਨਾਂ ਨੂੰ ਸਟਾਰ ਤੋਂ ਸੁਪਰਸਟਾਰ ਬਣਾਉਣ ਦੇ ਵਿੱਚ ਤੁਸੀਂ ਉਹਨਾਂ ਦੀ ਮਦਦ ਕੀਤੀ ਹੈ। ਉਹ ਇਹੋ ਜਿਹੀਆਂ ਪਰਸਨੈਲਿਟੀਜ਼ ਨੇ ਜਿਹੜੀਆਂ ਪੂਰੇ ਵਿਸ਼ਵ ਭਰ ਦੇ ਵਿੱਚ ਇੱਕ ਬੰਦੇ ਦੇ ਟਿਪਸ ਤੇ ਨੇ ਉਹਨਾਂ ਦੀ ਨੇਮ, ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਹੈ, ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ? ਬਹੁਤ ਅੱਛਾ ਲੱਗਦਾ ਹੈ। ਦੇਖੋ ਜਿਹੜੇ ਲੋਕਾਂ ਨੂੰ ਤੁਸੀਂ ਬਚਪਨ ਦੇ ਵਿੱਚ ਸਿਲਵਰ ਸਕਰੀਨ ਤੇ ਦੇਖਦੇ ਰਹੇ ਹੋ, ਵੱਡੀ ਸਕਰੀਨ ਤੇ ਦੇਖਦੇ ਹੋ ਜਾਂ ਟੀਵੀ ਤੇ ਦੇਖਦੇ ਹੋ, ਜਦੋਂ ਤੁਹਾਡੇ ਬਿਲਕੁਲ ਨਜ਼ਦੀਕ ਹੁੰਦੇ ਹਨ, ਤੁਹਾਡੇ ਨਾਲ ਕੰਮ ਕਰ ਰਹੇ ਹੁੰਦੇ ਹਨ, ਉਹ ਖੁਸ਼ੀ ਹੁੰਦੀ ਹੈ। ਕਿਉਂਕਿ ਤੁਹਾਡੀ ਜਦੋਂ ਪੈਸ਼ਨਸ, ਤੁਹਾਡਾ ਜਦੋਂ ਪ੍ਰੋਫੈਸ਼ਨ ਬਣ ਜਾਂਦਾ ਨਾ, ਉਸ ਤੋਂ ਚੰਗਾ ਕੁਝ ਨਹੀਂ ਹੁੰਦਾ ਦੁਨੀਆ 'ਚ। ਸਭ ਤੋਂ ਕਾਮਯਾਬ ਉਹੀ ਲੋਕ ਨੇ ਜਿਨ੍ਹਾਂ ਦਾ ਪੈਸ਼ਨ ਪ੍ਰੋਫੈਸ਼ਨ ਬਣਿਆ। ਤੁਹਾਡਾ ਸ਼ੌਂਕ ਤੁਹਾਡਾ ਕੰਮ ਬਣਨਾ ਚਾਹੀਦਾ ਹੈ। ਸਟਾਰ ਵੱਡਾ ਛੋਟਾ ਕੋਈ ਨਹੀਂ, ਸਟਾਰ ਵੀ ਇੱਕ ਇਨਸਾਨ ਹੁੰਦੇ ਨੇ, ਉਹ ਬਹੁਤ ਅੱਛੇ ਲੋਕ ਨੇ। ਉਹ ਬੱਚਨ ਸਾਹਿਬ ਹੋ ਗਏ, ਮੈਂ ਉਹਨਾਂ ਨਾਲ ਵੀ ਕੀਤਾ ਹੈ, ਔਰ ਬਹੁਤ ਸਾਰੇ, ਮਤਲਬ ਨਾਮ ਕਿਸੇ ਦਾ ਕੀ ਲੈਣਾ ਹੈ, ਬਹੁਤ ਸਾਰੇ ਕਲਾਕਾਰ ਹੈ, ਲੇਕਿਨ ਸਭ ਅੱਛੇ ਹੈ। ਸ਼ੋਜ਼ ਕਰੋ, ਕੁਛ ਕਰੋ ਦੁਨੀਆ 'ਚ ਇੱਕ ਬੜਾ, ਕਿਉਂਕਿ ਕੰਮ ਨੂੰ ਮੈਂ ਇੱਕੋ ਗੱਲ ਜਾਣਨਾ, ਜੋ ਉਹ ਵੀ ਕਰਦੇ ਆ, ਤੁਸੀਂ ਵੀ ਕਰਦੇ ਹੋ, ਸਭ ਕਰਦੇ ਹੋ। ਕਿਉਂਕਿ ਮੈਂ ਪਾਕਿਸਤਾਨੀ ਡਰਾਮਾਸ ਬਹੁਤ ਦੇਖਦਾ, ਅੱਜ ਵੀ ਮੇਰਾ ਇੱਕ ਚੱਲਦਾ ਪਿਆ ਮੇਰੇ ਬੇਵਫਾ, ਅਗਰ ਜੀ ਉਹ ਤੇ ਆਂਦਾ ਪਲੱਸ, ਸ਼ਾਇਦ ਕਿਹੜੇ ਪਲੱਸ ਕੋਈ ਚੈਨਲ ਹੈ ਤੁਹਾਡਾ ਇੱਕ, ਉਹ ਮੈਂ ਦੇਖ ਰਿਹਾ ਸੀ ਦੁਪਹਿਰ ਨੂੰ। ਔਰ ਬਹੁਤ ਸਾਰੇ ਮੈਂ ਥਕਨ ਦੇਖੇ ਨੇ ਉੱਥੇ, ਹੋਰ ਬਹੁਤ ਸਾਰੇ ਦੇਖੇ ਉਹਨਾਂ ਦੇ, ਮੈਂ ਰੈਗੂਲਰ ਦੇਖਣਾ, ਕਿਉਂਕਿ ਉਹਨਾਂ 'ਚ ਉਰਦੂ ਬੜੀ ਖੂਬਸੂਰਤ ਹੁੰਦੀ ਹੈ, ਜੋ ਮੈਨੂੰ ਬਹੁਤ ਸਿੱਖਣ ਨੂੰ ਮਿਲਦੇ ਨੇ ਕੁਝ ਸ਼ਬਦ, ਕਿ ਤੁਹਾਡੀ ਉਹਦੇ ਵਿੱਚੋਂ ਹੀ ਮੈਨੂੰ ਮਿਲਦੇ ਨੇ। ਸੋ ਹਰ ਚੀਜ਼ ਦੇ ਨਾਲ ਇਸ਼ਕ ਕਰਨਾ ਪੈਂਦਾ ਹੈ, ਕਿਉਂਕਿ ਅਗਰ ਤੁਸੀਂ ਆਪਣੇ ਕੰਮ ਦੇ, ਕਹਿੰਦੇ ਆ ਨਾ ਕਿ ਬਹੁਤ ਮੁਸ਼ਕਿਲ ਹੈ ਇਸ਼ਕ की कहानी लिखना, बहुत मुश्किल है इश्क की कहानी लिखना, जैसे पानी पे पानी से पानी लिखना। वाह तो वाह, जैसे पानी से पानी पे पानी लिखना। वाह। तो इश्क अपने काम नाल करो, इश्क अपनी कौम नाल करो, इश्क अपने मुल्क नाल करो, इश्क अपनी परिवार नाल करो, इश्क अपनी जहनीयत नाल करो, इश्क अपने समाज नाल करो। जो काम करते हो ਉਹਦੇ ਅੰਦਰ ਜਦ ਤੱਕ ਇਸ਼ਕ ਦਾ ਤੜਕਾ ਨਹੀਂ ਲਗਾਓਗੇ ਨਾ, ਉਹ ਫਿਰ ਤੁਸੀਂ ਬੋਝ ਸਮਝ ਕੇ ਕਰੋਗੇ, ਔਰ ਜਦੋਂ ਬੋਝ ਸਮਝ ਕੇ ਕੰਮ ਕੀਤਾ ਜਾਂਦਾ, ਉਹ ਕਦੀ ਸਿਰੇ ਨਹੀਂ ਚੜਦਾ। ਸੋ ਅਮਨ ਜੀ, ਮਲਿਕ ਜੀ, ਹਰ ਕੰਮ, ਚਾਹੇ ਉਹ ਵੱਡੇ ਤੋਂ ਵੱਡਾ ਸਟਾਰ ਨਾਲ ਮੇਰਾ ਕੰਮ ਕਰਨਾ ਹੋਵੇ, ਛੋਟੇ ਸਟਾਰ ਨਾਲ ਕਰਨਾ ਹੋਵੇ, ਇੰਡੀਆ 'ਚ ਕਰਨਾ ਹੋਵੇ, ਵਿਦੇਸ਼ 'ਚ ਕਰਨਾ ਹੋਵੇ, ਉਹਦੇ ਅੰਦਰ ਇਸ਼ਕ, ਜੇ ਇਸ਼ਕ 'ਚ ਬੀਬਾ ਪੈਣਾ ਵੇ, ਦਿਲ ਦੋ ਪਾਸੇ ਨਹੀਂ ਰਹਿਣਾ, ਜਾਂ ਦੁਨੀਆ ਦੇ ਜਾਂ ਦਿਲਬਰ ਦੇ, ਗੱਲ ਇੱਕ ਦੇ ਲੱਗਣਾ ਪੈਣਾ ਵੇ। ਗਰ ਹੈ ਮਨਜ਼ੂਰ ਤੇ ਕਰ ਸੌਦਾ, ਪਰ ਸੌਦਾ ਮਹਿੰਗਾ ਪੈਣਾ ਵੇ, ਤੂੰ ਆਪਣਾ ਰੁਤਬਾ ਤੱਕਣਾ ਵੇ, ਉਹਨੇ ਸ਼ਰੇ ਬਾਜ਼ਾਰ 'ਚ ਕਹਿਣਾ। ਵਾਹ ਵਾਹ ਵਾਹ, ਇਹ ਇਸ਼ਕ ਹੈ। ਇਸ਼ਕ ਇੰਨਾ ਆਸਾਨ ਨਹੀਂ ਹੁੰਦਾ, ਇਸ਼ਕ 'ਚ ਬਹੁਤ ਔਖਾ ਕੰਮ ਹੈ ਇਸ਼ਕ ਪੈਣਾ। ਅਸੀਂ ਇਸ਼ਕ ਨੂੰ ਜਿਸਮਾਨੀ ਕਰ ਦਿੰਦੇ ਹਾਂ, ਅਗਰ ਇਸ਼ਕ ਨੂੰ ਜਿਸ ਦਿਨ ਰੂਹਾਨੀ ਕਰ ਦੇਵਾਂਗੇ, ਪਾ ਜਾਵਾਂਗੇ। ਬਸ ਸਿੱਧੇ ਉਹ ਉਸਦੇ ਦਰਗਾਹ ਦੇ ਨਾਲ ਤੁਹਾਡੀ ਸੋਚ ਜੁੜ ਜਾਊਗੀ, ਉਸ ਅੱਲਾਹ ਤਾਲਾ ਨਾਲ ਸੋਚ ਜੁੜ ਜਾਊਗੀ, ਔਰ ਜਿਸ ਦੀ ਅੱਲਾਹ ਨਾਲ ਲੋ ਲੱਗੀ ਹੋਵੇ, ਉਸਨੂੰ ਤੇ ਕੋਈ ਦੋ ਸ਼ੈਤਾਨ, ਕੋਈ ਦੁਨੀਆ ਦੀ ਕੋਈ ਤਾਕਤ ਉਸ ਤੇ ਅਸਰ ਨਹੀਂ ਕਰਦੀ। ਜੀ 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 ਮਲਿਕ ਸਾਹਿਬ, ਤੁਸੀਂ ਪੁੱਛ ਸਕਦੇ ਹੋ ਸਵਾਲ ਪਹਿਲਾਂ। ਜੀ ਜੀ, ਮੈਂ ਬਿਲਕੁਲ ਜੀ, ਮੈਂ ਬਹੁਤ ਸ਼ੁਕਰੀਆ। ਮੈਨੂੰ ਡਰ ਲੱਗਦਾ ਕਿ ਅਮਨ ਜਿਹੜੀ ਹੁਣੇ ਬੋਲਣ ਲੱਗੀ, ਇਹਦੀ ਸਮਾਈਲ ਲੱਗਦਾ ਕਿ ਦੱਸਦੀ ਹੈ ਹੁਣੇ ਕੋਈ ਗੱਲ ਕਰਨ ਲੱਗੀ। ਤੇ ਡਾਕਟਰ ਸਾਹਿਬ, ਮੈਂ ਪੁੱਛਣਾ ਚਾਹਾਂਗਾ ਕਿ ਜਦੋਂ ਤੁਸੀਂ ਇਹ ਫਿਲਮ ਬਣਾਈ ਜਿਹੜੀ 14 ਮਿੰਟ ਦੀ, ਔਰ ਮੋਬਾਈਲ ਤੇ ਦੱਸਿਆ ਵੀ 3.5 ਲੱਖ ਦੀ ਕਾਸਟ 'ਚ, ਐਸੀ ਫਿਲਮ ਜਿਹਦਾ ਅਵਾਰਡ ਤੁਹਾਡੇ ਸਾਹਮਣੇ ਪਿਆ ਹੈ, ਔਰ ਇਹ ਅਵਾਰਡ ਇਸ ਸਮੇਂ ਨੇ ਸਿਰਫ ਤੁਹਾਨੂੰ ਨਹੀਂ ਮਿਲਿਆ, ਇਹ ਸਾਡੀ ਕੌਮ ਨੂੰ ਮਿਲਿਆ, ਪੰਜਾਬੀਆਂ ਨੂੰ ਮਿਲਿਆ, ਔਰ ਬੜੇ ਸਗੀਰ ਨੂੰ ਮਿਲਿਆ। ਵਾਹ, ਲੋ ਇਹ ਤੁਸੀਂ ਦੇਖਣਾ ਚਾਹ ਰਹੇ ਸੀ। ਬਹੁਤ ਸ਼ੁਕਰੀਆ, ਤੁਸੀਂ ਅਵਾਰਡ ਹਾਂ ਵੀ ਦਿੱਤਾ ਸਾਡੇ ਦੇਖਣ ਵਾਲਿਆਂ ਨੂੰ। ਤੇ ਇਹ ਦੱਸੋ ਸਰ, ਇਹਦੇ ਪਿੱਛੇ ਜਿਹੜੀ ਤੁਹਾਨੂੰ ਕੋਈ ਡਰ ਨਹੀਂ ਆਇਆ ਸੀ ਕਿ ਮੈਂ ਫਿਲਮ ਬਣਾਵਾਂਗਾ, ਪਤਾ ਨਹੀਂ ਕਾਮਯਾਬ ਹੁੰਦੀ ਜਾਂ ਨਹੀਂ ਹੁੰਦੀ, ਮੇਰਾ ਆਈਡੀਆ ਜਿਹੜਾ ਨਵਾਂ ਹੈ, ਕਿਉਂਕਿ ਬਿਲਕੁਲ ਤੁਸੀਂ ਫਰਕ ਪਾਸੇ ਟੁਰ ਪਏ ਸੋ ਦੂਜਿਆਂ ਨਾਲੋਂ, ਤੇ ਇਹ ਜਿਹੜਾ ਇੰਨਾ ਹੌਸਲਾ, ਇਹ ਪੈਰਾਂ ਤੇ ਖਲੋਤੇ ਰਹਿਣਾ, ਇਹਦੇ ਪਿੱਛੇ ਕੀ ਗੱਲ ਸੀ? ਮੈਂ ਜ਼ਿੰਦਗੀ 'ਚ ਜਿਹੜੇ ਮੇਰੇ ਜ਼ਿੰਦਗੀ ਪੋਜ਼ਿਟਿਵ ਦੇਖਦੇ ਨੇ, ਉਹਨਾਂ ਨੂੰ ਇਹਦਾ ਉੱਤਰ ਆਲਰੇਡੀ ਪਤਾ ਹੋਊਗਾ ਕਿ ਮੈਂ ਘਬਰਾਣਾ ਸਿੱਖਦਾ ਨਹੀਂ, ਹਰ ਕੰਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਮਾਨ ਸਾਹਿਬ ਨੇ ਮੈਨੂੰ ਇੱਕ ਵਾਰੀ ਕਿਹਾ ਸੀ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਗੀਤ ਲਿਖਿਆ
ਤੇ ਕਿੱਦਾਂ ਹੈ? ਮੈਂ ਗੁਰਦਾਸ ਮਾਨ ਜੀ ਕੋਲੋਂ ਪੁੱਛਿਆ, ਉਹਨਾਂ ਨੇ ਕਿਹਾ ਠੀਕ ਹੈ। ਮੈਂ ਕਿਹਾ ਹਜ਼ੂਰ ਕੋਸ਼ਿਸ਼ ਕੀਤੀ ਹੈ? ਉਹ ਕਹਿੰਦੇ ਕੋਸ਼ਿਸ਼ ਹੀ ਕਸ਼ਿਸ਼ ਬਣ ਜਾਊਗੀ ਇੱਕ ਦਿਨ। ਵਾਹ, ਜਦੋਂ ਤੁਸੀਂ ਕੋਸ਼ਿਸ਼ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਉਹ ਮੈਂ ਕੋਸ਼ਿਸ਼ ਹੀ ਕਸ਼ਿਸ਼ ਬਣ ਗਈ। ਤੁਸੀਂ ਕੋਸ਼ਿਸ਼ ਕਰੋ, ਹਾਰਨ ਦੇ ਡਰ ਤੋਂ ਤੁਸੀਂ ਜਿੱਤਣਾ ਨਹੀਂ ਛੱਡ ਸਕਦੇ, ਡਿੱਗਣ ਦੇ ਡਰ ਤੋਂ ਚੱਲਣਾ ਨਹੀਂ ਛੱਡ ਸਕਦੇ, ਤੁਸੀਂ ਨਾ ਪਹੁੰਚਣ ਦੇ ਡਰ ਤੋਂ ਤੁਸੀਂ ਘਰੋਂ ਨਿਕਲਣਾ ਬੰਦ ਨਹੀਂ ਕਰ ਸਕਦੇ। ਤੁਸੀਂ ਆਪਣੀ, ਮੈਂ ਤੁਹਾਨੂੰ ਦੱਸਾਂ, ਜਦੋਂ ਮੇਰੇ ਕੋਲ ਪਹਿਲਾ ਐਨੀਮੇਸ਼ਨ ਦਾ ਜੋ ਨਵਾਂ ਐਨੀਮੇਸ਼ਨ ਹਿੰਦੁਸਤਾਨ ਦੇ ਵਿੱਚ ਆਇਆ, ਅੱਜ ਤੋਂ ਮੈਂ 20 ਸਾਲ ਪਹਿਲੇ ਦੀ ਗੱਲ ਦੱਸਿਆ, 25 ਸਾਲ, ਤੇ ਮੈਨੂੰ ਕੁਝ ਨਹੀਂ, ਮੈਨੂੰ ਕੀ ਕਿਸੇ ਨੂੰ ਵੀ ਕੁਝ ਨਹੀਂ ਆਉਂਦਾ ਸੀ। ਤਾਂ ਇੱਕ ਨਵੀਆਂ ਸੀੜੀਆਂ ਆਉਂਦੀਆਂ ਸੀ ਕੰਪਿਊਟਰ ਕਿਵੇਂ ਚਲਾਈਦਾ, ਨਵਾਂ ਕੰਪਿਊਟਰ ਜਦੋਂ ਐਂਟਰ ਹੋਇਆ, ਤੇ ਮੇਰੇ ਕੋਲ ਇੱਕ ਆਇਆ ਕਿ ਅਸੀਂ ਇੱਕ ਐਨੀਮੇਸ਼ਨ ਸੀਰੀਜ਼ ਬਣਾਉਣੀ ਹੈ ਜਿਹਦੇ ਵਿੱਚ ਅਸੀਂ ਸਿਖਾਈਏ ਕਿ ਕਾਰਟੂਨਸ ਦੱਸਣ ਉਹਨਾਂ ਨੂੰ ਕਿ ਕਿੱਦਾਂ ਕੰਪਿਊਟਰ ਚਲਾਈਦਾ, ਕਿੱਦਾਂ ਐਂਟਰ ਮਾਰੀਦਾ, ਕਿੱਦਾਂ। ਤੇ ਉਸ ਜ਼ਮਾਨੇ ਦੇ ਵਿੱਚ ਉਹਨਾਂ ਨੇ ਉਹ ਪੈਸੇ ਮੇਰੀ ਟੇਬਲ ਤੇ ਰੱਖੇ। ਮੈਂ ਕਿਹਾ ਹੋ ਜਾਊਗਾ। ਉਹ ਚਲੇ ਗਏ। ਉਸ ਤੋਂ ਬਾਅਦ ਮੇਰੇ ਪੂਰੇ ਖਾਨਦਾਨ 'ਚ ਕਿਸੇ ਨੂੰ ਐਨੀਮੇਸ਼ਨ ਨਹੀਂ ਆਉਂਦੀ ਸੀ, ਦੂਰ ਦਰਾਜ ਤੱਕ। ਮੈਂ ਬਹਿ ਗਿਆ ਹੱਥ ਤੇ ਕਿ ਹੁਣ ਮੈਂ ਪੈਸੇ ਤਾਂ ਲੈ ਲਏ, ਹੁਣ ਹੋਊਗਾ ਕਿਸ ਤਰ੍ਹਾਂ। ਲੇਕਿਨ ਜਦੋਂ ਤੁਸੀਂ ਚੱਕ ਲੈਂਦੇ ਹੋ ਨਾ, ਕੋਈ ਵੀ ਇੱਕ ਕੀ ਕਹਿੰਦੇ ਨੇ, ਕੋਈ ਵੀ ਇੱਕ ਸੋਚ ਆਪਣੀ ਬਣਾ ਲੈਂਦੇ ਹੋ, ਤੇ ਫਿਰ ਉਹਦੇ ਨਾਲ ਲੋਕ ਜੁੜਦੇ ਜਾਂਦੇ ਨੇ, फिर वो काम हौले 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 सिरे चढ़ जाता है। पाना है घर मंजिल को तो अपनी सोच को बदलो, कश्तियां बदलने से कभी साहिल नहीं मिला करते। वाह वाह वाह। अच्छा सर, वारी अमन दी, लेकिन ਜਿਹੜਾ ਤੁਹਾਡਾ ਸ਼ੇਰੀ ਜ਼ੌਕ ਹੈ ਇਹ ਵੀ ਆਮ ਲੋਕਾਂ ਨੂੰ ਹੈਰਾਨ ਕਰਦਾ ਹੈ ਕਿ ਇੱਕ ਫਿਲਮ ਦਾ ਬੰਦਾ ਇੰਨਾ ਸ਼ੇਰਾਂ ਨਾਲ ਜੁੜਿਆ ਹੈ ਔਰ ਇੰਨਾ ਕਲਾਮ ਯਾਦ ਹੈ। ਸਰ ਬਹਾਦਰ ਕੌਮ ਦੇ ਬੰਦੇ ਆ, ਪੰਜਾਬੀ ਸ਼ੇਰਾਂ ਨਾਲ ਹੀ ਜੁੜਾਂਗੇ, ਹੁਣ ਗਿੱਦੜਾਂ ਨਾਲ ਥੋੜੇ ਨਾ ਜੁੜਾਂਗੇ। ਤੇ ਇਹ ਬੇਸ਼ੱਕ ਅਮਨ ਦੇ ਸਵਾਲ ਦੇ ਜਵਾਬ ਜੀ ਆਪਣਾ ਸ਼ੇਰ ਜ਼ਰੂਰ ਸੁਣਾਇਆ ਜੀ। हाँ, जो जिन्ने मर्जी शेरां दी कोई कमी नहीं भाई। जी जी, ਮੇਰਾ ਸਵਾਲ ਵੀ ਵੈਸੇ ਐਕਚੁਅਲੀ ਉਹੀ ਸੀਗਾ ਜਿਹੜੀ ਹਜੇ ਗੱਲ ਹੀ ਆਪਾਂ ਕਰ ਰਹੇ ਸੀਗੇ ਕਿ ਤੁਸੀਂ ਕੁਝ ਸਕ੍ਰਿਪਟ ਰਾਈਟਿੰਗ, ਕਾਰਟੂਨਿਸਟ ਹੋਣ ਦੇ ਬਾਵਜੂਦ ਡਾਇਰੈਕਸ਼ਨ ਕਰਨੀ ਫਿਲਮਾਂ ਦੀ, ਮਤਲਬ ਲਾਈਵ ਸ਼ੋਜ਼ ਕਰਨੇ, ਐਵਰੀਥਿੰਗ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਤੁਹਾਡੀ ਸੁਫਿਆਨਾ ਸ਼ਾਇਰੀ ਇੰਨੀ ਵਧੀਆ, ਇਹ ਕਿਵੇਂ ਆ? ਤੇ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਉੱਭਰਿਆ ਕਿ ਮੈਂ ਇਹ ਚੀਜ਼ ਵੀ ਕਰ ਸਕਦਾ? ਦੇਖੋ, ਤੁਸੀਂ ਪੈਸੇ ਕਮਾਉਣ ਵਾਸਤੇ ਬਹੁਤ ਸਾਰੇ ਕੰਮ ਕਰਦੇ ਹੋ। ਸ਼ੋਜ਼ ਸਾਨੂੰ ਰੋਜੀ ਰੋਟੀ ਦਿੰਦੇ ਹਨ, ਟੀਵੀ ਸਾਨੂੰ ਰੋਜੀ ਰੋਟੀ ਦਿੰਦਾ ਹੈ, ਫਿਲਮਾਂ। ਲੇਕਿਨ ਜ਼ਿੰਦਗੀ ਸਿਰਫ ਰੋਜੀ ਰੋਟੀ ਨਹੀਂ ਹੋ ਸਕਦੀ ਨਾ। ਕੁਝ ਚੀਜ਼ਾਂ ਤੁਹਾਡੀ ਰੂਹ ਦੀ ਖੁਰਾਕ ਹੁੰਦੀਆਂ ਹਨ, ਜੋ ਤੁਸੀਂ ਆਪਣੀ ਰੂਹ ਨੂੰ ਸਕੂਨ ਦੇਣ ਵਾਸਤੇ ਕਰਦੇ ਹੋ। ਇਹ ਉਹ ਚੀਜ਼ਾਂ, ਇਹ ਜਿਹੜੇ ਸ਼ੇਰ ਨੇ, ਇਹ ਸ਼ਾਇਰੀ ਹੈ, ਜਾਂ ਅੱਛੀਆਂ ਗੱਲਾਂ, ਜੋ ਸਾਡੇ ਵਿਚਾਰ ਹਨ, ਜੋ ਸਾਡੀ ਸੋਚ। ਅਸੀਂ ਇਹ ਇਸ ਕਰਕੇ ਰੋਜ਼ ਮੈਂ ਸਵੇਰੇ ਜਿਹੜਾ ਤੁਹਾਨੂੰ ਵੀ ਆਉਂਦਾ ਹੈ ਅਰੋੜਾ ਜੀ, ਕਿ ਸ਼ਾਇਦ ਅਗਰ 100 ਦੇ ਵਿੱਚੋਂ ਕਿਸੇ ਇੱਕ ਨੇ ਵੀ ਉਸ 'ਤੇ ਅਮਲ ਕਰਕੇ ਆਪਣੀ ਜ਼ਿੰਦਗੀ ਸੁਧਾਰ ਲਈ, ਤੇ ਮੈਂ ਤੁਹਾਨੂੰ ਦੱਸ ਵੀ ਦੇਵਾਂ ਜ਼ਿੰਦਗੀ ਪੋਜ਼ਿਟਿਵ ਸ਼ੁਰੂ ਕਿੱਥੋਂ ਹੋਇਆ। ਸ਼ਾਇਦ ਮੈਂ ਹਰ ਇੰਟਰਵਿਊ 'ਚ ਦੱਸਦਾ, ਮੈਂ ਫੇਸਬੁੱਕ ਲਾਈਵ ਨਵਾਂ ਆਇਆ ਸੀ, ਤੇ ਮੈਂ ਨਾ ਹਰ ਮੇਰੀ ਫੇਸਬੁੱਕ ਲਾਈਵ ਇੱਕ ਟੌਪਿਕ ਲੈ ਕੇ ਆਉਂਦੀ ਹੈ ਜਿਹਦੇ 'ਚ ਲੋਕ ਸਵਾਲ ਕਰਦੇ ਨੇ ਤੇ ਮੈਂ ਉੱਤਰ ਦਿੰਦਾ ਕਿ ਅੱਜ ਚਲੋ ਅਸੀਂ ਫਰਸਟ੍ਰੇਸ਼ਨ ਤੇ ਡਿਪਰੈਸ਼ਨ ਦੇ ਉੱਤੇ ਬੋਲ ਰਹੇ ਹਾਂ, ਜਾਂ ਅੱਜ ਅਸੀਂ ਕਿਸੇ ਉਹਦੇ ਤੇ ਫਿਰ ਲੋਕ ਸਵਾਲ ਕਰਦੇ ਆ, ਮੈਂ ਉੱਤਰ ਦੇ ਰਿਹਾ ਸੀ। ਉਹ ਸੀਗਾ ਡਿਪਰੈਸ਼ਨ ਵਾਲਾ ਇੱਕ ਚੀਜ਼। ਤੇ ਮੈਨੂੰ ਜਦੋਂ ਖਤਮ ਹੋਇਆ ਤੇ ਮੈਨੂੰ ਬਹੁਤ ਵੱਡੀ ਸਾਡੇ ਹਿੰਦੁਸਤਾਨ ਦੀ ਐਕਟਰਸ ਨੇ, ਮੈਂ ਨਾਂ ਨਹੀਂ ਲਊਂਗਾ, ਉਹਨਾਂ ਦਾ ਮੈਨੂੰ ਫੋਨ ਆਇਆ ਕਿ ਸਰ ਮੈਂ ਸੁਸਾਈਡ ਕਰਨ ਜਾ ਰਹੀ ਸੀ ਔਰ ਮੇਰੇ 10 ਸਵਾਲ ਸੀ ਮੇਰੀ ਜ਼ਿੰਦਗੀ ਦੇ ਕਿ ਮੈਂ ਜੀਣਾ ਹੀ ਨਹੀਂ ਚਾਹੁੰਦੀ। ਲੇਕਿਨ ਜਦੋਂ ਮੈਂ ਤੁਹਾਨੂੰ ਮੈਂ ਫੇਸਬੁੱਕ ਤੇ ਆਈ ਹੈ ਲਿਖਣ ਵਾਸਤੇ ਕਿ ਅਲਵਿਦਾ ਦੁਨੀਆ, ਲੇਕਿਨ ਮੈਂ ਦੇਖਿਆ ਤੁਸੀਂ ਲਾਈਵ ਆਏ ਹੋ ਤੇ ਮੈਂ ਕਿਹਾ ਚਲੋ 2 ਮਿੰਟ ਸੁਣ ਲੈਂਦੀ ਹਾਂ। ਔਰ ਮੈਨੂੰ 8 ਸਵਾਲਾਂ ਦੇ ਜਵਾਬ ਮਿਲ ਗਏ ਕਿ ਜੀਣਾ ਚਾਹੀਦਾ ਹੈ। ਇਹ ਜ਼ਿੰਦਗੀ ਖਤਮ ਕਰਨ ਵਾਸਤੇ ਸਾਨੂੰ ਨਹੀਂ ਮਿਲੀ ਹੈ, ਰੱਬ ਦੀ ਸਾਨੂੰ ਇਹ ਜ਼ਿੰਦਗੀ ਆਪਣੇ ਕਰਮਾਂ ਤੋਂ ਛੁਟਕਾਰਾ ਪਾਉਣ ਵਾਸਤੇ ਦਿੱਤੀ ਹੈ, ਨਾ ਕਿ ਇਹ ਵਿਅਰਥ ਗਵਾਉਣ ਵਾਸਤੇ ਦਿੱਤੀ ਹੈ। ਤਾਂ ਸੋਚੋ, ਅਗਰ ਉਹ ਇੱਕ ਬੰਦੇ ਦੀ ਜ਼ਿੰਦਗੀ ਬਚ ਗਈ ਜਿਸ ਸੋਚ ਦੇ ਨਾਲ, ਉਹ ਮੈਂ ਇਸ ਕਰਕੇ ਹੁਣ ਰੈਗੂਲਰ ਕਰ ਲਿਆ ਕਿ ਸ਼ਾਇਦ ਕਿਸੇ ਦਾ ਭਲਾ ਹੋ ਜਾਏ, ਸ਼ਾਇਦ ਕਿਸੇ ਦੇ ਕੰਮ ਆ ਜਾਏ। ਫਰੀਦ ਸਾਹਿਬ ਨੇ ਕਿਹਾ ਹੈ ਨਾ ਕਿ ਚਿੰਤ ਖਟੋਲਾ ਵਾਣ ਦੁੱਖ ਵਿਰਹਿ ਵਿਛਾਵਣ ਲੇਖ, ਇਹੋ ਹਮਾਰਾ ਜੀਵਨਾ ਸਾਹਿਬ ਸੱਚੇ ਵੇਖ। तो साहिब सच्चे दा वेख, और फरीद साहब दा हुक्म, फरीद साहब दे दोहे या शलोक कितनी कुछ साडे कोल नियामत है। वारिस शाह, फरीद शाह, सुल्तान बाहू, बुल्ले शाह, रूमी, कितना साडे कोल साहित्य और कल्चर है। अगर उन्हां दे लिखे तो भी असीं नहीं सिखदे। गुरबाणी, ग्रंथ साहिब, कुरान साहिब, दुनिया दे हर उस धर्म दे विच, रामायण दे विच, सब विच असल प्रॉब्लम की है मलिक साहब, असीं रामायण नूं सुणदे हां, असीं रामायण ਦੀ ਕੁਰਾਨ ਸਾਹਿਬ ਦੀ ਸੁਣਨੇ ਆ, ਗ੍ਰੰਥ ਸਾਹਿਬ ਦੀ ਸੁਣਨੇ ਆ, ਅਸੀਂ ਉਹਨਾਂ ਨੂੰ ਅਮਲ ਨਹੀਂ ਕਰਦੇ ਆਪਣੀ ਜ਼ਿੰਦਗੀ। ਅਸੀਂ ਉਹ ਕਰਨਾ, ਜਿਸ ਦਿਨ ਬਿਨਾਂ ਅਮਲ ਹੋਣ ਨੇ ਅਮਲਾਂ ਦੇ ਨਾਲ ਨਵੇੜੇ, ਕਿਸੇ ਨਾਲ ਤੁਹਾਡੇ ਜਾ ਤੋਂ ਕੁਛ ਨਹੀਂ ਹਜੂਰ ਹੋਣੇ ਤੇ ਅਮਲਾਂ ਦੇ ਨਾਲ ਹੀ ਹੈ। ਅਮਲ ਕਰੋ ਤੇ ਸ਼ਾਇਦ ਮੈਂ ਤੇ ਕੁਝ ਕਤਰਾ ਵੀ ਨਹੀਂ ਹੈਗਾ ਇਸ ਦੁਨੀਆ ਦਾ। ਤੁਹਾਡੇ ਵਰਗੇ ਵੱਡੀ ਹਸਤੀਆਂ ਦੇ ਸਾਹਮਣੇ ਦੋਨੋਂ ਜਿਹੜੀਆਂ ਬੈਠੀ ਹੋ, ਪਰ ਮੈਂ ਖੁਸ਼ ਨਸੀਬ ਹਾਂ ਜੋ ਮੈਂ ਕਹਿ ਪਾ ਰਿਹਾ। ਜੀ ਵਾਹ।
ਅਸਲ ਵਿੱਚ ਅਸੀਂ ਖੁਸ਼ ਸਰ, ਹਾਂ। ਤੁਸੀਂ ਸਾਡੇ ਮਨ ਤੇ ਆਏ ਆ, ਤੁਹਾਨੂੰ ਸੁਣਨਾ ਹੀ ਸਾਡੀ ਖੁਸ਼ਨਸੀਬੀ ਹੈ। ਜੀ ਜੀ ਇਹ ਸਰ ਜਿਹੜੀ ਤੁਸੀਂ ਲਾਈਵ ਆਏ ਬਹੁਤ ਪਹਿਲਾਂ, ਅਸੀਂ ਤੇ ਬਹੁਤ ਬਾਅਦ ਚ ਸਿੱਖਿਆ, ਉਦੋਂ ਤੇ ਲੋਕ ਡਰਦੇ ਸੀ ਕਿ ਫਲਾਣ ਲੱਗਿਆ ਵੀ। ਅੱਜ ਜੀ। ਜਿਹੜਾ ਇਹਨੇ ਅੱਜ ਜਿਹੜੀਆਂ ਇਹਨੇ ਕੰਧਾਂ ਢਾਈਆਂ ਨੇ ਇਸ ਸੋਸ਼ਲ ਮੀਡੀਆ ਨੇ, ਔਰ ਸਾਨੂੰ ਆਮਣੇ ਸਾਹਮਣੇ ਬਿਠਾਇਆ ਹੈ, ਇਹ ਤੁਹਾਡੀ ਝਾਤੀ ਤੇ ਪਹਿਲੇ ਹੀ ਪੈ ਗਈ ਸੀ, ਇਹਦੇ ਪਿੱਛੇ ਕੋਈ ਉਸਤਾਦ ਸੀ, ਜਾਂ ਤੁਹਾਨੂੰ ਅੰਦਰੋਂ ਫੀਲ ਹੋਇਆ ਕਿ ਮੀਡੀਅਮ ਬੜਾ ਅਹਿਮ ਹੈ, ਇਹਨੂੰ ਵੇਲੇ ਨਾਲ ਹੀ ਫੜ ਲੈਣਾ ਚਾਹੀਦਾ? ਬਿਲਕੁਲ ਹੈ, ਮੀਡੀਅਮ ਬੜਾ ਅਹਿਮ ਹੈ, ਇਸ ਨੂੰ ਵੇਲੇ ਨਾਲ ਫੜ ਲੈਣਾ ਚਾਹੀਦਾ। ਤੁਹਾਡੇ ਹੀ ਲਫ਼ਜ਼ਾਂ ਨੂੰ ਦੁਹਰਾ ਰਿਹਾ, ਕਿਉਂਕਿ ਹਰ ਚੀਜ਼ ਸ਼ੀਸ਼ੇ ਦੇ ਦੋ ਪਹਿਲੂ ਹੁੰਦੇ ਨੇ। ਉਹਦੇ ਹਰ ਸ਼ੀਸ਼ੇ ਨੂੰ ਅਸੀਂ ਬਹੁਤ ਖੂਬਸੂਰਤ ਆਪਣੀ ਸ਼ਕਲ ਦੇਖਦੇ ਹੋ, ਜਦੋਂ ਵੀ ਸ਼ੀਸ਼ਾ ਦੀਵਾਰ ਤੋਂ ਉਤਾਰੋ ਪਿੱਛੇ ਜਾਲੇ ਲੱਗੇ ਹੁੰਦੇ ਆ ਗੰਦੇ ਗੰਦੇ। ਸੋ ਹੁਣ ਤੁਹਾਡੀ ਇਹ ਕਿ ਤੁਸੀਂ ਕਿਹੜਾ ਪੱਖ ਸਾਹਮਣੇ ਰੱਖਣਾ ਚਾਹੁੰਦੇ ਹੋ। ਇਹੀ ਸੋਸ਼ਲ ਮੀਡੀਆ ਦਾ ਅੱਛਾ ਪੱਖ ਵੀ ਹੈ, ਬੁਰਾ ਪੱਖ ਵੀ ਹਨ। ਅੱਛੇ ਪੱਖ ਨੂੰ ਲਵੋ, ਅੱਛਾਈ ਲੈ ਲਓ, ਕਿਸੇ ਦੀ ਬੁਰਾਈ ਚੱਕ ਕੇ ਅਸੀਂ ਅੱਗੇ ਆਪਣੇ ਕਰਮਾਂ ਦੇ ਬੋਝ ਨਹੀਂ ਸਾਡੇ ਕੋਲੋਂ ਚੱਕੇ ਜਾਂਦੇ, ਲੋਕਾਂ ਦੇ ਕਾਨੂੰ ਚੱਕੀ ਫਿਰਦੇ। ਹਰ ਸ਼ਖਸ ਆਪਣੇ ਆਪ 'ਚ ਸੰਪੂਰਨ ਹੈ, ਹਰ ਸ਼ਖਸ। ਮੈਂ ਹਮੇਸ਼ਾ, ਮੇਰਾ ਇੱਕ ਨਵਾਂ ਹੁਣ ਆਏਗਾ, ਤੁਸੀਂ ਦੇਖਿਓ ਫਿਲਮ में बन रही है बॉडी शेमिंग ਦੇ ਉੱਤੇ। ਯਾਰ ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਛੋਟਾ ਹੈ, ਕੋਈ ਮੋਟਾ ਹੈ, ਕਿਆ ਫਰਕ ਪੈਂਦਾ ਹੈ? ਇਹ ਕੁਦਰਤ ਨੇ ਤੁਹਾਨੂੰ ਬਣਾਇਆ ਹੈ, ਉਹ ਤੁਹਾਡੇ ਕਰਮਾਂ, ਤੁਹਾਡੇ ਵਾਤਾਵਰਨ ਦੇ ਹਿਸਾਬ ਨਾਲ। ਅਗਰ ਕਿਸੇ ਨੂੰ ਅਫਰੀਕਾ 'ਚ ਪੈਦਾ ਕਰਤਾ, ਵਿਚਾਰੇ ਦਾ ਰੰਗ ਕਾਲਾ ਹੋ ਗਿਆ, ਕਿਸੇ ਨੂੰ ਕਿਤੇ ਯੂਰਪ 'ਚ ਕਰਤਾ। ਕਹਿੰਦੇ ਨੇ ਕਿ ਰੰਗ ਨਾਲ ਕਿਸੇ ਦੀ ਅਹਿਮੀਅਤ ਨਹੀਂ, ਉਹਦੇ ਗੁਣਾਂ ਨਾਲ ਹੁੰਦੀ ਹੈ। सफ़ेद रंग में अगर वफा होती, अमन जी, सफ़ेद रंग में अगर वफा होती तो आज नमक जख्मों की दवा होती। ਵਾਹ, ਇਹ ਤੁਸੀਂ ਖਾਸ ਤੌਰ ਤੇ ਅਮਨਦੀਪ ਦਾ ਨਾਮ ਲੈ ਕੇ ਕਿਹਾ ਵੇ। नहीं ਤੁਸੀਂ ਉਸ ਤੋਂ ਜ਼ਿਆਦਾ ਗੋਰੇ ਲੱਗ ਰਹੇ ਹੋ, ਪਰ ਹੁਣ ਉਹ ਮੈਂ ਕੁੜੀਆਂ ਨੂੰ ਫੇਰ ਅੰਗਵਲੀ ਜ਼ਿਆਦਾ। ਕਿਹੜਾ ਬਾਤ। ਅੱਛਾ ਦੇਖੋ ਜੀ, ਤੇਰੇ ਕੋਲ ਤੁਹਾਡੇ ਕੋਲ ਜਵਾਬ ਨੇ। ਜਿਸ ਤਰ੍ਹਾਂ ਇੱਕ ਚੀਜ਼ ਹੋਰ ਮੈਂ ਕਵਾਂ, ਅਮਨਦੀਪ ਦੇ ਹਿੱਸੇ ਦਾ ਸਵਾਲ, ਕਿ ਤੁਹਾਡੀ ਹਰ ਜਿਹੜੀ ਚੀਜ਼ ਹੈ ਨਾ ਜੀ, ਗੁਫ਼ਤਗੂ, ਫਿਲਮ, ਮੌਜ਼ੂ ਔਰ ਸ਼ਾਇਰੀ, ਜਿਹੜੀ ਤੁਹਾਡੀ ਸਿਲੈਕਸ਼ਨ ਹੈ, ਇਹ ਸਾਰੇ 'ਚ ਇਨਸਾਨੀਅਤ ਝਲਕਦੀ ਹੈ। ਤੇ ਤੁਹਾਡਾ ਕੋਈ ਐਸਾ ਉਸਤਾਦ ਔਰ ਮੁਰਸ਼ਦ ਸੀ ਜਿਹਨੇ ਤੁਹਾਨੂੰ ਜਾਗ ਲਾਈ ਕਿ ਇਨਸਾਨਾਂ ਨਾਲ ਪਿਆਰ ਤੁਹਾਡੇ ਦਿਲ 'ਚ ਪਾਤਾ, ਤੁਹਾਡੀ ਮਿੱਟੀ 'ਚ ਗੁਣ ਦਿੱਤਾ? ਬਿਨਾਂ ਮੁਰਸ਼ਿਦ ਦੇ ਕੁਝ ਹੋ ਨਹੀਂ ਸਕਦਾ। ਮੁਰਸ਼ਿਦ ਤਾਂ ਹੈ, ਸਭ ਦਾ ਮੁਰਸ਼ਿਦ ਹੈ, ਉਹ ਸਾਡੇ ਦਿਲ ਵਿੱਚ ਹੈ, ਸਾਡੇ ਅੰਦਰ ਹੈ, ਸਾਡੇ ਵਜੂਦ ਵਿੱਚ ਹੈ। ਉਹ ਮੁਰਸ਼ਿਦ ਦੀ ਹੀ ਅੱਜ ਬਰਕਤ ਹੈ ਕਿ ਇੰਨਾ ਕੁਝ ਮੈਂ ਬੋਲ ਪਾ ਰਿਹਾ, ਇੰਨਾ ਕਰਨ ਪਾ ਰਿਹਾ। ਤਾਂ ਵਾਰੀ ਜਾਣਾ ਚਾਹੀਦਾ ਆਪਣੇ ਮੁਰਸ਼ਿਦ ਤੋਂ। ਆਪਣਾ ਮੁਰਸ਼ਿਦ ਤੋਂ ਉੱਤੇ ਕੁਝ ਨਹੀਂ ਹੁੰਦਾ ਆਪਣੇ ਜ਼ਿੰਦਗੀ ਦੇ ਵਿੱਚ। ਬਿਨਾਂ, ਸਭ ਤੋਂ ਪਹਿਲਾਂ ਮੁਰਸ਼ਿਦ ਤੁਹਾਡੀ ਮਾਂ ਹੁੰਦੀ ਹੈ ਜ਼ਿੰਦਗੀ ਦੇ ਵਿੱਚ, ਫਿਰ ਮੁਰਸ਼ਿਦ ਤੁਹਾਡੇ ਟੀਚਰ ਹੁੰਦੇ ਹਨ, ਫਿਰ ਤੁਹਾਡੀ ਜ਼ਿੰਦਗੀ ਚੱਲਦੀ ਹੈ ਤੁਹਾਡੇ ਅੱਗੇ। ਫਿਰ ਹੋਰ ਸਿਖਾਉਣ ਵਾਲੇ ਜੋ ਟੈਕਨੀਕਲ ਤੁਹਾਨੂੰ ਸਿਖਾਉਂਦੇ ਹਨ, ਉਹ ਵੀ ਤੁਹਾਡੇ ਮੁਰਸ਼ਿਦ ਹੁੰਦੇ ਹਨ। ਫਿਰ ਤੁਹਾਨੂੰ ਗੁਰੂ ਮਿਲਦਾ ਹੈ ਜਿਹੜਾ ਤੁਹਾਨੂੰ ਆਵਾਗਮਨ ਦੇ ਚੱਕਰ ਤੋਂ ਬਚਾ ਜਾਂਦਾ ਹੈ। ਉਹ ਸਾਰੇ ਦੁਨੀਆਦਾਰੀ ਦੇ ਮੁਰਸ਼ਿਦ ਹਨ, ਤੇ ਉਹ ਤੁਹਾਨੂੰ ਉਹ ਧੁਰ ਦਰਗਾਹ ਪਹੁੰਚਾਉਣ ਵਾਲਿਆ ਹੁੰਦਾ ਹੈ। 9 ਦੁਆਰਾਂ ਚੋਂ ਕੱਢ ਕੇ, 9 ਦੁਆਰ ਸਾਡੀ ਜ਼ਿੰਦਗੀ 'ਚ ਹੁੰਦੇ ਹਨ। ਅੱਖਾਂ, ਕੰਨ, ਮੂੰਹ, ਨੱਕ, 2 ਨੀਚੇ ਦੇ ਸੁਰਾਖ ਹੁੰਦੇ ਹਨ, ਜਿਨ੍ਹਾਂ ਤੋਂ ਮੈਲ ਹੀ ਮੈਲ ਹੈ। 10 ਦੁਆਰੇ ਮੈਲ ਹੈ, ਸਭ ਗੰਦਮ ਗੰਦਾ, ਸਾਚਾ ਤੇਰਾ ਨਾਮ ਹੈ, ਬਿਸਰੇ ਸੋ ਅੰਧਾ। ਸੋ 10ਮ ਦੁਆਰ ਜੋ ਇਸ ਜਗ੍ਹਾ ਤੇ ਹੈ, ਜਿਸ ਨੂੰ ਤੀਸਰੀ ਅੱਖ ਕਹਿ ਲੈਂਦੇ ਹੋ, ਜਾਂ ਤੁਸੀਂ ਜੋ ਵੀ ਕਹਿ ਲੈਂਦੇ ਹੋ, 10ਮ ਦੁਆਰ ਕਹਿੰਦੇ ਹੋ, ਉਹੀ ਸੱਚਾ ਹੈ, ਉੱਥੋਂ ਹੀ ਰਸਤਾ ਹੈ। ਖੁਦਾ ਸਾਡੇ ਅੰਦਰ ਹੈ, ਦਿਸਦਾ ਹੈ, ਕੋਈ ਸ਼ੱਕ ਨਹੀਂ, ਸਾਡੀ ਵੇਖਣ ਵਾਲੀ ਅੱਖ ਨਹੀਂ। ਉਹਦੇ ਯਾਰ ਨਿਰਾਲੇ ਨੇ, ਪੱਥਰਾਂ ਚੋਂ ਲੱਭ ਲੈਂਦੇ ਜਿਹੜੇ ਅੱਖੀਆਂ ਵਾਲੇ। ਸੋ ਉਸ ਨੂੰ, ਉਹ ਬਿਨਾਂ ਮੁਰਸ਼ਿਦ ਦੇ ਉਹ ਨਹੀਂ ਮਿਲ ਸਕਦਾ। ਉਹ ਰਸਤਾ ਹੀ ਮੁਰਸ਼ਿਦ ਤੋਂ ਹੈ। ਉਹ ਕਹਿੰਦੇ ਆ ਨਾ ਕੁੜੀਏ ਕਿ ਚਿੱਟੀ ਚੱਦਰ ਲਾ ਸੁੱਟ ਕੁੜੀਏ ਤੇ ਲੈ ਫਕੀਰਾਂ ਦੀ ਲੋਈ, ਚਿੱਟੀ ਚੱਦਰ ਨੂੰ ਦਾਗ ਹਜ਼ਾਰਾਂ ਤੇ ਲੋਈ ਨੂੰ ਦਾਗ ਨਾ ਕੋਈ। ਸੋ ਉਹੀ ਚੀਜ਼ਾਂ ਨੇ ਕਿ ਅੰਦਰ ਤੇਰੇ ਢੇਰ ਮੈਲ ਦਾ ਤੋਤਾ ਮੂਲ ਨਾ ਜਾਵੇ, ਗੰਦੀ ਥਾਂ ਤੇ ਕੁੱਤਾ ਵੀ ਨਹੀਂ ਬਹਿੰਦਾ, ਤੇਰਾ ਰੱਬ ਕਿਸ ਤਰ੍ਹਾਂ ਆਵੇ। ਉਹ ਕਟੋਰਾ, ਉਹ ਬਰਤਨ ਸਾਫ਼ ਕਰਨਾ ਹਜ਼ੂਰ, ਉਹ ਬਰਤਨ ਉਹ ਮੁਰਸ਼ਿਦ ਸਿਖਾਉਂਦਾ ਸਿਰਫ, और कोई नहीं सिखा सकता जी। अच्छा सर, जी अमन जी करो। हाँ जी सर, मैं मेरा अगला सवाल है ਤੁਹਾਨੂੰ ਕਿ ਤੁਸੀਂ ਕੈਂਸਰ ਦੇ ਜਿਹੜੇ ਲੋੜਵੰਦ ਜਿਹੜੇ ਲੋਕ ਨੇ, ਜਾਂ ਕੈਂਸਰ ਤੋਂ ਪੀੜਤ ਨੇ, ਲੋੜਵੰਦ ਲੋਕ ਨੇ, ਉਹਨਾਂ ਦੀ ਮਦਦ ਕਰ ਰਹੇ ਹੋ। ਉਹਦੇ ਨਾਲ ਨਾਲ ਜਿਹੜੇ ਲੋੜਵੰਦ ਬੱਚੇ ਨੇ ਪੜ੍ਹਾਈ ਦੇ ਵਿੱਚ, ਉਹਨਾਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹੋ। ਇੰਨੇ ਸਾਰੇ ਨੋਬਲ ਕੋਰਸਿਸ ਕਰਨ ਦੇ ਬਾਵਜੂਦ ਵੀ ਤੁਹਾਨੂੰ ਕਿਸੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਗਰ ਮੁਸ਼ਕਲਾਂ ਆਈਆਂ ਤਾਂ ਤੁਸੀਂ ਉਹਨਾਂ ਨੂੰ ਓਵਰਕਮ ਕਿਵੇਂ ਕੀਤਾ? नहीं, कोई मुश्किल नहीं आती जो तुम कुछ करना चाहते हो, कोई मुश्किल नहीं आती। और वैसे भी ਜਿਹੜੇ ਕੰਮ ਨੇ, ਮੈਂ ਕੋਈ ਪਤਾ ਨਹੀਂ ਤੁਸੀਂ ਕੁਐਸਚਨ ਚੁੱਕਿਆ, ਆਮ ਤੌਰ ਤੇ ਮੈਂ ਜਵਾਬ ਨਹੀਂ ਦਿੰਦਾ, ਕਿਉਂਕਿ ਇਹ ਸਾਡੇ ਪਰਸਨਲ ਹੁੰਦੇ ਨੇ, ਜੋ ਇੱਕ ਹੱਥ ਨੂੰ ਕਰੋ ਦੂਜੇ ਹੱਥ ਨੂੰ ਪਤਾ ਨਹੀਂ ਹੋਣਾ ਚਾਹੀਦਾ, ਦੁਨੀਆ ਨੂੰ ਨਹੀਂ ਦਿਖਾਣਾ ਇਸ ਚੀਜ਼ ਨੂੰ। ਬਟ ਕੋਈ ਮੁਸ਼ਕਿਲ ਨਹੀਂ ਹੁੰਦੀ, ਜਿੰਨੀ ਤੁਹਾਡੀ ਸਮਰਥ ਹੈ। ਹਰ ਇਨਸਾਨ ਨੂੰ ਦਸਵੰਤ ਸਾਡੀ ਗੁਰਬਾਣੀ ਚਾਹੁੰਦਾ ਹੈ ਕਿ ਦਸਵੰਤ ਜ਼ਰੂਰ ਕੱਢਣਾ ਚਾਹੀਦਾ। ਬਸ ਉਸ ਦਸਵੰਤ ਵਿੱਚੋਂ ਹੀ ਸੇਵਾ ਹੋਣੀ ਚਾਹੀਦੀ ਹੈ। ਜਿੰਨੀ ਕਰ ਸਕਦੇ ਹੋ ਕਰੋ, ਕਿਉਂਕਿ ਪਸ਼ੂ ਪਕਸ਼ੀ ਸਾਡੀ ਹੈਲਪ ਕਰਨ ਨੂੰ ਆ ਨਹੀਂ ਸਕਦੇ, ਪੇੜ ਪੌਦੇ ਚੱਲ ਨਹੀਂ ਸਕਦੇ, ਇਨਸਾਨ ਹੀ ਇਨਸਾਨ ਦੀ ਮਦਦ ਕਰ ਸਕਦਾ ਹੈ। ਸਾਨੂੰ ਸਭ ਦੀ ਮਦਦ ਕਰਨੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਹਾਲਾਤ 'ਚ ਬੰਦਾ ਹੋਵੇ, ਕਿਸੇ ਧਰਮ, ਕਿਸੇ ਜਾਤੀ ਦਾ ਹੋਏ। ਅਗਰ ਅਸੀਂ ਕਿਸੇ ਦੀ ਮਦਦ ਕਰਾਂਗੇ ਨਾ, ਤਾਂ ਹੀ ਸਾਡੀ ਮਦਦ ਹੋਊਗੀ, ਤਾਂ ਹੀ ਉਹ ਸਾਡੀ ਬਾਂਹ ਪਕੜੇਗਾ।
ਜਾਂਦੇ ਵਕਤ, ਨਹੀਂ ਤੇ ਉਹਨੇ ਵੀ ਕਹਿਣਾ ਕਿ ਭਾਈ ਜੇ ਤੂੰ ਮੂੰਹ, ਕਿਉਂਕਿ ਉਹ ਕਿਸ ਰੂਪ ਚ ਆਵੇ। ਇੱਕ ਬਹੁਤ ਅੱਛਾ ਇੱਕ ਸੀਗਾ ਕਿ ਨਾ ਜਾने किस वेश में तुलसी इस संसार में सबसे मिलिए धाए, ना जाने किस वेश में नारायण मिल जाए। ਉਹ ਕਿਸ ਰੂਪ ਚ ਆ ਜਾਂਦਾ ਹੈ। ਹਰ ਇੱਕ ਦੀ ਮਦਦ ਕਰੋ, ਹਰ ਇੱਕ ਦੀ ਮਦਦ ਕਰੋ, ਔਰ ਕਰਨੀ ਵੀ ਚਾਹੀਦੀ, ਸਭ ਨੂੰ ਕਰਨੀ ਚਾਹੀਦੀ ਜੀ। ਅੱਛਾ ਸਰ, ਇਹ ਡਾਕਟਰ ਸਾਹਿਬ ਜਿਸ ਤਰ੍ਹਾਂ ਇਤਫਾਕ ਹੈ, ਮੇਰਾ ਸਵਾਲ ਦੇਣ ਚ ਆਇਆ ਤੁਹਾਨੂੰ ਵੇਖ ਕੇ, ਕਿਸ ਤਰ੍ਹਾਂ ਵਾਰ ਜਿਹੜਾ ਹੈ ਤੁਹਾਡੇ ਫੇਸ ਦੇ ਸਾਹਮਣੇ ਥੋੜਾ ਥੋੜਾ ਆ ਰਿਹਾ ਹੈ। ਅੱਛਾ ਮੈਂ ਹਟਾ ਦੇਵਾਂ। ਅੱਛਾ, ਇਹ ਇੱਥੋਂ ਹਟਾ ਦਿੱਤਾ ਹੈ, ਲੇਕਿਨ ਜਦੋਂ ਕਿਸੇ ਨੂੰ ਪੁਜ਼ੀਰਾਈ ਮਿਲਦੀ ਹੈ, ਡਾਇਰੈਕਟਰ ਨੂੰ, ਫਿਲਮਸਾਜ਼ ਨੂੰ, ਫਨਕਾਰ ਨੂੰ, ਉਹਦੇ ਤੇ ਜਨਤਾ ਦੇ ਵਿੱਚ ਵੀ ਅਵਾਰਡ ਆ ਜਾਂਦਾ ਹੈ। ਇੰਜ ਵੀ ਹੁੰਦਾ ਹੈ, ਵੇਖਣ ਚ ਆਇਆ ਕਿ ਕਿਸੇ ਨੂੰ ਪੁਜ਼ੀਰਾਈ ਮਿਲ ਜਾਂਦੀ ਹੈ, ਉਹਦਾ ਉਹ ਮਸਲਾ ਨਹੀਂ ਰਹਿੰਦਾ, ਲੋਕਾਂ ਨਾਲ ਉਨੀ ਜੁੜਤ ਨਹੀਂ ਰਹਿ ਜਾਂਦੀ। ਇਹਦੇ ਤੋਂ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤੇ ਸਭ ਤੋਂ ਵੱਡਾ ਦੌਲਤ ਔਰ ਸ਼ੋਹਰਤ ਜਿਹੜੀ ਹੈ ਨਾ, ਉਹ ਬੰਦੇ ਨੂੰ 3 ਫੁੱਟ ਉੱਤੇ ਚੱਕ ਦਿੰਦੀ ਹੈ ਜ਼ਮੀਨ ਤੋਂ। ਲੇਕਿਨ ਹਮੇਸ਼ਾ ਆਪਣੇ ਪੈਰ ਜ਼ਮੀਨ ਤੇ ਰੱਖਣੇ ਚਾਹੀਦੇ ਹਨ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣਾ ਵਜੂਦ ਛੱਡ ਦਿੰਦੇ ਹੋ, ਜਿਹੜਾ ਪੇੜ ਜੜ ਛੱਡ ਦਿੰਦਾ ਹੈ ਉਹ ਪੇੜ ਕਦੇ ਵੀ ਕਾਮਯਾਬ ਨਹੀਂ ਹੁੰਦਾ, ਉਹ ਸੁੱਕ ਜਾਂਦਾ ਹੈ ਬਹੁਤ ਜਲਦੀ। तो अपनी जड़ कदे नहीं छड्डनी चाहिए। और ਅਸੀਂ ਉੱਚਾ ਹੋ ਕੇ ਕਰਨਾ ਕੀ ਹੈ, ਕਿਉਂਕਿ ਉੱਤੋਂ ਜਦੋਂ ਡਿੱਗਦੇ ਹੋ ਨਾ, ਹੱਡੀਆਂ ਪਸਲੀਆਂ ਟੁੱਟ ਜਾਂਦੀਆਂ। ਜ਼ਮੀਨ ਤੇ ਫਿਰ ਵੀ ਡਿੱਗੋਗੇ ਤੇ ਤੁਸੀਂ ਸੰਭਲ ਸਕਦੇ ਹੋ ਥੋੜੇ ਬਹੁਤ। ਸੋ ਜ਼ਮੀਨ ਤੇ ਰਹੋ, ਵਿਨਮਰ ਰਹੋ, ਜਿੱਦਾਂ ਦੇ ਹੋ ਉਦਾਂ ਦੇ ਰਹੋ। ਕੀ ਲੋੜ ਹੈ ਬਦਲਣ ਦੀ? ਕਿਉਂਕਿ ਤੁਸੀਂ ਚੰਗੇ ਤਦ ਹੀ ਲੱਗੇ ਸੀ। ਮਲਿਕ ਸਾਹਿਬ ਤੁਸੀਂ ਚੰਗੇ ਤਦ ਲੱਗ ਰਹੇ ਹੋ ਜਿੱਦਾਂ ਤੁਸੀਂ ਹੋ। ਅਮਨ ਤੁਸੀਂ ਚੰਗੇ ਤਦ ਲੱਗ ਰਹੇ ਹੋ ਜਿੱਦਾਂ ਤੁਸੀਂ ਹੋ। ਜੇ ਤੁਹਾਨੂੰ ਅਸੀਂ ਬਦਲ ਹੀ ਦਿੱਤਾ ਤੇ ਫਿਰ ਤੁਸੀਂ ਉਹ ਚੰਗਾਈ ਤੇ ਸਭ ਖਤਮ ਹੋ ਗਈ ਨਾ। ਉਹ ਚੰਗਾਈ ਜਿਹੜੀ ਹੈ, ਉਹ ਕਹਿੰਦੇ ਆ ਕਿ ਅਸਲ 'ਚ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਦੁੱਖਾਂ ਨੂੰ ਇਨਵਾਈਟ ਕਰਨੇ ਆ। ਦੁੱਖਾਂ ਦੇ ਲੱਖ ਪ੍ਰਕਾਲੇ ਕੀਤੇ, ਬੰਨੀ ਸੁੱਖ ਦੀ ਇੱਕ ਨਾ ਪੂਲੀ। ਸ਼ਾਹ ਸ਼ਮਸ ਪਰਵੇਜ਼ ਦੀ ਖੱਲ ਲਵਾਈ ਤੇ ਮਨਸੂਰ ਚੜਾਇਆ ਸੂਲੀ। ਬੁਲਿਆ ਰੱਬ ਦੇ ਆਸ਼ਕਾਂ ਨਾਲ ਲੋਕਾਂ ਨੇ ਉਹੀ ਕਰਨਾ, ਤੂੰ ਕਿਹੜੇ ਬਾਗ ਦੀ ਮੂਲੀ। ਤੇ ਅਸੀਂ ਕਿਹੜੇ ਬਾਗ ਦੀ ਮੂਲੀਆਂ। ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ ਨਾਲੋਂ ਪੜਦਾ। ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾਨੂੰ ਚੜਦਾ। ਇਸ ਕਰਕੇ ਹਜੂਰ ਚੁੱਪੀ ਔਰ ਵਿਨਮਰਤਾ, ਝੁੱਕੇ ਨੂੰ ਝੁੱਕੇ ਰਹੋ ਤੇ ਸ਼ਾਇਦ ਉਹ ਥਾਪੀ ਦੇ ਜਾਊਗਾ। ਜੇ ਅਕੜ ਕੇ ਚੱਲੋਗੇ ਤੇ ਫਿਰ ਉਹ ਮੁਰਸ਼ਿਦ ਕੀ ਤੇ ਸਤਿਗੁਰੂ ਕੀ ਕੋਈ ਤੁਹਾਡਾ ਹੈਲਪ ਨਹੀਂ ਕਰ ਸਕਦਾ। ਜੀ ਹਜੂਰ। ਸਰ, ਜਿਵੇਂ ਕਿ ਤੁਸੀਂ ਦੱਸਿਆ ਕਿ ਡਿਪਰੈਸ਼ਨ ਦੇ ਵਿੱਚ ਜਿਹੜੇ ਲੋਕ ਨੇ, ਤਣਾਅ ਦੇ ਵਿੱਚ ਲੋਕ ਨੇ, ਕਿ ਤੁਸੀਂ ਥੋੜਾ ਸਾਨੂੰ ਦੱਸਿਆ ਵੀ ਕਿ ਤੁਸੀਂ ਦੱਸੀ ਹੈ ਆਪਣੀ ਲਾਈਫ ਦੇ ਵਿੱਚ ਕਿ ਇਸ ਤਰ੍ਹਾਂ ਕੋਈ ਸੀਗੇ ਪਰਸਨ, ਤੁਸੀਂ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਮਦਦ ਕੀਤੀ। ਤੁਸੀਂ ਇੱਕ ਜਾਨ ਬਚਾਈ ਹੈ, ਤੁਸੀਂ ਉਹਨਾਂ ਦੇ ਲਈ ਇੱਕ ਮਸੀਹਾ ਸੀ। ਤੇ ਮਸੀਹਾ ਹੋ ਵੀ ਬਹੁਤ ਸਾਰੇ ਯੂਥ ਦੇ ਲਈ, ਹਰ ਇੱਕ ਇਨਸਾਨ ਦੇ ਲਈ, ਕਿਉਂਕਿ ਤੁਸੀਂ ਆਪਣੀਆਂ ਅੱਛੀਆਂ ਪੋਸਟ ਪਾਉਂਦੇ ਹੋ, ਅੱਛੇ ਆਪਣੇ ਥਾਟਸ ਲੋਕਾਂ ਦੇ ਨਾਲ ਸ਼ੇਅਰ ਕਰਦੇ ਹੋ, ਪਰਸਨਲੀ ਵੀ ਐਜ਼ ਵੈਲ ਐਜ਼ ਔਨ ਦਾ ਫੇਸਬੁੱਕ, ਮਤਲਬ ਹਰ ਜਗ੍ਹਾ ਤੁਸੀਂ ਸੋਸ਼ਲ ਸਾਈਟਸ ਤੇ ਕਰਦੇ ਹੋ। ਤੇ ਕਿਵੇਂ ਤੁਹਾਡੇ ਇਹ ਚੀਜ਼ਾਂ ਅੰਦਰੋਂ ਮਨ ਦੇ ਵਿੱਚੋਂ ਕਿਵੇਂ ਆਉਂਦੀਆਂ ਨੇ ਕਿ ਮੈਂ ਇਹ ਵਿਚਾਰ ਅੱਜ ਮੈਂ ਲੋਕਾਂ ਅੱਗੇ ਪੇਸ਼ ਕਰ ਸਕਦਾ ਹਾਂ, ਜਾਂ ਮੇਰੇ ਇਸ ਵਿਚਾਰ ਦੇ ਨਾਲ ਕੁਝ ਪੋਜ਼ਿਟਿਵਿਟੀ ਮਿਲ ਸਕਦੀ ਹੈ? ਕਿਵੇਂ ਤੁਹਾਡੇ ਉੱਪਰ ਦਾ ਨਹੀਂ ਵਿਚਾਰ ਨੇ? ਦੇਖੋ, ਮੈਂ ਰੋਜ਼ ਜਦੋਂ ਸਵੇਰੇ ਉੱਠਦਾ ਹਾਂ ਔਰ ਮੈਂ ਸੋਚਦਾ ਹਾਂ ਕਿ ਕਿਹੜੀ ਇੱਕ ਗੱਲ ਹੈ ਜੋ ਮੈਨੂੰ ਅੱਛੀ ਨਹੀਂ ਲੱਗ ਰਹੀ, ਜਿਹੜੀ ਮੈਨੂੰ ਪਰੇਸ਼ਾਨ ਕਰ ਰਹੀ। ਨੈਚੁਰਲੀ ਉਹ ਹਰ ਆਦਮੀ ਨੂੰ ਪਰੇਸ਼ਾਨ ਕਰਦੀ, ਆਪਣੇ ਆਸ-ਪਾਸ ਘਟਦੀਆਂ। ਉਹ ਫਿਰ ਸੋਚੀਦਾ ਇਸ ਨੂੰ ਪੋਜ਼ਿਟਿਵ ਕਿਵੇਂ ਕੀਤਾ ਜਾਵੇ ਆਪ ਉਸ ਗੱਲ ਨੂੰ। ਔਰ ਜਦੋਂ ਤੁਸੀਂ ਉਹਨੂੰ ਪੋਜ਼ਿਟਿਵ ਕਰ ਦਿੰਦੇ ਹੋ, ਜਦ ਤੁਸੀਂ ਉਹਨੂੰ ਸੱਚੇ ਰਾਹ ਤੇ ਪਾ ਦਿੰਦੇ ਹੋ, ਜਦ ਤੁਸੀਂ ਉਹਨੂੰ ਰੱਬ ਦੇ ਵੱਲ ਮੋੜ ਦਿੰਦੇ ਹੋ, ਤੁਸੀਂ ਇਨਸਾਨੀਅਤ ਦੇ ਵੱਲ ਮੋੜ ਦਿੰਦੇ ਹੋ, ਫਿਰ ਉਹ ਗੱਲ ਪਵਿੱਤਰ ਹੋ ਜਾਂਦੀ ਹੈ ਆਟੋਮੈਟਿਕਲੀ। ਉਹਦੇ ਅੰਦਰ ਸੋਝ ਆ ਜਾਂਦੀ, ਸਾਜ਼ ਆ ਜਾਂਦਾ ਹੈ, ਮੌਸੀਕੀ ਆ ਜਾਂਦੀ ਹੈ, ਉਹਦੇ ਅੰਦਰ ਜਲ ਤਰੰਗ ਵੱਜਣ ਲੱਗ ਪੈਂਦੇ। ਕਿਉਂਕਿ ਸੁਲਤਾਨ ਬਾਹੂ ਨੇ ਬਹੁਤ ਖੂਬਸੂਰਤ ਕਿਹਾ, ਸੁਣ ਫਰਿਆਦ ਪੀਰਾਂ ਦੇ ਆ ਪੀਰਾ, ਵੇ ਮੈਂ ਆਖ ਸੁਣਾਵਾਂ ਤੈਨੂੰ ਹੂੰ, ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਤੇ ਮੇਰੇ ਜਿਹਾ ਲੱਖ ਤੈਨੂੰ ਹੂੰ। ਖੋਲ ਨਾ ਕਾਗਜ਼ ਬਦੀਆਂ ਵਾਲੇ, ਦਰ ਤੋਂ ਨਾ ਤੱਕੀ ਮੈਨੂੰ ਹੂੰ। ਓਏ ਮੈਂ ਵਿੱਚ ਐਡ ਗੁਨਾਹ ਨਾ ਹੁੰਦੇ, ਤੂੰ ਬਖਸ਼ਿੰਦੋ ਕਹਿੰਦੇ। ਇਹ ਸਾਡੇ ਅੰਦਰ ਹੈ ਹੀ ਹੈ ਨੇ, ਉਹ ਬਖਸ਼ਣ ਹਾਰ ਹੈ। ਬਸ ਉਹਦੇ ਅੱਗੇ ਹਮੇਸ਼ਾ ਹੱਥ ਜੋੜੋ, ਬਖਸ਼ ਦੇ, ਬਖਸ਼ ਦੇ, ਬਖਸ਼ ਦੇ, ਬਖਸ਼ ਦੇ। ਕਿਉਂਕਿ ਅਸੀਂ ਭੁੱਲਣ ਹਾਰੇ ਹਾਂ, ਬਹੁਤ ਗਲਤੀਆਂ ਹੁੰਦੀਆਂ ਸਾਡੇ ਕੋਲੋਂ, ਅਸੀਂ ਪਾਪਾਂ ਦੇ ਭਰੇ ਹੋਏ ਹਾਂ, ਅਸੀਂ ਇਨਸਾਨ ਗਲਤੀਆਂ ਦਾ ਪੁਤਲਾ ਹੈ। ਬਸ ਉਹੀ ਬਖਸ਼ ਦੇ ਤੋਂ ਬਖਸ਼ ਦੇ ਜੀ। ਵਾਹ। ਅੱਛਾ ਜੀ, ਸੋਹਨ ਬੈਨੀਪਾਲ ਦੀ ਔਰ ਹੈਰੀ ਗੁੰਦਰ, ਅੱਛਾ ਉਸ ਤੋਂ ਬਾਅਦ ਮਨਪ੍ਰੀਤ ਕੌਰ ਔਰ ਦੀਪਕ ਧਿਮਨ ਜਾਂ ਧਿਮਾਨ, ਮੇਰੇ ਕੋਲ ਜ਼ਰਾ ਤਲਫੁਜ਼ ਗਲਤ ਹੋ ਜਾਂਦਾ ਹੈ, ਤੇ ਅਫਜ਼ਲ ਪਾਰਸਰੀ ਔਰ ਪੂਨਮ ਜੈਸਨ। ਇਹ ਸਾਰੇ ਦੋਸਤ ਹੀ ਡਾਕਟਰ ਸਾਹਿਬ ਨੂੰ ਜੀ ਆਇਆਂ ਨੂੰ ਆਖਰੇ, ਉਹਨਾਂ ਦੀ ਗੁਫ਼ਤਗੂ ਨੂੰ ਪਸੰਦ ਕਰ ਰਹੇ ਨੇ। ਤੇ ਤੁਹਾਡੀ ਇਹ ਡਾਕਟਰ ਸਾਹਿਬ ਜਿਹੜੇ ਅਸੀਂ ਕਮੈਂਟ ਵੇਖ ਰਹੇ ਹਾਂ, ਕਿ ਤੁਸੀਂ ਵੀ ਪ੍ਰੋਗਰਾਮ ਤੋਂ ਫੌਰਨ ਬਾਅਦ ਵੇਖ ਸਕੋਗੇ
ਸਾਡੇ ਪੇਜਾਂ ਤੇ ਪੰਜਾਬੀ ਖਾਤੇ ਕੀਮਤੀ ਗੱਲਾਂ ਤੇ ਤੁਸੀਂ ਯਕੀਨਨ ਨੇ ਵੇਖੋਗੇ, ਉਹਨਾਂ ਨੂੰ ਜਵਾਬ ਵੀ ਦਿਓਗੇ ਜਦੋਂ ਤੁਹਾਡੇ ਨਾਲ ਪਿਆਰ ਕਰ ਰਹੇ ਨੇ। ਮੈਂ ਸਰ ਇਹ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਫਿਲਮ ਬਣਾਈ, ਤੁਸੀਂ ਡਾਇਰੈਕਟਰ ਹੋ, ਤੁਸੀਂ ਰਾਈਟਰ ਹੋ, ਤੁਸੀਂ ਐਨੀਮੇਸ਼ਨ ਦੀ ਫੀਲਡ ਚਲੇ ਗਏ। ਅੱਛਾ, ਇਹ ਵੀ ਇਜ਼ਹਾਰ ਹੀ ਹੁੰਦਾ ਫਨਕਾਰ ਦਾ, ਕੋਈ ਫਿਲਮ ਰਾਹੀਂ ਆਪਣੇ ਜਜ਼ਬਿਆਂ ਦਾ, ਵਿਚਾਰਾਂ ਦਾ ਇਜ਼ਹਾਰ ਕਰ ਰਿਹਾ ਹੁੰਦਾ। ਲੇਕਿਨ ਇਹਨਾਂ ਦੇ ਬਾਵਜੂਦ ਤੁਹਾਡੇ ਅੰਦਰ ਕੋਈ ਐਸੀ ਲੱਗਣ ਸੀ ਕਿ ਤੁਸੀਂ ਮੋਟੀਵੇਸ਼ਨਲ ਸਪੀਕਰ ਦੇ ਤੌਰ ਤੇ ਜਾ ਕੇ ਗੱਲ ਵੀ ਕਰਦੇ ਹੋ ਆਪਣੇ ਸਾਹਮਣੇ। ਇਹਦਾ ਮਤਲਬ ਹੈ ਕਿ ਸਾਰਾ ਕੁਝ ਕਰਕੇ ਵੀ ਤੁਹਾਨੂੰ ਤਸੱਲੀ ਨਹੀਂ ਹੁੰਦੀ ਕਿ ਮੈਂ ਹੋਰ ਇਨਸਾਨਾਂ ਲਈ ਕੁਝ ਕਰਾਂ, ਤੇ ਹੁਣ ਇਹਦੇ ਤੇ ਜਾ ਕੇ ਤਸੱਲੀ ਹੈ ਮੋਟੀਵੇਸ਼ਨਲ ਸਪੀਕਰ ਦੇ, ਇਸ ਤੋਂ ਅੱਗੇ ਕੋਈ ਜਹਾਨ ਵੇਖਣਾ ਹੈ? ਨਹੀਂ, ਦੇਖੋ ਮੇਰਾ ਇੱਕ ਜ਼ਾਤੀ ਤਜਰਬਾ ਹੈ ਕਿ ਅਸੀਂ ਸਿਰਫ ਮੰਗਣਾ ਜਾਣਦੇ ਹਾਂ, ਦੇਣਾ ਨਹੀਂ ਜਾਣਦੇ। ਦੁਨੀਆ ਦਾ ਹਰ ਬੰਦਾ ਮੰਗਤਾ, ਕੋਈ ਮਾੜਾ ਮੰਗਤਾ, ਕੋਈ ਚੰਗਾ ਮੰਗਤਾ, ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ, ਕੋਈ ਰਿੱਧੀਆਂ ਸਿੱਧੀਆਂ ਬੁੱਧ ਮੰਗੇ, ਕੋਈ ਹਾਰ ਮੰਗੇ, ਕੋਈ ਪਿਆਰ ਮੰਗੇ, ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ। ਜੋ ਤੇਰੇ ਦਰ ਤੇ ਆਉਂਦਾ ਹੈ ਮੱਥੇ ਦੀ ਕੀਮਤ ਚਾਹੁੰਦਾ ਹੈ, ਕੋਈ ਮੱਥਾ ਟੇਕ ਰੁਪਈਆਂ ਦਾ, ਮੁੱਲ ਮੰਗਦਾ ਰੱਬ ਤੋਂ ਥਈਆਂ ਦਾ। ਮੰਗਣ ਵਾਲੀ ਸਾਰੀ ਦੁਨੀਆ, ਦੇਵਣ ਵਾਲਾ ਕੱਲਾ, ਬੋਲ ਫਕੀਰਾ ਅੱਲਾ ਹੀ। ਸੋ ਹਜੂਰ ਦੇਣਾ ਸਿੱਖੋ, ਇਹ ਹਰ ਵਾਰੀ ਕੁਝ ਦੇਣਾ ਸਿੱਖੋ। ਜਦ ਤੁਸੀਂ ਦੇਣਾ ਸਿੱਖ ਜਾਂਦੇ ਹੋ ਨਾ, ਤੇ ਤਾਂ ਤੁਹਾਨੂੰ ਉਸ ਦਰਗਾਹ ਦਾ ਰੂਟ ਮਿਲਦਾ ਹੈ। ਦੇਣਾ ਬਹੁਤ ਘੱਟ ਹੋ, ਅਸੀਂ ਸਿਰਫ ਮੰਗੀ ਜਾਂਦੇ ਹਾਂ, ਯੁਗੋ ਯੁਗ ਮੰਗਦੇ। ਉਹ ਕਹਿੰਦਾ ਕਿ ਅਸੀਂ ਮੰਗ ਮੰਗ ਥੱਕ ਗਏ ਹਾਂ ਮਤਲਬ, ਲੇਕਿਨ ਸਾਡਾ ਪੇਟ ਨਹੀਂ ਭਰਦਾ, ਸਾਡੀ ਹਵਸ ਨਹੀਂ ਮਿਟਦੀ, ਸਾਡੀ ਸੋਚ ਜਿਹੜੀ ਹੈ ਹੋਰ 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 ਹੋਰ। ਸਾਈਕਲ ਵਾਲਾ ਕਾਰ ਮੰਗਦਾ, ਕਾਰ ਵਾਲਾ ਹਵਾਈ ਜਹਾਜ਼ ਮੰਗਦਾ, ਹਵਾਈ ਜਹਾਜ਼ ਵਾਲਾ ਰੈਕਟ ਮੰਗਣ ਲੱਗ ਪਿਆ। ਉਸ ਤੋਂ ਚੰਦ ਤੇ ਚਲੇ ਗਏ, ਹੁਣ ਚੰਦ ਤੇ ਵੀ ਝੁੱਗੀਆਂ ਪਾ ਲਾਂਗੇ। ਉਸ ਤੋਂ ਬਾਅਦ ਅਸੀਂ ਫਿਰ ਮੰਗਲ ਗ੍ਰਹਿ ਤੇ ਚਲਾਂਗੇ, ਤੇ ਫਲੈਟ ਬਣਾ ਲਾਂਗੇ। ਸਾਡੇ ਕੋਲ ਸਬਰ ਹੈ ਨਹੀਂ, ਅਸੀਂ ਜੜ ਛੱਡੀ ਜਾ ਰਹੇ ਹਾਂ, ਅਸੀਂ ਕੁਦਰਤ ਨਾਲ ਪੰਗੇ ਲਈ ਜਾ ਰਹੇ ਹਾਂ। ਤਰੱਕੀ ਬਹੁਤ ਜ਼ਰੂਰੀ ਹੈ, ਮੈਂ ਕਹਿੰਦਾ ਕਰੋ ਜੀ, ਸਦਕੇ ਕਰੋ, ਲੇਕਿਨ ਉਹ ਮੂਲ ਤੇ ਨਾ ਛੱਡੋ, ਉਹ ਅਸਲੀਅਤ ਤੇ ਨਾ ਛੱਡੋ, ਦੇਣਾ ਨਾ ਭੁੱਲੋ। ਜਿਸ ਦਾ ਹੱਥ ਏਦਾਂ ਰਹਿੰਦਾ ਹੈ ਉਹੀ ਜ਼ਿੰਦਗੀ 'ਚ ਉਹਨੂੰ ਉਹ ਦਿੰਦਾ ਹੈ। ਉਹਦਾ ਦਿੱਤਾ ਕਹਿੰਦਾ, ਤੁਧ ਬਿਨ ਹੋਰ ਕੁਛ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਮੈਂ ਜਾਣਾ ਦੁੱਖ ਮੁਝ ਕੋ, ਜਗ ਸਮਾਇਆ ਦੁੱਖ, ਕੋਠੇ ਚੜ ਕੇ ਮੈਂ ਜਾਣਾ ਦੁੱਖ ਮੁਝ ਕੋ, ਦੁੱਖ ਸਮਾਇਆ ਜਗ, ਕੋਠੇ ਚੜ ਕੇ ਵੇਖਿਆ ਘਰ ਘਰ ਇਹੀ ਅੱਗ। ਹਰ ਘਰ 'ਚ ਇਹੀ ਅੱਗ ਹੈ। ਹਾਂ ਜੀ, ਬਾਬਾ ਫਰੀਦ ਸਾਹਿਬ ਦਾ ਵਚਨ ਹੈ। ਜੀ ਜੀ ਅਮਨ ਜੀ, ਤੁਸੀਂ ਜਿਵੇਂ ਹੁਣ ਗੱਲ ਕੀਤੀ ਹੈ ਕੁਦਰਤ ਦੀ ਤੇ ਇਨਸਾਨ ਦੀ ਗੱਲ ਕੀਤੀ ਹੈ, ਮੈਨੂੰ ਪੰਜਾਬ ਦੇ ਬਹੁਤ ਹੀ ਅੱਛੇ ਸਿੰਗਰ ਨੇ ਸਰਤਾਜ ਜੀ, ਉਹਨਾਂ ਦੀਆਂ ਮੈਨੂੰ 2 ਲਾਈਨਸ ਯਾਦ ਆ ਗਈਆਂ ਤੁਹਾਡੀ ਗੱਲ ਕਰਦੇ ਕਰਦੇ। ਉਹਨਾਂ ਦਾ ਸੌਂਗ ਆਇਆ ਸੀ, ਬੰਦੇ ਦੇ ਹੱਥਾਂ ਵਰਗਾ, ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਨਹੀਂ ਬਣਿਆ, ਨਹੀਂ ਪਾਰ ਕਰ ਨਹੀਂ ਸਕਦੇ ਨਾ ਤੁਸੀਂ ਕ੍ਰੀਏਟਰ। ਪਤਾ ਕੀ ਇਹਦੇ 'ਚ ਹਾਰ ਨਹੀਂ ਹੈ। ਕਦੀ ਕੋਈ ਪਿਤਾ ਆਪਣੇ ਪਿਤਾ ਨੂੰ ਪੁੱਤਰ ਕੋਈ ਆਪਣੇ ਪਿਤਾ ਨੂੰ ਹਰਾ ਕੇ ਸੂਰਮਾ ਨਹੀਂ ਬਣਦਾ। ਪਿਤਾ ਕੋਲੋਂ ਜਿਤਨਾ ਵੀ ਤੁਹਾਡੀ ਹਾਰ ਹੀ ਹੁੰਦੀ ਹੈ ਜੀ, ਆਪਣੇ ਤੋਂ ਵੱਡੇ ਕੋਲੋਂ ਜਿਤਨਾ ਤੁਹਾਡੀ ਹਾਰ ਹੀ ਹੁੰਦੀ ਹੈ। ਆਪਣੇ ਪਿਓ ਨੂੰ ਹਰਾ ਕੇ ਕੀ ਪਾਲੋਗੇ? ਆਪਣੇ ਮਾਪਿਓ ਨੂੰ ਹਰਾ ਕੇ। ਅਰੇ ਉਹਨਾਂ ਦਾ ਆਸ਼ੀਰਵਾਦ ਲਵੋ, ਵੱਡਿਆਂ ਦਾ ਆਸ਼ੀਰਵਾਦ ਲਵੋ, ਉਹੀ ਬਹੁਤ ਕੁਛ। ਅਸੀਂ ਨਹੀਂ ਜਿੱਤਣਾ। ਇਸ ਹਾਰ ਵਿੱਚ ਸਾਡੀ ਜਿੱਤ ਹੈ ਕਿ ਅਸੀਂ ਉਹਦੇ ਭਾਣੇ ਵਿੱਚ ਆ ਗਏ, ਅਸੀਂ ਉਹਦੀ ਰਜ਼ਾ ਵਿੱਚ ਆ ਗਏ। ਉਹਦੀ ਰਜ਼ਾ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਉਸ ਮੌਲਾ ਦੀ ਰਜ਼ਾ ਵਿੱਚ ਆਉਣਾ, ਉਸ ਅੱਲਾ ਦੀ ਰਜ਼ਾ 'ਚ ਆਉਣਾ, ਉਸ ਖੁਦਾ ਦੀ ਰਜ਼ਾ 'ਚ ਆਉਣਾ, ਉਸ ਈਸ਼ਵਰ ਦੀ ਰਜ਼ਾ 'ਚ ਆਉਣਾ। ਜਿਹੜਾ ਰਜ਼ਾ 'ਚ ਆ ਗਿਆ ਉਹ ਰੱਜ ਜਾਊਗਾ ਬਸ। ਤੁਸੀਂ ਗੱਲ ਕਰ ਰਹੇ ਕਿ ਅਸੀਂ ਮਾਡਰਨਾਈਜੇਸ਼ਨ ਦੀ ਲਾਈਫ ਜਿਹੜੀ ਹੈਗੀ ਹੈ ਜੀਣੀ ਸਟਾਰਟ ਕਰ ਦਿੱਤੀ ਹੈ। ਕੁਦਰਤ ਤੋਂ ਜਿਹੜੀ ਸਾਂਝ ਹੈ ਇਨਸਾਨ ਦੀ, ਉਹ ਥੋੜੀ ਦੂਰ ਹੋ ਰਹੀ ਹੈ, ਹਟ ਰਿਹਾ ਇਨਸਾਨ ਕੁਦਰਤ ਤੋਂ। ਜਦੋਂ ਕੁਦਰਤ ਆਪਣਾ ਰੂਪ ਦਿਖਾਉਂਦੀ ਹੈ, ਫਿਰ ਇਨਸਾਨ ਨੂੰ ਉਹੀ ਪੁਰਾਣਾ ਸਮਾਂ ਯਾਦ ਆਉਂਦਾ ਹੈ, ਜਦੋਂ ਉਹ ਟ੍ਰੈਡੀਸ਼ਨਲ ਵੈਲਿਊਜ਼ ਹੁੰਦੀਆਂ ਸੀ, ਉਹਦੀ ਕਦਰ ਕਰਦਾ ਸੀਗਾ, ਸਾਂਝੇ ਪਰਿਵਾਰਾਂ ਦੇ ਵਿੱਚ ਰਹਿੰਦਾ ਸੀਗਾ, ਬਜ਼ੁਰਗਾਂ ਦੀ ਇੱਜ਼ਤ ਕਰਦਾ ਸੀ, ਮੋਰਲ ਵੈਲਿਊਜ਼ ਆਪਣੇ ਬੱਚਿਆਂ ਨੂੰ ਸਿਖਾਉਂਦੇ ਸੀ। ਪਰ ਹੁਣ ਕਿਤੇ ਨਾ ਕਿਤੇ ਜਾ ਕੇ ਅਸੀਂ ਜਿਹੜੀ ਕੁਦਰਤ ਦਾ ਜਿਹੜਾ ਆਨੰਦ ਵਾ ਉਹ ਸ਼ਾਇਦ ਅਸੀਂ ਨਹੀਂ ਲੈ ਰਹੇ। ਤਾਂ ਮੈਂ ਮਨਪ੍ਰੀਤ ਸਾਹਿਬ ਤੁਹਾਡੇ ਤੋਂ ਇੱਕ ਇਹ ਵੀ ਗੱਲ ਪੁੱਛਣਾ ਚਾਹਾਂ ਕਿ ਅਗਰ ਅੱਜ ਦੇ ਜ਼ਮਾਨੇ ਦੇ ਵਿੱਚ ਇਨਸਾਨ ਨੇ ਕੁਦਰਤ ਦੇ ਨਾਲ ਜੁੜਨਾ ਹੋਵੇ ਤਾਂ ਉਹ ਕਿਵੇਂ ਜੁੜ ਸਕਦਾ ਹੈ? ਇਹ ਮਾਂ ਪਿਓ ਦਾ ਬਹੁਤ ਵੱਡਾ ਦਾਇਿਤਵ ਹੈ ਕਿ ਬੱਚਿਆਂ ਨੂੰ ਪਹਿਲੇ ਸੰਸਕਾਰ ਦਿਓ। ਜਦ ਆਪ ਤੁਸੀਂ 24 ਘੰਟੇ ਕੇਬਲ ਜਾਂ ਟੀਵੀ ਦੇਖੋਗੇ ਔਰ ਬੱਚੇ ਨੂੰ ਕਹੋਗੇ ਜਾ ਕੇ ਪੜ੍ਹ, ਤੇ ਉਹ ਕਦੀ ਨਹੀਂ ਪੜ੍ਹ ਸਕਦਾ। ਆਪ ਗੁੜ ਖਾਂਦੇ ਹੋਵੋਗੇ, ਕਿਸੇ ਨੂੰ ਕਹੋਗੇ ਗੁੜ ਖਾਣਾ ਬੁਰਾ ਹੈ, ਤੇ ਉਹ ਅਸਰ ਹੋਏਗਾ ਹੀ ਨਹੀਂ ਉਸ 'ਤੇ, ਕਿਉਂਕਿ ਜੋ ਚੀਜ਼ ਤੁਸੀਂ ਆਪ ਅਮਲ ਨਹੀਂ ਕਰਦੇ ਉਹ ਤੁਸੀਂ ਕਿਸੇ ਨੂੰ ਨਹੀਂ ਸਿਖਾ ਸਕਦੇ। ਮਾਂ ਪਿਓ ਨੂੰ ਚਾਹੀਦਾ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ, ਆਪਣੇ ਵਿਰਸੇ, ਆਪਣੀ ਪਹਿਚਾਣ ਉਹ ਦਿਓ। ਉਹ ਕਹਿੰਦੇ ਆ ਨਾ ਕਿ ਤੁਸੀਂ ਮੈਂ ਮਲਿਕ ਸਾਹਿਬ ਨਾਲ ਪਹਿਲੇ ਵੀ ਗੱਲ ਕਰ ਰਿਹਾ ਸੀ, ਜਿੰਨੇ ਮਰਜ਼ੀ ਬਰਗਰ ਪੀਜੇ ਖਾ ਲਓ, ਜੋ ਮੱਕੀ ਦੀ ਰੋਟੀ ਉਹ ਸਰ੍ਹੋਂ ਦੇ ਸਾਗ ਵਿੱਚ ਸਵਾਦ ਆਉਣਾ, ਤੁਹਾਨੂੰ ਕਿਸੇ ਚੀਜ਼ 'ਚ ਨਹੀਂ ਆਉਣਾ।
ਕਿਉਂਕਿ ਉਹ ਬੇਸਿਕ ਹੈ, ਉਹ ਜੜ ਹੈ, ਤੁਹਾਡੀ ਅਸਲੀਅਤ ਹੈ। ਤੁਹਾਨੂੰ ਜੋ ਮਿੱਸੀ ਰੋਟੀ ਹੈ, ਜੋ ਰਾਤ ਦੀ ਬਚੀ ਰੋਟੀ ਦਾਲ ਨਾਲ ਸਵੇਰੇ ਸਵੇਰੇ ਨਾਸ਼ਤਾ ਕਰਨ ਦਾ ਜੋ ਟੇਸਟ ਹੈ, ਆਹ ਮੂੰਹ 'ਚ ਪਾਣੀ ਆ ਗਿਆ ਦੇਖ ਅਮਨਦੀਪ ਦੇ, ਤੇ ਉਹ ਉਸਦਾ ਸਵਾਦ ਹੋਰ ਕਿਤੇ ਆ ਹੀ ਨਹੀਂ ਸਕਦਾ ਦੁਨੀਆ ਦੇ ਵਿੱਚ। ਉਹ ਜੜ੍ਹਾਂ ਨਾਲ ਜੋੜੋ ਬੱਚਿਆਂ ਨੂੰ ਗੁਰੂਆਂ ਦੇ ਇਤਿਹਾਸ ਦੱਸੋ, ਗੁਰੂ ਸਾਹਿਬਾਨ ਦੇ ਇਤਿਹਾਸ ਦੱਸੋ, ਗੁਰੂਆਂ ਨੂੰ ਆਪਣੇ ਪੂਰਵਜਾਂ ਦੇ ਇਤਿਹਾਸ ਦੱਸੋ ਕਿ ਕਿਵੇਂ ਮੌਲਾ ਸਾਹਿਬ, ਕਿਵੇਂ ਉਹਨਾਂ ਨੇ ਖੁਦਾਬੰਦ ਨੇ ਕਿਵੇਂ ਆਪਣੇ ਬੰਦਿਆਂ ਨੂੰ ਕੀ ਸਿੱਖਿਆਵਾਂ ਦਿੱਤੀਆਂ। ਅਸੀਂ ਜਦ ਤੱਕ ਸ਼ੁਰੂਆਤ ਬੇਸਿਕ ਨਹੀਂ ਕਰਾਂਗੇ ਨਾ, ਅਸੀਂ ਬੱਚੇ ਨੂੰ ਅੰਗਰੇਜ਼ੀ ਬੁਰੀ ਨਹੀਂ ਹੈ ਗੱਲ, ਅੰਗਰੇਜ਼ੀ ਹਿੰਦੀ ਜਾਂ ਭਾਸ਼ਾ ਦੀ ਨਹੀਂ ਹੈ ਗੱਲ, ਇਹ ਹੈ ਕਿ ਮਕਸਦ ਕੀ ਹੈ ਤੁਹਾਡੇ ਸਿਖਾਉਣ ਦਾ। ਬੇਸਿਕ ਮਕਸਦ ਤੁਹਾਡਾ ਪਵਿੱਤਰ ਹੋਣਾ ਚਾਹੀਦਾ। ਪੜ੍ਹਾਈ ਵਾਸਤੇ ਹਰ ਬੋਲੀ ਤੁਹਾਨੂੰ ਜ਼ਰੂਰੀ ਹੈ, ਸਿੱਖਣੀ ਚਾਹੀਦੀ, ਲੇਕਿਨ ਘਰ ਦੇ ਵਿੱਚ ਤੁਸੀਂ ਘੱਟ ਤੋਂ ਘੱਟ ਉਹਨੂੰ ਉਹ ਵਿਰਸਾ ਦੱਸੋ ਕਿਵੇਂ ਸਾਡੇ ਲੋਕਾਂ ਦਾ ਜੀਵਨ ਹੁੰਦਾ ਹੈ। ਸਾਡੇ ਅਸੀਂ ਬਾਹਰ ਚਲੇ ਗਏ ਨਾ, ਉਹ ਇੰਡੀਆ ਤੋਂ ਬਾਹਰ ਬਹੁਤ ਸਾਰੇ ਪੰਜਾਬੀ ਵਸਦੇ ਹੈ, ਮੈਂ ਅਕਸਰ ਉਹਨਾਂ ਨੂੰ ਕਹਿਣਾ ਕਿ ਗੋਰੇ ਚਿੱਟੇ ਲੱਖਾਂ ਜਿਸਮ ਹੰਡਾਏ ਹੋਵਣਗੇ, ਨਿਤ ਨਵੀਂ ਸਜਣੀ ਨਾਲ ਨੇਹ ਲਗਾਏ ਹੋਵਣਗੇ, ਆਖਿਰਕਾਰ ਤੇ ਘਰ ਦੀ ਯਾਦ ਸਤਾਉਂਦੀ ਹੋਵੇਗੀ, ਉਹ ਤੁਹਾਨੂੰ ਵੀ ਕਦੇ ਯਾਦ ਵਤਨ ਦੀ ਆਉਂਦੀ ਹੋਵੇਗੀ। ਚਿੱਠੀ ਚੀਰੇ ਨਾਲ ਅੱਖਾਂ ਦੀ ਭੁੱਖ ਨਾ ਮਿਟਦੀ ਹੈ, ਚਿੱਠੀ ਚੀਰੇ ਨਾਲ ਅੱਖਾਂ ਦੀ ਭੁੱਖ ਨਾ ਮਿਟਦੀ ਹੈ, ਰੋਜ਼ ਵਿਚਾਰੀ ਬੇਬੇ ਆ ਬੂਏ ਤੇ ਖੜਦੀ ਹੈ, ਪੁੱਤਰ ਨੂੰ ਮਰ ਜਾਣਾ ਆਖ ਬੁਲਾਉਂਦੀ ਹੋਵੇਗੀ, ਤੁਹਾਨੂੰ ਵੀ ਕਦੇ ਯਾਦ ਵਤਨ ਦੀ ਆਉਂਦੀ। ਸੋ ਆਪਣੇ ਵਤਨ ਦੀ ਮਿੱਟੀ, ਆਪਣੇ ਵਤਨ ਦੀ ਖੁਸ਼ਬੂ ਨਾ ਬੱਚਿਆਂ ਵਿੱਚ ਪਾ ਕੇ ਰੱਖੋ, ਕਿਉਂਕਿ ਜੋ ਤੁਹਾਡੇ ਔਖੇ ਵੇਲੇ ਦੇ ਵਿੱਚ ਕੰਮ ਆਪਣਿਆਂ ਨੇ ਹੀ ਆਉਣਾ ਹੁੰਦਾ ਹੈ, ਔਰ ਆਪਣੇ ਸਿਰਫ ਉਹ ਹੁੰਦੇ ਹਨ ਜਿਹੜੇ ਜ਼ਮੀਨ ਨਾਲ ਜੁੜੇ ਹਨ, ਜਿਹੜੇ ਤੁਹਾਡੀ ਸੰਸਕ੍ਰਿਤੀ ਨਾਲ ਜੁੜੇ ਹਨ, ਜਿਹੜੇ ਤੁਹਾਡੀ ਮਾਂ ਬੋਲੀ ਨਾਲ ਜੁੜੇ ਹਨ, ਜਿਹੜੇ ਤੁਹਾਡੇ ਉਸ ਮਿੱਟੀ ਨੂੰ ਆਪਣੇ ਮੱਥੇ ਤੇ ਲਾ ਕੇ ਵੀ ਆਪਣਾ ਸਜਦਾ ਕਰ ਲੈਂਦੇ ਹਨ, ਆਪਣਾ ਇੱਕ ਤਰ੍ਹਾਂ ਦਾ ਹਜ ਕਰ ਲੈਂਦੇ ਹਨ, ਜਿਸ ਮਿੱਟੀ ਤੇ ਪੀਰ ਪੈਗੰਬਰ ਦੇ ਚਰਨ ਪੈ ਜਾਣ, ਉਹੀ ਅੱਛੀ ਦਰਗਾਹ ਹੈ, ਉਹੀ ਅੱਛਾ ਸਜਦਾ ਹੈ, ਉਹੀ ਅੱਛੀ ਨਮਾਜ਼ ਹੈ। ਉਸ ਤੋਂ ਵਧੀਆ ਦੁਨੀਆ ਦਾ ਕੋਈ ਹੋਰ ਚੀਜ਼ ਨਹੀਂ ਹੋ ਸਕਦੀ ਜੀ। ਅੱਛਾ ਜੀ, ਫੁੱਲ ਖਿਲਦਾ ਆ, ਮਤਲਬ ਜਿਹੜਾ ਫੁੱਲ ਜ਼ਿਆਦਾ ਖਿਲਦਾ ਆ, ਅਗਰ ਤੁਸੀਂ ਦੇਖਿਆ ਜਾਵੇ ਤਾਂ ਉਹਦੀ ਜਿਹੜੀਆਂ ਜੜ੍ਹਾਂ ਦੇ ਨਾਲ, ਜੜ੍ਹਾਂ ਬੜੀਆਂ ਉਹਦੀਆਂ ਮਜ਼ਬੂਤ ਹੁੰਦੀਆਂ ਆ, ਜਿੰਨੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਉਨਾ ਹੀ ਉਹ ਫੁੱਲ ਖੂਬਸੂਰਤ ਦਿਖਦਾ ਹੈ, ਕਿਉਂਕਿ ਆਪਣੀਆਂ ਜੜ੍ਹਾਂ ਦੇ ਨਾਲ ਜੁੜ ਕੇ ਉਹ ਖਿਲਦਾ ਹੈ। ਸੋ ਇਸੇ ਕਰਕੇ ਮਾਂ ਬੋਲੀ ਆਪਣੀਆਂ ਜਿਹੜੀਆਂ ਜੋ ਪਿਛੋਕੜਾ ਬੈਕਗਰਾਉਂਡ ਹੈ ਉਹ ਕਦੀ ਵੀ ਭੁੱਲਣੀ ਨਹੀਂ ਚਾਹੀਦੀ। ਕਹਿੰਦੇ ਨੇ ਕਿ ਜਿਵੇਂ ਤੁਸੀਂ ਭਾਸ਼ਾ ਕੀਤੀ, ਅਗਰ ਅਸੀਂ ਕਹਿੰਦੇ ਹਾਂ ਕਿ ਭਾਸ਼ਾ ਕਿਸੇ ਲੜਾਈ ਦਾ ਨਾਮ ਨਹੀਂ ਆ, ਇੱਥੇ ਬਹੁਤ ਸਾਰੀਆਂ ਮੈਂ ਸੋਸ਼ਲ ਮੀਡੀਆ ਤੇ ਦੇਖਦੀ ਹਾਂ ਕਿ ਭਾਸ਼ਾ ਦੇ ਨਾਮ ਤੇ ਬਹਿਸ ਹੋਣ ਲੱਗ ਜਾਂਦੀ ਹੈ। ਇਹ ਕੋਈ ਲੜਾਈ ਦਾ ਨਾਮ ਨਹੀਂ ਹੈ, ਇਹ ਤਾਂ ਸਿਰਫ ਇੱਕ ਦੂਸਰੇ ਦੇ ਜਿਹੜੇ ਦੁੱਖਾਂ ਨੂੰ ਸਮਝਣ ਦਾ ਨਾਮ ਹੈ। ਅਗਰ ਇਸ ਚੀਜ਼ ਨੂੰ ਅਸੀਂ ਅਪਣਾ ਲਈਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਭਾਸ਼ਾ ਤੇ ਕੋਈ ਡਿਬੇਟ ਜਾਂ ਕੋਈ ਬਹਿਸ ਹੋ ਸਕਦੀ ਹੈ। ਨਹੀਂ, ਬੜਾ ਮੈਂ ਇਹਦਾ ਇੱਕ ਉਦਾਹਰਨ ਤੁਹਾਨੂੰ ਐਗਜ਼ਾਮਪਲ ਵੀ ਦੇ ਦੇਣਾ ਕਿ ਅਕਸਰ ਮਾਂ ਬੋਲੀ ਅਸੀਂ ਜਦੋਂ ਗੱਲ ਕਰਦੇ ਹਾਂ ਨਾ, ਸਾਨੂੰ ਅਸੀਂ ਬੜੀ ਜਿੱਦ ਕਰਨ ਲੱਗ ਪੈਂਦੇ ਹਾਂ ਇੱਕ ਖਾਸ, ਲੇਕਿਨ ਲਿਪੀ ਔਰ ਭਾਸ਼ਾ ਔਰ ਲਿਪੀ ਔਰ ਬੋਲੀ ਇਹ ਦੋ ਅਲੱਗ ਚੀਜ਼ਾਂ ਹੁੰਦੀਆਂ ਹਨ। ਬੋਲੀ ਹਰ ਕਸਬੇ ਪੰਜਾਬ ਦੇ ਵਿੱਚ ਅਗਰ ਲਾਹੌਰ ਦੀ ਬੋਲੀ ਜਾਓਗੇ ਤਾਂ ਚੇਂਜ ਹੋ ਜਾਊਗੀ, ਅੰਮ੍ਰਿਤਸਰ ਦੀ ਬੋਲੀ ਆਓਗੇ ਚੇਂਜ ਹੋ ਜਾਊਗੀ, ਭਟਿੰਡੇ ਦੀ ਬੋਲੀ ਆਓਗੇ ਹੋਰ ਥੋੜੀ ਚੇਂਜ ਹੋ ਜਾਊਗੀ, ਦਿੱਲੀ ਦੀ ਪੰਜਾਬੀ ਹੋਰ ਚੇਂਜ ਹੋ ਜਾਊਗੀ। ਹਰ ਜਗ੍ਹਾ ਇਹ ਬੋਲੀ ਹੈ। ਲਿਪੀ ਤੁਸੀਂ ਹਰ ਤਰ੍ਹਾਂ ਦੀ ਲਿਪੀਆਂ, ਬਹੁਤ ਲਿਪੀ ਗੁਰਮੁਖੀ ਹੈ, ਉਹ ਲਿਪੀ ਹੈ, ਉਹ ਬੋਲੀ ਤੁਹਾਡੀ ਤੇ ਹਰ ਕੋਈ ਮੁਲਤਾਨ ਦੇ ਮੁਲਤਾਨੀ ਬੋਲਣ ਲੱਗ ਹੈ, ਉਹ ਵੀ ਪੰਜਾਬੀ, ਲੇਕਿਨ ਉਹ ਹਰ ਇੱਕ ਵਰਡ ਬਦਲ ਜਾਂਦੇ ਹੈ, ਕਹਿਣ ਦਾ ਤਰੀਕਾ ਬਦਲ ਜਾਂਦਾ ਹੈ। ਤਾਂ ਬੋਲੀ ਮਤਲਬ ਜੋ ਤੁਹਾਡੇ ਮਾਂ ਦੇ ਮੂੰਹ ਚੋਂ ਸੁਣੀ ਹੈ, ਉਹ ਹਰ ਬੋਲੀ ਸਤਿਕਾਰਯੋਗ ਹੈ। ਅਗਰ ਬੰਗਾਲ 'ਚ ਕੋਈ ਬੱਚਾ ਬੰਗਾਲੀ ਬੋਲਦਾ ਹੈ ਉਹ ਵੀ ਸਜਦੇ ਯੋਗ ਹੈ, ਅਗਰ ਕੋਈ ਉਰਦੂ ਬੋਲਦਾ ਉਹ ਵੀ ਸਜਦੇ ਯੋਗ ਹੈ, ਕਿਉਂਕਿ ਉਸਦੀ ਮਾਂ ਨੇ ਉਸਨੂੰ ਉਹ ਕੁੜਤੀ ਦੇ ਵਿੱਚ ਪਿਲਾਇਆ ਹੈ, ਉਸਨੂੰ ਉਹ ਕੁੱਟੀ ਦੇ ਵਿੱਚ ਪਿਲਾਇਆ ਹੈ। ਜੋ ਮਾਂ ਦੇ ਮੂੰਹ ਚੋਂ ਪਹਿਲਾ ਵਾਕ ਮਾਂ ਪਿਓ ਦੇ ਨਿਕਲਿਆ ਹੁੰਦਾ ਨਾ, ਉਹ ਬੋਲੀ ਸਭ ਤੋਂ ਪਵਿੱਤਰ, ਸਭ ਤੋਂ ਵੱਡਾ ਗ੍ਰੰਥ ਉਹੀ ਹੁੰਦੀ ਜੀ। ਵਾਹ, ਬਹੁਤ ਅੱਛੀ ਤਰ੍ਹਾਂ ਗੱਲ ਤੁਸੀਂ ਕੀਤੀ। ਅਸ਼ੋਕ ਕੁਮਾਰ ਵੀ ਕਹਿ ਰਹੇ ਨੇ ਕਿ ਬਹੁਤ ਹੀ ਇੰਸਪਾਇਰੇਸ਼ਨਲ ਸ਼ਖਸੀਅਤ ਨੇ ਡਾਕਟਰ ਹਰਵਿੰਦਰ ਜੀ, ਔਰ ਦੇਵਦਰਦ ਕਹਿ ਰਹੇ ਨੇ ਕਿ ਬਹੁਤ ਹੀ ਖੂਬਸੂਰਤ ਗੱਲਬਾਤ ਹੋ ਰਹੀ ਹੈ। ਇੱਕ ਸਾਡੇ ਸਾਥੀ ਨੇ ਅਫਜ਼ਲ ਪਾਰਸ, ਉਹ ਕਹਿੰਦੇ ਨੇ ਕਿ ਮਲਕ ਸਾਹਿਬ ਇੰਜ ਕਰਿਆ ਕਰੋ ਕਿ ਪ੍ਰਾਹੁਣਿਆਂ ਦੇ ਫੋਨ ਨੰਬਰ ਵੀ ਸਕਰੀਨ ਤੇ ਚਲਾ ਦਿਆ ਕਰੋ, ਫਿਰ ਪ੍ਰਾਹੁਣੇ ਫੋਨ ਦਾ ਜਵਾਬ ਹੀ ਦਿੰਦਾ ਰਹਿਣਾ, ਫਿਰ ਮੈਂ ਕੰਮ ਨਹੀਂ ਕਰਨਾ, ਫਿਰ ਪ੍ਰਾਹੁਣੇ ਜਵਾਬ ਹੀ ਦਿੰਦੇ ਰਹਿਣਗੇ। ਸੁਰਿੰਦਰ ਸੰਧੂ ਹੋਰੀ ਵੀ ਬਹੁਤ ਅੱਛਾ ਕਹਿ ਰਹੇ ਨੇ, ਰਮਨ ਸੰਧੂ ਬਹੁਤ ਅੱਛੇ ਸ਼ਾਇਰ ਉਧਰੋਂ, ਉਹ ਤੁਹਾਨੂੰ ਬਹੁਤ ਵਡਿਆ ਰਹੇ ਨੇ, ਆਰ ਕੌਰ ਮਾਨ ਨੇ, ਔਰ ਬਹੁਤ ਸਾਰੇ ਹੋਰ ਦੋਸਤ ਸਾਡੇ ਜਿਹੜੇ ਨੇ ਡਾਕਟਰ ਸਾਹਿਬ ਲਾਉਣ ਤੇ ਖੁਸ਼ ਨੇ। ਡਾਕਟਰ ਸਾਹਿਬ, ਮੈਂ ਇੱਕ ਸਵਾਲ ਕਰਨਾ ਚਾਹਾਂਗਾ, ਸਾਡੇ ਇੱਕ ਬਾਕੀ ਸਦੀਕੀ ਸ਼ਾਇਰ ਨੇ ਇੱਧਰ ਪੋਠੋਹਾਰੀ, ਉਹਨਾਂ ਦੀ ਕਿ ਉੱਚੀਆਂ ਕੰਧਾਂ ਢੱਕ ਨਾ ਸਕਣ ਫੁੱਲਾਂ ਦੀ ਖੁਸ਼ਬੂ। ਅੱਛਾ, ਜਿਹੜੀ ਚੰਗੀ ਦੋਸਤੀ ਹੁੰਦੀ ਹੈ, ਯਾਰੀ ਹੁੰਦੀ, ਉਹਦੀ ਵੀ ਖੁਸ਼ਬੂ ਹੁੰਦੀ ਹੈ, ਔਰ ਕਹਿੰਦੇ ਨੇ ਯਾਰੀ ਤਾਂ ਹੀ ਹੁੰਦੀ ਜੇ ਦੋ ਪਾਸੇ ਇੱਕੋ ਜਿਹੀ ਗੱਲ ਹੋਵੇ। ਤੁਹਾਡੀ ਗੁਰਦਾਸ ਮਾਨ ਜੀ ਨਾਲ ਦੋਸਤੀ ਦੀ ਬੜਾ ਚਰਚਾ ਹੈ, ਤੇ ਉਹਨਾਂ ਦੀ ਕੋਈ ਯਾਦ ਸਾਂਝੀ ਕਰੋ। ਉਹ ਵੀ ਸੂਫੀ ਫਕੀਰ ਬੰਦੇ ਨੇ ਤੇ ਬਹੁਤ ਦਿਲਾਂ 'ਚ ਵਸਦੇ ਨੇ, ਉਹਨਾਂ ਦੇ ਨਾਲ ਤੁਹਾਡੀ ਦੋਸਤੀ ਦੀ ਕੋਈ ਯਾਦ ਸਾਡੇ ਸੁਣਨ ਨੂੰ ਬਹੁਤ ਚੰਗੀ ਲੱਗੇਗੀ।
ਬਹੁਤ ਅੱਛੇ ਇਨਸਾਨ ਨੇ। ਮੈਨੂੰ ਕਰੀਬ 1990 ਦੇ ਦਸ਼ਕ ਦੀਆਂ ਗੱਲਾਂ ਯਾਦ ਨੇ, ਕੱਲ ਬਹੁਤ ਗੱਲਾਂ ਹਨ, ਕਿਉਂਕਿ ਜਿਹੜਾ ਬੰਦਾ ਦੂਸਰੇ ਦੀ ਕਦਰ ਕਰਦੇ ਨੇ, ਔਰ ਜੋ ਇਨਸਾਨ ਆਪਣੇ ਵਰਗੇ ਰਾਈਟਰ ਦੀ ਜਾਂ ਆਪਣੇ ਵਰਗੇ ਸਿੰਗਰ ਨੂੰ ਪ੍ਰਮੋਟ ਕਰਦਾ ਹੈ, ਉਸ ਦੇ ਬਾਰੇ ਅੱਛਾ ਬੋਲਦਾ ਹੈ, ਕਿਸੇ ਤੋਂ ਜਲਦਾ ਨਹੀਂ, ਕਿਸੇ ਦੀ ਬੁਰਾਈ ਨਹੀਂ ਕਰਦਾ, ਹਮੇਸ਼ਾ ਆਪਣੇ ਗੀਤਾਂ ਦੇ ਵਿੱਚ ਕੋਈ ਗੰਦਗੀ ਨਹੀਂ, ਕੋਈ ਵਲਗੈਰਿਟੀ ਨਹੀਂ, ਹਮੇਸ਼ਾ ਉਹਦੇ ਅੰਦਰ ਇੱਕ ਅੱਛੀਆਂ ਚੀਜ਼ਾਂ ਹੀ ਦੱਸਦੇ ਨੇ। ਉਹ ਚਾਹੇ ਗੁਰਦਾਸ ਮਾਨ ਜੀ ਹੋਣ, ਚਾਹੇ ਬੱਬੂ ਮਾਨ ਜੀ ਹੋਣ, ਚਾਹੇ ਸਰਤਾਜ ਹੋਣ, ਚਾਹੇ ਆਪਣੇ कंवर की साडे नਵੇਂ आए ने होर एक सिंगर बहुत अच्छे, तो वो कंवर ग्रेवाल साहब होण या बाहर होते, मैं पाकिस्तान के बहुत सारे सिंगरां नूं सुनदा हाँ, बहुत अच्छे अच्छे राहत साहब गांदे ने, जदों कि वो मतलब नुसरत साहब वर्गा कौन होना। ये चीज़ां देखो फनकारी दे विच की है मान साहब, जब तुसी अच्छा गाओगे, जब तुसी नेक नीति नाल गाओगे, जब तुसी किसी नूं कुछ अच्छा दस्सण वास्ते गाओगे, ਤੇ ਉਹ ਉਸ ਤੋਂ ਅੱਛਾ ਕੁਝ ਹੋ ਨਹੀਂ ਸਕਦਾ। ਮੈਂ ਉਹਨਾਂ ਦੀ ਇੱਕ ਰਚਨਾ ਤੁਹਾਨੂੰ ਸੁਣਾ ਦੇਣਾ ਕਿ ਹਰ ਪਾਸੇ ਘੋਰ ਅੰਧਕਾਰ ਵਧੇ, ਕਿਤੇ ਜ਼ੁਲਮ ਵਧੇ, ਹੰਕਾਰ ਵਧੇ, ਲੋਕੀ ਰੱਬ ਨੂੰ ਮੰਨਣਾ ਭੁੱਲ ਗਏ ਨੇ, ਇਸ ਕਰਕੇ ਮਾਰਾ ਮਾਰ ਵਧੇ। ਕੋਈ ਮੁਸਲਿਮ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਈਸਾਈ ਨਿੰਦੂ ਹੈ, ਕੋਈ ਫਿਰਦਾ ਹੱਥ ਬੰਦੂਕ ਫੜੀ, ਤਲਵਾਰ ਫੜੀ, ਤਿਰਸ਼ੂਲ ਫੜੀ, ਕੋਈ ਲੁੱਟ ਗਿਆ, ਕੋਈ ਮਾਰ ਗਿਆ, ਦਾ ਲੱਗਿਆ ਕਰਕੇ ਵਾਰ ਗਿਆ, ਮਜਬ ਦੇ ਠੇਕੇਦਾਰਾਂ ਤੋਂ ਗੱਲ ਪੁੱਛੀਏ ਉੱਤਰ ਕੋਈ ਨਹੀਂ, ਮਜਬਾਂ ਦੇ ਪੁੱਤਰ ਸਾਰੇ ਨੇ, ਬੰਦੇ ਦਾ ਪੁੱਤਰ ਕੋਈ। ਵਾਹ ਵਾਹ, ਬੰਦੇ ਦੇ ਪੁੱਤਰ ਬਣੀਆਂ ਅਸੀਂ ਨਾ, ਧਰਮਾਂ ਦੇ, ਕਿਉਂਕਿ ਹੁੰਦੇ ਭਾਸ਼ਣ ਤੇ ਭਾਸ਼ਣ, ਨਾ ਰੋਟੀ ਨਾ ਰਾਸ਼ਨ। ਅਸੀਂ ਭਾਸ਼ਣ ਸੁਣ ਸੁਣ ਥੱਕ ਗਏ ਹਾਂ, ਨਿਤ ਮਰਦੇ ਪੁੱਤਰ ਮਾਵਾਂ ਦੇ, ਅਸੀਂ ਲਾਸ਼ਾਂ ਗਿਣ ਗਿਣ ਪੱਕ ਗਏ ਹਾਂ। ਕੋਈ ਸੱਦੋ ਪੀਰ ਫਕੀਰ ਹੋਏ, ਅਸੀਂ ਥੱਕ ਗਏ ਹਾਂ, ਅਸੀਂ ਪੱਕ ਗਏ ਹਾਂ। ਅੱਜ ਇੱਕ ਸੱਚੇ ਮੁਰਸ਼ਿਦ ਬਾਜੋ, ਹਰ ਇੱਕ ਬੰਦਾ ਕੱਲਾ, ਬੋਲ ਫਕੀਰਾ ਅੱਲਾ ਹੀ ਅੱਲਾ, ਬੋਲ ਫਕੀਰਾ ਜੀ। ਮਾਨ ਸਾਹਿਬ ਦੀ ਰਚਨਾ ਹੈ। ਸੋ ਇਹ ਸੋਚ ਵਾਲੇ ਬੰਦੇ ਦੇ ਸੋਚ ਸਕਦੇ ਹੋ ਕਿ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ, ਸੋਚ ਦੱਸਦੀ ਹੈ, ਗੀਤਾਂ ਦੇ ਸ਼ਬਦ ਦੱਸਦੇ ਹਨ, ਗੀਤਾਂ ਦੀ ਬਾਤ ਦੱਸਦੀ ਹੈ। ਸੋ ਅੱਛਾਈ ਲੈ ਲਓ, ਹਰ ਇੱਕ ਦੀ ਅੱਛਾਈ ਲਓ। ਲੋਕੀ ਕਹਿੰਦੇ ਠੱਗੀ ਹੈ ਤੇ ਠੱਗੀ ਰਹਿਣ ਦੇ, ਸਾਡੀ ਜਿੱਥੇ ਲੱਗੀ ਉੱਥੇ ਲੱਗੀ ਰਹਿਣ। ਵਾਹ ਕੀ ਬਾਤ। ਤੇ ਬਹੁਤ ਬੜੀਆਂ ਸ਼ਖਸੀਅਤਾਂ ਦੀਆਂ ਗੱਲਾਂ ਹੋ ਰਹੀਆਂ, ਤੇ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਕਿ ਤੁਸੀਂ ਗੁਲਜ਼ਾਰ ਸਾਹਿਬ ਦੇ ਨਾਲ ਤੁਹਾਡਾ ਜਦੋਂ ਮਿਲਣਾ ਹੁੰਦਾ ਸੀ, ਕਿਵੇਂ ਸਮਾਂ ਬਚਦਾ ਸੀਗਾ? ਬਹੁਤ ਹੀ ਸ਼ਖਸੀਅਤ ਹੈ, ਜਦੋਂ ਵੀ ਤੁਸੀਂ ਉਹਨਾਂ ਨੂੰ ਮਿਲਦਾ ਸੀ, ਹਾਂਜੀ, ਜਦੋਂ ਤੁਸੀਂ ਮਿਲਦੇ ਸੀ, ਕਿਵੇਂ ਉਹਨਾਂ ਦੇ ਨਾਲ ਤੁਹਾਡਾ ਰਾਬਤਾ ਹੁੰਦਾ ਸੀ, ਸਮਾਂ ਬਚਦਾ ਸਾਹਿਬ ਨੇ ਮੇਰੇ ਮੋਟੂ ਪਤਲੂ ਦਾ ਟਾਈਟਲ ਸੌਂਗ ਲਿਖਿਆ ਹੋਇਆ, ਜੋ ਮੋਟੂ ਔਰ ਪਤਲੂ ਕੀ ਜੋੜੀ, ਉਹ ਗੁਲਜ਼ਾਰ ਸਾਹਿਬ ਦਾ ਲਿਖਿਆ ਹੋਇਆ ਹੈ। ਅੱਛਾ। ਜਦੋਂ ਇਹ ਗਾਣਾ ਰਿਲੀਜ਼ ਹੋ ਰਿਹਾ ਸੀ, ਗੁਲਜ਼ਾਰ ਸਾਹਿਬ ਸਟੇਜ ਤੇ ਆਏ, ਮੈਂ ਵੀ ਸਟੇਜ ਸੀ, ਤੇ ਮੇਰਾ ਦਿਲ ਕੀਤਾ ਮੈਂ ਕੁਝ ਕਹਾਂ, ਤੇ ਮੈਂ ਉਸੇ ਟਾਈਮ ਇੱਕ ਕਾਗਜ਼ ਲੈ ਕੇ, ਉਹ ਜੋ ਪੇਪਰ ਹੁੰਦੇ ਨੇ ਵੈਫਰ, ਉਹਦੇ ਉੱਤੇ ਇੱਕ ਸ਼ੇਰ ਉਹਨਾਂ ਵਾਸਤੇ ਉਹਨਾਂ ਦੇ ਸਾਹਮਣੇ ਲਿਖਿਆ ਵੀ ਔਰ ਸੁਣਾਇਆ, ਜੋ ਉਹਨਾਂ ਨੂੰ ਬੜਾ ਖੁਸ਼ ਹੋਇਆ ਕਿ हैरान हूँ। वो शेर उसने मैं स्टेज पे ही लिखा सी, उदों ही सुनाया सी गुलजार जी दे कि हैरान हूँ जब गीतों का बाजार देखता हूँ, हैरान हूँ जब गीतों का बाजार देखता हूँ, बेवकूफ जाहिल से खरीदार देखता हूँ, बेखुदी में खुद को समझ बैठा था मैं शायर, सर झुक जाता है सामने गुलजार देखता हूँ। क्या बात, वाह वाह। वो एक सजदा सी उन्होंने प्रति, मेरी एक सपना सी, वो मेरे रूबरू जो खड़े सी, मैं उन्होंने सुनाया, उन्होंने गले लगा लिया। दैट्स ਉਹ ਅਸੀਂ ਤਾਂ ਕੁਝ ਨਹੀਂ ਲਿਖਦੇ ਭਾਜੀ, ਅਸੀਂ ਤੁੱਕੇ ਜੋੜ ਕੇ ਲੈਣਾ, ਜੋੜ ਕੇ ਲਿਖਦੇ ਹਾਂ। ਉਹ ਤੇ ਫਨਕਾਰ ਹੋਏ ਨੇ ਵਾਹਿਦ, ਬਹੁਤ ਜਿਹਨੂੰ ਪੁਰਅਸਰ ਸ਼ਾਇਰੀ ਦੇ ਮਾਲਕ ਹਨ, ਉਹਨਾਂ ਦਾ। ਤੇ ਅਜੇ ਅਰੋੜਾ ਜੀ ਕਹਿੰਦੇ ਨੇ ਕਿ ਤੁਸੀਂ ਚੰਗੇ ਭਲੇ ਸ਼ਾਇਰ ਹੋ, ਔਰ ਪੂਨਮ ਜੋਸਨ ਵੀ ਕਹਿ ਰਹੇ ਹੋ ਕਿ ਤੁਸੀਂ ਇਹ ਸਾਬਤ ਕਰਤਾ ਕਿ ਤੁਹਾਡੇ ਅੰਦਰ ਵੀ ਇੱਕ ਸ਼ਾਇਰ ਹੈ ਜਿਹੜਾ ਫੌਰੀ ਇਜ਼ਹਾਰ ਦੇ ਲਈ ਤੁਹਾਡੇ ਨਾਲ ਆ ਖਲੋਂਦਾ ਜਦੋਂ ਲੋੜ ਪੈਂਦੀ ਹੈ। ਤੇ ਸਭ ਤੋਂ ਪਹਿਲਾ ਸ਼ੇਰ ਕਦੋਂ ਆਖਿਆ ਤੁਸੀਂ? मैं शौकिया, ਤੁਹਾਨੂੰ मैं दसिया ना, मैं शायरी शौकिया करता, बड़े सारे फेसबुक ਤੇ ਹਜ਼ਾरों, मैं ਜਦੋਂ भी कोई मैं उत्तर ही शेर ਵਿੱਚ ਦੇਣਾ, ਮੈਨੂੰ ਕੋਈ ਕੁਝ ਵੀ ਕਹਿੰਦਾ ਮੈਂ ਉਸ ਸ਼ੇਰ ਲਿਖ ਦੇਣਾ, ਪਰ ਸਾਹਮਣੇ ਹੋਏ ਨਹੀਂ ਹੋਣਗੇ। ਸਭ ਤੋਂ ਪਹਿਲਾ ਸ਼ੇਰ ਹੁਣ ਕਦੋਂ ਲਿਖਿਆ ਪਤਾ ਨਹੀਂ, 12 ਸਾਲ ਦੀ ਉਮਰ ਤੋਂ ਲਿਖ ਰਿਹਾ ਜੀ, ਹੁਣ ਪਤਾ ਨਹੀਂ ਕਦੋਂ ਲਿਖਿਆ ਸੀ। ਕੋਈ ਸ਼ੇਰ ਸਾਂਝੇ ਕਰੋ ਜੀ, ਕੋਈ ਇੱਕ ਦੋ ਸ਼ੇਰ ਸਾਂਝੇ ਕਰਦੇ ਹੋ ਜਿਹੜੇ ਭਾਜੀ। ਸ਼ਾਇਰੀ ਥੋੜੀ ਨਾ ਯਾਦ ਘੱਟ ਇਸ ਕਰਕੇ ਰਹਿੰਦੀ ਹੈ ਕਿ ਸ਼ਾਇਰੀ ਨੂੰ ਅਗਰ ਮੈਂ ਸ਼ਾਇਰ ਦੇ ਤੌਰ ਤੇ ਹੁੰਦਾ, ਸ਼ਾਇਦ ਮੈਂ ਰਿਪੀਟ ਯਾਦ ਜ਼ਿਆਦਾ ਰਹਿੰਦੀ, ਵਿੱਚ ਆ ਜਾਂਦੇ ਨੇ ਉਬਾਲੇ ਮਾਰਦੇ ਹੋਏ, ਪਰ ਉਹ ਆਪਣੇ ਵੀ ਹੁੰਦੇ ਆ, ਕਦੀ ਕਿਸੇ ਹੋਰ ਦੇ ਵੀ ਹੁੰਦੇ ਆ, ਤਾਂ ਮਾਫ ਕਰਿਓ ਜੇ ਕਿਸੇ ਹੋਰ ਦਾ ਵੀ ਆ ਜਾਏ, ਪਰ ਸ਼ੇਰ ਹੁੰਦਾ, ਜਿਸਨੇ ਵੀ ਲਿਖਿਆ ਉਹ ਬਹੁਤ ਖੂਬਸੂਰਤ ਲਿਖਿਆ ਹੁੰਦਾ ਹੈ। ਤਾਂ ਇੱਕ ਸ਼ੇਰ ਮੈਨੂੰ ਸਿਰਫ ਯਾਦ ਆ ਰਿਹਾ ਹੈ ਸਾਹਮਣੇ, ਉਹਨੂੰ ਦੇਖ ਕੇ, ਅਮਨ ਜੀ ਨੂੰ, कि दिल के बाजार में दौलत नहीं देखी जाती, क्योंकि तो खूबसूरत शख्सियत है मेरे सामने, कि दिल के बाजार में दौलत नहीं देखी जाती, प्यार हो जाए तो फिर सूरत नहीं देखी जाती, अरे आपकी एक मुस्कान पे अमन जी कुर्बान सारे जहां की दौलत, क्योंकि इंसान अच्छा हो तो कीमत नहीं देखी जाती।
ਵਾਹ ਜੀ ਵਾਹ। थैंक यू सो मच, थैंक यू। क्या ਅਮਨ बात। ਕੋਲੋਂ ਤਾਂ ਜੈਲਸੀ ਹੋਣ ਲੱਗ ਪਈ ਹੈ। लो मैं ਤੁਹਾਨੂੰ एक पाकिस्तान का भी एक शेर सुना देना, मैंने नहीं पता किन्होंने लिखा है ਜੀ कि ਜ਼ਰੂਰ उधर ਜੀ। जुल्फों में तंगी हो रही है खम निकलता है। मैंने शायद मैंने याद नहीं है किन्ना दा है, पर मैंने उधर जुल्फों में कंगी हो रही है खम अड़े होंदे हैं पंजाबी च, खम निकलता है, इधर रुक रुक कर खिंच खिंच कर हमारा दम निकलता है। इलाही खैर हो उलझन पे उलझन बढ़ती जाती है, ना उनका खम निकलता है ना हमारा दम निकलता है। ਵਾਹ ਜੀ ਵਾਹ। ਅੱਛਾ ਸਰ, ਜਿਹੜਾ ਤੁਸੀਂ ਮਨਜ਼ੂਮ ਸਾਬਰੀ ਬ੍ਰਦਰ ਦਾ ਸ਼ੇਰ ਸੀ, ਸਾਬਰੀ ਬ੍ਰਦਰ ਸੀ। ਤੁਸੀਂ ਮਾਸ਼ਾਅੱਲਾ ਜਿਸ ਤਰ੍ਹਾਂ ਮਨਜ਼ੂਮ ਜਵਾਬ ਦਿੰਦੇ ਹੋ ਹਰ ਚੀਜ਼ ਦਾ, ਇੱਥੋਂ ਪਤਾ ਲੱਗਦਾ ਕਿ ਤੁਹਾਡੀ ਸ਼ੇਰ ਦੇ ਨਾਲ ਕਿੰਨੀ ਜੁੜਤ ਹੈ, ਔਰ ਤੁਹਾਡੇ ਅੰਦਰ ਵੀ ਇੱਕ ਰਿਦਮ ਮੌਜੂਦ ਹੈ ਜਿਹੜਾ ਤੁਹਾਨੂੰ ਬਾਰ-ਬਾਰ ਇਸ ਗੱਲ ਤੇ ਲੈ ਆਉਂਦਾ ਹੈ ਕਿ ਤੁਸੀਂ ਜਵਾਬ ਹੀ ਮਨਜ਼ੂਮ ਦਿੰਦੇ ਹੋ। ਸਾਡੇ ਬਜ਼ੁਰਗਾਂ ਅਗਰ ਜਿਵੇਂ ਵਾਰਿਸ ਸ਼ਾਹ ਸਰਕਾਰ ਦੀ ਸਾਰੀ ਗੱਲ ਉਹਨਾਂ ਨੇ ਪੂਰਾ ਸਮਾਜ ਹੀ ਮਨਜ਼ੂਮ ਕਰ ਦਿੱਤਾ, ਔਰ ਇਸ ਤਰ੍ਹਾਂ ਹੀ ਸ਼ਾਹ ਹੁਸੈਨ ਔਰ ਮੀਆਂ ਮੁਹੰਮਦ ਬਖਸ਼, ਤੇ ਉਹ ਜਿਹੜੀ ਸੂਫੀਆਂ ਦੀ ਖੁਸ਼ਬੂ ਜੋ ਆ ਰਹੀ ਹੈ, ਇਹ ਸਾਨੂੰ ਦੱਸ ਰਹੀ ਹੈ ਕਿ ਜਿਹੜਾ ਫਿਊਚਰ ਹੈ ਫਿਲਮ ਦਾ ਉਹ ਇਨਸਾਨਾਂ ਨਾਲ ਜੁੜਿਆ ਹੋਇਆ ਹੈ। ਤੇ ਇਹ ਸਾਰੇ ਦੱਸੋ ਜਿਹੜਾ ਤੁਹਾਡੀ ਅਗਲੀ ਪੀੜ੍ਹੀ ਹੈ ਉਹਦੇ ਚ ਵੀ ਕੋਈ ਤੁਹਾਡੇ ਚ ਤੁਹਾਡੀ ਲਾਈਨ ਤੇ ਕੋਈ ਚੱਲਿਆ ਕੋਈ ਬੱਚਿਆਂ ਚੋਂ? ਨਹੀਂ, ਮੇਰਾ ਲਾਈਨ ਤੇ ਚੱਲਣ ਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਆਪਣੀ ਛੂਟ ਦਿੱਤੀ ਜੋ ਦੇਣੀ ਵੀ ਚਾਹੀਦੀ, ਕਿ ਜੋ ਉਹਨਾਂ ਦਾ ਸ਼ੌਂਕ ਹੈ। ਜੇ ਉਹਨਾਂ ਨੂੰ ਅਸੀਂ ਜ਼ਬਰਦਸਤੀ ਆਪਣੀ ਲਾਈਨ 'ਚ ਲੈ ਕੇ ਆਵਾਂਗੇ ਫਿਰ ਉਹ ਕਰਨ। ਉਹ ਫਿਰ ਇੱਕ ਹੋਰ ਗੱਲ ਹੁੰਦੀ ਹੈ, ਜਦੋਂ ਇੱਕ ਘਰ ਦੇ ਵਿੱਚ ਮੇਰਾ ਮੰਨਣਾ ਹੈ ਕਿ ਕੋਈ ਇੱਕ ਪੇੜ ਬਰਗਦ ਬਣ ਜਾਂਦਾ ਹੈ ਨਾ, ਤੇ ਫਿਰ ਉਹ ਪਨਪ ਨਹੀਂ ਪਾਉਂਦੇ ਉੱਥੇ, ਤੁਹਾਡੀ ਹੀ ਪਰਛਾਈ ਬਣ ਕੇ ਰਹਿ ਜਾਂਦੇ ਹਨ ਜ਼ਿਆਦਾਤਰ। तो ज्यादा अच्छा है वो अपनी पहचान बनान, वो हरविंदर मंकड़ ਦੇ ਬੱਚੇ ਨਾ ਕਹਿਲਾਣ, ਉਹ ਆਪਣੇ ਆਪ ਵਿੱਚ ਕਹਿਲਾਣ ਕਿ ਉਹਨਾਂ ਦੀ ਇੱਕ ਸ਼ਖਸੀਅਤ ਹੈ। ਇਹ ਮੈਂ ਹਮੇਸ਼ਾ ਉਹਨਾਂ ਨੂੰ ਖੁੱਲੀ ਛੂਟ ਦਿੱਤੀ, ਔਰ ਉਹਨਾਂ ਨੇ ਖੈਰ ਆਪਣੇ ਮੁਕਾਮ ਵੀ ਹਾਸਲ ਕੀਤੇ। ਜੀ ਮੈਂ ਹੁਣੇ ਤੁਹਾਡੀਆਂ ਜਿਹੜਾ ਜੀ ਸਰ ਹਾਂਜੀ ਠੀਕ ਹੈ ਜੀ, ਸੌਰੀ ਮੈਂ ਜਿਹੜਾ ਤੁਸੀਂ ਸਾਹਿਬ ਦਾ ਹੁਣੇ ਜਵਾਬ ਦਿੱਤਾ ਹੈ, ਮੈਂ ਉਹਦੇ ਨਾਲ ਰਿਲੇਟਡ ਹੀ ਮੇਰਾ ਕੁਐਸਚਨ ਨਿਕਲਿਆ ਹੁਣੇ ਕਿ ਮੋਸਟ ਆਫ ਦਾ ਜਿਹੜਾ ਪੇਰੈਂਟਸ ਹੈਗੇ ਆ ਹੁੰਦੇ ਆ ਲਾਈਕ ਕਿ ਡਾਕਟਰ ਹੈ ਤਾਂ ਸਾਡਾ ਬੱਚਾ ਡਾਕਟਰ ਬਣੇ, ਮਤਲਬ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਇੰਪੋਜ਼ ਕਰਨੀ ਆ ਆਪਣੀ ਜੋ ਵੀ ਡਿਸੀਜ਼ ਬੱਚਿਆਂ ਦੇ ਉੱਤੇ, ਤੇ ਡਾਕਟਰ ਹੈ ਤਾਂ ਡਾਕਟਰ ਇੰਜੀਨੀਅਰ ਬਣਨਾ ਹੈ, ਮਤਲਬ ਜੋ ਉਹਨਾਂ ਦੀ ਹੁੰਦੀ ਆ ਜਿਸ ਪ੍ਰੋਫੈਸ਼ਨ ਦੇ ਵਿੱਚ ਉਹ ਚਾਹੁੰਦੇ ਸਾਡੇ ਬੱਚੇ ਵੀ ਉਹੀ ਬਣਨ। ਤੇ ਤੁਸੀਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਇਹ ਉਹੀ ਮੈਸੇਜ ਹੈ। ਮੇਰੀ ਇੱਕ ਫਿਲਮ ਆਣੀ ਹੈ ਜ਼ਿੰਦਗੀ ਜ਼ੈਰੋਕਸ, ਉਹ ਇਹੀ ਕਹਾਣੀ ਹੈ ਜੀ। ਮੈਂ ਹਮੇਸ਼ਾ ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਅਸੀਂ ਸਾਡੇ ਆਪਣੇ ਬੱਚਿਆਂ ਦੇ ਦਿਮਾਗ 'ਚ ਇੰਨਾ ਪ੍ਰੈਸ਼ਰਾਈਜ਼ ਕਰ ਦਿੰਦੇ ਹਾਂ ਵੀ ਬੱਚਿਆਂ ਨੂੰ ਅਗਰ ਉਹ ਐਕਟਿੰਗ ਵੱਲ ਉਹਦਾ ਝੁਕਾਅ ਹੈ, ਅਸੀਂ ਕਹਿੰਦੇ ਹਾਂ ਤੂੰ ਸਲਮਾਨ ਖਾਨ ਹੀ ਬਣਨਾ ਹੈ, ਡਿੱਟੋ ਮੈਨੂੰ ਉਹੀ ਚਾਹੀਦਾ, ਤੂੰ ਆਮਿਰ ਖਾਨ ਹੀ ਬਣਨਾ ਹੈ, ਤੂੰ ਅਕਸ਼ੇ ਕੁਮਾਰ ਹੀ ਬਣਨਾ ਹੈ, ਅਗਰ ਉਹ ਕਿਸੇ ਹੋਰ ਨੇਤਾ ਹੈ ਤਾਂ ਤੂੰ ਐਦੇ ਵਰਗਾ ਹੀ ਬਣਨਾ ਹੈ। ਅਸੀਂ ਉਸ ਨੂੰ ਕਾਰਬਨ ਕਾਪੀ ਬਣਾਉਣ ਦੀ ਕੋਸ਼ਿਸ਼ ਕਰਨੇ ਹਾਂ, ਔਰ ਮੈਂ ਹਮੇਸ਼ਾ ਕਹਿਣਾ ਕਿ ਵੈਲਿਊ ਓਰੀਜਨਲ ਡਾਕੂਮੈਂਟ ਦੀ ਹੁੰਦੀ ਹੈ, ਕਾਰਬਨ ਕਾਪੀ ਜਾਂ ਡੁਪਲੀਕੇਟ ਫੋਟੋ ਸਟੇਟ ਦੀ ਵੈਲਿਊ ਨਹੀਂ ਹੁੰਦੀ। ਤੁਸੀਂ ਬੱਚਿਆਂ ਨੂੰ ਜੋ ਉਹਦਾ ਸ਼ੌਂਕ ਹੈ, ਉਹ ਅਗਰ ਉਹਦਾ ਨਾਂ ਮੁਹੰਮਦ ਹੈ ਤਾਂ ਉਹ ਮੁਹੰਮਦ ਬਣੇ, ਅਗਰ ਉਹ ਅਜ਼ਾਮ ਮਲਿਕ ਹੈ ਤਾਂ ਅਜ਼ਾਮ ਮਲਿਕ ਬਣੇ ਨਾ, ਉਹਨੂੰ ਸਲਮਾਨ ਖਾਨ ਬਣ ਕੇ ਤੇ ਉਹਦੀ ਫੋਟੋ ਸਟੇਟ ਹੋ ਜਾਊਗਾ। ਔਰ ਫੋਟੋ ਸਟੇਟ ਨਹੀਂ ਚੱਲਦੀ, ਡਾਕੂਮੈਂਟ ਓਰੀਜਨਲ ਦੀ ਸਟੈਂਪ ਹੀ ਚੱਲਦੀ ਹੈ, ਤਾਂ ਓਰੀਜਨਲ ਬਣੋ। ਸੋ ਓਰੀਜਨਲ ਜੋ ਤੁਸੀਂ ਹੋ, ਬੱਚਾ ਬਣਨਾ ਚਾਹੁੰਦਾ ਉਸਨੂੰ ਉਧਰ ਵਧਣ ਦਿਓ। ਤੁਹਾਨੂੰ ਮਾਪਿਓ ਨੂੰ ਇੰਨੀ ਅੱਖ ਹੋਣੀ ਚਾਹੀਦੀ ਹੈ ਸੋਚ ਕਿ ਉਹ ਵੇਖੇ ਬੱਚੇ 'ਚ ਸ਼ੌਂਕ ਕਿਸ ਚੀਜ਼ ਦਾ। ਅਗਰ ਉਸਨੂੰ ਡਰਾਇੰਗ ਦਾ ਸ਼ੌਂਕ ਹੈ, ਅਗਰ ਉਸਨੂੰ ਗਾਣੇ ਦਾ ਸ਼ੌਂਕ ਹੈ, ਤਾਂ ਉਹਨੂੰ ਉਸ ਤਰ੍ਹਾਂ ਭੇਜੋ, ਪ੍ਰੈਸ਼ਰਾਈਜ਼ ਨਹੀਂ ਕਰੋ। ਤੁਸੀਂ ਆਪਣੀ ਖਵਾਇਸ਼ਾਂ ਨੂੰ ਬੱਚਿਆਂ ਦੇ ਮੋਢਿਆਂ ਤੇ ਲੱਦ ਕੇ ਕਾਹਨੂੰ ਉਹਨਾਂ ਦੇ ਮਾਸੂਮ ਬਚਪਨ ਨੂੰ ਖਰਾਬ ਕਰਦੇ। ਉਹ ਬਚਪਨ ਉਹਨਾਂ ਦਾ ਜੀਣ ਦਿਓ, ਉਹਨਾਂ ਨੂੰ ਆਪਣੀ ਮਰਜ਼ੀ ਦੇ ਨਾਲ। ਤੁਸੀਂ ਹਾਂ ਕੇਅਰ ਟੇਕਰ ਹੋ, ਤੁਸੀਂ ਉਹਨਾਂ ਦੀ ਕੇਅਰ ਕਰ ਸਕਦੇ ਹੋ, ਤੁਸੀਂ ਉਹਨਾਂ ਦਾ ਭਲਾ ਬੁਰਾ ਸੋਚ ਸਕਦੇ ਹੋ, ਤੁਸੀਂ ਉਹਨਾਂ ਦੇ ਅਕਾਊਂਟਸ ਤੇ ਨਿਗਰਾਨੀ ਰੱਖੋ, ਆਪਣੇ ਮਾਪਿਓ ਦਾ ਫਰਜ਼ ਬਣਦਾ ਹੈ। ਪਰ ਤੁਸੀਂ ਉਹਨਾਂ ਨੂੰ ਡੰਡੇ ਦੇ ਜ਼ੋਰ ਤੇ ਤੋਰੋਗੇ, ਅਗਰ ਉਹ ਤੁਰਤਾ ਪਊਗਾ, ਫਿਰ ਉਹ ਨਾ ਘਰ ਦਾ ਰਹੂਗਾ ਨਾ ਘਾਟ ਦਾ ਰਹੂਗਾ, ਫਿਰ ਉਹ ਨਾ ਤੇ ਉਹ ਆਪ ਖੁਦ ਰਹਿ ਜਾਊਗਾ, ਨਾ ਫਿਰ ਐਗਜ਼ਾਮਪਲ ਦਾ ਮਲਿਕ ਸਾਹਿਬ ਰਹਿ ਜਾਊਗਾ, ਨਾ ਸਲਮਾਨ ਖਾਨ ਰਹਿ ਜਾਊਗਾ, ਵਿਚਕਾਰ ਹੀ ਕੁਝ ਬਣ ਜਾਊਗਾ, ਤੇ ਉਹ ਜ਼ਿੰਦਗੀ ਪਰ ਫਿਰ ਪਛਤਾਉਂਦਾ ਰਹੇਗਾ। ਤਾਂ ਉਸ ਨੂੰ ਕਹੋ, ਕਰਨ ਦਿਓ ਉਹਨਾਂ ਨੂੰ, ਠੋਕਰਾਂ ਖਾਣਗੇ ਤਾਂ ਹੀ ਤਾਂ ਅੱਗਨ। ਮਹਿੰਦੀ ਵੀ ਜਿਹੜੀ ਹੁੰਦੀ ਹਿਨਾ ਵੀ, ਉਹ ਪੱਥਰ ਤੇ ਘਿਸਣ ਤੋਂ ਬਾਅਦ ਹੀ ਤਾਂ ਰੰਗ ਲੈ ਕੇ ਆਉਂਦੀ। ਜਦ ਤੱਕ ਉਹ ਘਿਸਣ ਦਿਓ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ, ਠੋਕਰਾਂ ਖਾਣ ਦਿਓ ਉਹਨਾਂ ਨੂੰ। ਤੁਸੀਂ ਗੱਡੀ ਚਲਾਉਂਦੇ ਹੋ ਹਾਈਵੇ ਦੇ ਉੱਤੇ, ਕਿੰਨੇ ਸਪੀਡ ਬ੍ਰੇਕਰ ਆਉਂਦੇ ਆ, ਕਿਆ ਤੁਸੀਂ ਗੱਡੀ ਚਲਾਉਣਾ ਥੋੜਾ ਛੱਡ ਦਿੰਦੇ? ਗੱਡੀ ਹੌਲੇ ਹੁੰਦੀ ਹੈ, ਉੱਚੀ ਹੁੰਦੀ ਹੈ, ਫਿਰ ਲੈ ਜਾਂਦੀ ਹੈ, ਫਿਰ 110 ਦੀ ਸਪੀਡ ਤੇ ਆ ਜਾਂਦੀ ਵਾਪਸ। ਇਹ ਲਾਈਫ ਵੀ ਇੱਦਾਂ ਹੀ ਹੈ, ਇਸ ਨੂੰ ਚੱਲਣ ਦਿਓ, ਬਹਿਣ ਦਿਓ, ਬਹਿੰਦੀ ਨਦੀ ਵਾਂਗ ਚੱਲਣ ਦਿਓ। ਮਲਿਕ ਸਾਹਿਬ, ਅਗਰ ਅਸੀਂ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਾਂਗੇ, ਅਸੀਂ ਆਪਣਾ ਘਾਟਾ ਕਰ ਰਹੇ ਹਾਂ, ਉਹ ਫਿਰ ਕਿਸੇ ਥਾਂ ਜੋਗੇ ਨਹੀਂ ਰਹਿਣ। ਜੀ ਬਿਲਕੁਲ ਸਹੀ ਮਲਿਕ ਸਾਹਿਬ। ਅੱਛਾ ਸਰ, ਬੜੀ ਤੁਸੀਂ ਸੋਹਣੀ ਗੱਲ ਸੁਣਨ ਨੂੰ ਕੀਤੀ ਕਿ ਉਹਨਾਂ ਨੂੰ ਬੱਚਿਆਂ ਨੂੰ ਪਰਵਰਿਸ਼ ਦਾ ਅਸੂਲ ਵੀ ਪਤਾ ਲੱਗ ਗਿਆ,
ਕਿ ਬੱਚੇ ਅਗਰ ਆਪ ਹੀ ਆਪਣੇ ਰੰਗ 'ਚ ਰਹਿਣ ਤੇ ਉਹ ਕਾਮਯਾਬ ਹੁੰਦੇ ਨੇ। ਤੇ ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ ਚਾਹੀਦਾ। ਅੱਛਾ, ਤੁਸੀਂ ਜਦੋਂ ਲਿਖਦੇ ਹੋ ਤੇ ਤੁਹਾਨੂੰ ਪੰਜਾਬੀ ਲਿਖਣਾ ਸੌਖਾ ਲੱਗਦਾ ਹੈ ਜਾਂ ਹੋਰ ਕਿਸੇ ਭਾਸ਼ਾ 'ਚ, ਜਦੋਂ ਤੁਸੀਂ ਜਾਂ ਇਹ ਸੋਚ ਕੇ ਲਿਖਦੇ ਹੋ ਕਿ ਸੁਣਨ ਵਾਲਿਆਂ ਨੂੰ ਕਿਹੜੀ ਆਸਾਨੀ ਰਹੇਗੀ, ਕਿਉਂਕਿ ਤੁਹਾਡੇ ਅੰਦਰ ਪੰਜਾਬੀ 'ਚ ਖਿਆਲ ਪੁੰਗਰਦੇ ਨੇ? ਨਹੀਂ ਨਹੀਂ, ਉਹ ਦੇਖੋ, ਉਹ ਮੈਂ ਦੋਨੋਂ ਭਾਸ਼ਾ 'ਚ ਲਿਖ ਲੈਣਾ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਹਿੰਦੀ ਜਦੋਂ ਲਿਖਣੀ ਹੁੰਦੀ ਹਿੰਦੀ 'ਚ ਲਿਖ ਲੈਣਾ, ਜਦੋਂ ਪੰਜਾਬੀ 'ਚ ਲਿਖਣਾ ਪੰਜਾਬੀ 'ਚ, ਔਰ ਇੰਗਲਿਸ਼ 'ਚ ਲਿਖਣਾ ਇੰਗਲਿਸ਼। ਮੈਨੂੰ ਉਹ ਜਦੋਂ ਜਿਹੜੀ ਥਿੰਕਿੰਗ ਤੁਸੀਂ ਫੋਕਸ ਬਣਾ ਕੇ ਕੰਮ ਕਰਦੇ ਹੋ ਉਹ ਸਾਰੀਆਂ ਭਾਸ਼ਾ ਵਿੱਚ ਹੋ ਜਾਂਦਾ ਹੈ। ਮੈਨੂੰ ਯਾਦ ਹੈ, ਮੈਂ ਨਾਰਵੇ ਦੇ ਵਿੱਚ ਫਿਲਮ ਫੈਸਟੀਵਲ ਵਿੱਚ ਗਿਆ ਸੀਗਾ, ਤੇ ਤਾਂ ਮੇਰੀ ਅੰਗਰੇਜ਼ੀ ਮੈਨੂੰ ਝਿਜਕ ਆਉਂਦੀ ਸੀ ਬੋਲਣ ਤੇ ਉਹ ਮੇਰਾ ਇੰਟਰਵਿਊ ਲੈਣ ਆ ਗਈ ਉੱਥੇ ਦੀ ਨਾਰਵੇਰੀਅਨ ਦੇ ਵਿੱਚ। ਉਹ ਵੀ ਮਤਲਬ ਮੈਂ ਇੰਗਲਿਸ਼ ਤਾਂ ਬੜੀ ਦੂਰ ਦੀ ਗੱਲ ਹੈ, ਨਾਰਵੇਰੀਅਨ ਮੈਨੂੰ ਆਉਂਦੀ ਕੋਈ ਨਹੀਂ। ਉਹ ਵੀ ਪੁੱਛੀ ਜਾ ਰਹੀ ਹੈ, ਮੈਂ ਵੀ ਬੋਲੀ ਜਾ ਰਿਹਾ। ਮੈਨੂੰ ਨਹੀਂ ਪਤਾ ਉਹ ਕਿੰਨੇ ਲੋਕਾਂ ਨੂੰ ਸਮਝ ਆਇਆ ਹੋਣਾ, ਮੈਂ ਤਾਂ ਖੁਦ ਨੂੰ ਸਮਝ ਨਹੀਂ ਆਇਆ ਮੈਂ ਕੀ ਉੱਤਰ ਦਿੱਤਾ ਸੀ। ਪਰ ਉਹ ਭਾਸ਼ਾ ਕੋਈ ਮਾਇਨੇ ਨਹੀਂ ਰੱਖਦੀ ਭਾਜੀ। ਭਾਸ਼ਾ ਉਹ ਹੋਣੀ ਚਾਹੀਦੀ ਹੈ ਜਿਹੜੀ ਸਮਝ ਆਵੇ, ਜਿਹੜੀ ਲੋਕਾਂ ਦੇ ਦਿਲਾਂ ਵਿੱਚ ਉਤਰ ਜਾਵੇ। ਉਹ ਹਰ ਬੋਲੀ ਚੰਗੀ ਹੈ, ਸਿੰਪਲ ਵਰਡ ਹੋਣੇ ਚਾਹੀਦੇ ਹੈ, ਸਿੰਪਲ ਗੱਲ ਸਿੱਧੀ ਇੱਥੇ ਠਾਂ ਕਰਕੇ ਲੱਗਣੀ ਚਾਹੀਦੀ ਹੈ ਦਿਲ ਦੇ ਵਿੱਚ। दिल का हुजरा साफ कर जाना के आने के लिए, ध्यान गैरों का हटा उसको बिठाने के लिए। जब खुदा ਨੂੰ ਬਿਠਾਉਣ ਵਾਸਤੇ ਸਫਾਈ ਕਰੋਗੇ ਨਾ, ਉਦੋਂ ਤੁਸੀਂ ਲੋਕਾਂ ਦੇ ਦਿਲਾਂ ਵਿੱਚ ਅਗਰ ਜਾਣਾ ਹੈ ਤੇ ਦਿਲਾਂ ਨੂੰ ਪੜ੍ਹਨਾ ਸਿੱਖੋ। ਇਨਸਾਨ ਨੂੰ ਪੜ੍ਹਨ, ਉਹਦੀ ਅੱਖਾਂ ਪੜ੍ਹਨੀਆਂ ਸਿੱਖੋ। ਇਨਸਾਨ ਦੀ ਸਭ ਤੋਂ ਵੱਡੀ ਸੱਚਾਈ ਉਹਦੀ ਅੱਖ ਹੈ। ਜੇ ਉਹ ਤੁਹਾਡੀ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰਦਾ, ਉਸ ਇਨਸਾਨ ਨਾਲ ਕਦੀ ਕੋਈ ਵਾਸਤਾ ਨਾ ਰੱਖੋ। ਉਹ ਇੱਕ ਦਿਨ ਖੰਜਰ ਭੌਂਕ ਹੀ ਦਊਗਾ ਤੁਹਾਡੀ। ਵਾਹ ਕੀ ਬਾਤ ਸਰ, ਇੰਨੀ ਤੁਸੀਂ ਵਰਸਟਾਈਲ ਪਰਸਨੈਲਿਟੀ ਹੋ, ਇੰਨੀ ਐਕਟਿਵਨੈਸ, ਇੰਨੀ ਡੈਡੀਕੇਸ਼ਨ ਦੇ ਨਾਲ ਕੰਮ ਕਰਦੇ ਹੋ। ਇਹ ਕਿਵੇਂ, ਕੀ ਖਾਂਦੇ ਹੋ ਤੁਸੀਂ? ਕਿਵੇਂ ਪੋਸੀਬਲ ਹੈ ਕਿ ਇੱਕ ਇਨਸਾਨ ਦੇ ਲਈ ਇੰਨੇ ਸਾਰੇ ਕੰਮ ਕਰਨਾ? ਦੋ ਸੁੱਕੀਆਂ ਰੋਟੀਆਂ ਔਰ ਦਾਲ ਦੇ ਇਲਾਵਾ ਔਰ ਸਬਜ਼ੀ ਦੇ ਇਲਾਵਾ ਦੁਨੀਆ ਦੀ ਕੋਈ ਬਿਹਤਰੀਨ ਚੀਜ਼ ਖਾਂਦਾ ਹੀ ਨਹੀਂ। ਮੈਂ ਚਾਹੇ ਇੰਡੀਆ 'ਚ ਹਾਂ, ਚਾਹੇ 5 ਸਟਾਰ 'ਚ ਹਾਂ, ਚਾਹੇ 8 ਸਟਾਰ 'ਚ ਹਾਂ, ਮੈਂ ਉਹੀ ਖਾਣਾ ਜੋ ਮੈਂ ਗਰੀਬੀ 'ਚ ਵੀ ਖਾ ਸਕਾਂ, ਜੋ ਮੈਂ ਅਮੀਰੀ 'ਚ ਵੀ ਖਾ ਸਕਾਂ, ਤਾਂ ਕਿ ਕੱਲ ਮੈਨੂੰ ਪਛਤਾਵਾ ਨਾ ਹੋਏ ਜਾਂ ਕੱਲ ਮੈਨੂੰ ਡਿਪਰੈਸ਼ਨ ਨਾ ਹੋਏਗੀ ਯਾਰ ਕਦੀ ਤੇ ਰਾਜ ਕਰਦੇ ਸੀ, ਅੱਜ ਕੀ ਹੋ ਗਿਆ। ਕਿਉਂਕਿ ਵਕਤ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ। ਵਕਤ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ। ਵਕਤ ਔਰ ਉੱਚੇ ਕਹਿੰਦੇ ਨਾ, ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ, ਉਸ ਤੋਂ ਡਰ ਕੇ ਰਹੋ। ਕਦੀ ਉੱਚੇ ਬੋਲ ਨਹੀਂ ਬੋਲਣੇ ਚਾਹੀਦੇ। ਇਸ ਤੋਂ ਮੂੰਹ ਚੋਂ ਨਿਕਲੇ ਹੋਏ ਸ਼ਬਦ, ਤੀਰ ਚੋਂ ਨਿਕਲਿਆ ਕਮਾਨ, ਵਾਪਸ ਲੈਣਾ ਬਹੁਤ ਔਖਾ ਹੋ ਜਾਂਦਾ ਹੈ। सोच के बोलो, समझ के बोलो, सोच के खाओ, घट खाओ, घट बोलो, घट सोवो, जिंदगी हसीन हो जाए। जिंदगी गुलजार है, बहुत सोहना नाटक है, पाकिस्तानी ड्रामा सीगा जी। जी जी अमन बोलो ਜੀ। ਹਾਂਜੀ ਸਰ, ਮੈਂ ਉਹੀ ਤੁਹਾਡੀ ਫਿਰ ਰੂਟੀਨ ਦੀ ਅਗਰ ਮੈਂ ਗੱਲ ਕਰਾਂ ਤੇ ਜਿਵੇਂ ਕਿ ਮੈਂ ਤੁਹਾਡੇ ਬਾਰੇ ਥੋੜਾ ਜਾਣਿਆ ਕਿ ਤੁਸੀਂ ਬਹੁਤ ਅਰਲੀ ਉੱਠਦੇ ਹੋ ਤੇ ਆਪਣਾ ਜਿਹੜਾ ਲਿਖਣ ਦਾ ਕੰਮ ਹੈ, ਆਪਣਾ ਜੋ ਵੀ ਹੈ, ਤੁਸੀਂ ਸਵੇਰੇ ਉੱਠ ਕੇ ਲਿਖਦੇ ਹੋ। ਇਹ ਕਿਵੇਂ ਪੋਸੀਬਲ ਹੈ? ਕਿਉਂਕਿ ਅਸੀਂ ਤਾਂ ਸੁਣਦੇ ਹੋ ਕਿ ਡਾਕਟਰ ਸਾਨੂੰ ਹਮੇਸ਼ਾ ਐਡਵਾਈਸ ਕਰਦੇ ਆ ਜੀ 7-8 ਘੰਟੇ ਦੀ ਤੁਸੀਂ ਨੀਂਦ ਲਓ ਪੂਰੀ, ਤਾਂ ਜਾ ਕੇ ਤੁਸੀਂ ਪੂਰੇ ਦਿਨ ਦੀ ਜਿਹੜੀ ਰੂਟੀਨ ਹੈ ਉਹ ਅੱਛੇ ਤਰੀਕੇ ਨਾਲ ਤੁਸੀਂ ਐਕਟਿਵਨੈਸ ਨਾਲ ਕੰਮ ਕਰ ਸਕਦੇ ਹੋ। ਪਰ ਤੁਸੀਂ ਤਾਂ ਸੌਂਦੇ ਹੀ ਬਹੁਤ ਘੱਟ ਹੋ। ਬਟ नहीं मैं सोंदा घट नहीं, मैं जल्दी सोना। मैं रात मैं 2-2 ਵਜੇ ਤੱਕ ਮੋਬਾਈਲਾਂ ਦੇ ਉੱਤੇ, ਮੈਂ 7 ਵਜੇ ਤੋਂ ਬਾਅਦ ਕਿਸੇ ਦਾ ਫੋਨ ਅਟੈਂਡ ਹੀ ਨਹੀਂ ਕਰਦਾ। 90% ਕੋਈ ਐਮਰਜੈਂਸੀ ਜਾਂ ਕੋਈ ਖਾਸ ਅਗਰ ਨਾ ਹੋਵੇ, ਉਸ ਦਿਨ ਸ਼ੂਟਿੰਗ ਨਾ ਹੋ ਰਹੀ ਹੋਵੇ, ਚਲੋ ਕਿਸੇ ਵਜ੍ਹਾ ਅਗਰ ਸ਼ੂਟਿੰਗ ਹੋ ਰਹੀ ਹੈ ਤਾਂ ਚਲੋ ਉਹ ਤੇ ਇੱਕ ਅਲੱਗ ਗੱਲ ਹੋ ਜਾਂਦੀ ਹੈ। ਵਰਨਾ ਮੈਂ 7 ਤੋਂ ਬਾਅਦ ਕਿਸੇ ਦਾ ਮੋਬਾਈਲ ਅਟੈਂਡ ਨਹੀਂ ਕਰਦਾ। ਔਰ 9 ਵਜੇ ਮੈਂ ਸੋ ਜਾਣਾ ਨਾਲ, 9, 9:30, 10, ਤਾਂ ਹੀ 3 ਵਜੇ ਉੱਠਣਾ ਪਏਗਾ ਨਾ ਤੁਹਾਨੂੰ। ਉਹ ਪਰ ਉਸ ਵੇਲੇ ਉਹ ਕਸਤੂਰੀ ਬਣਦਾ, ਉਸ ਵੇਲੇ ਉਹ ਸਤ ਮੁਰਸ਼ਿਦ ਆਪ ਤੁਹਾਨੂੰ ਜਗਾਉਣ ਆਉਂਦਾ। ਸਭ ਤੋਂ ਅੱਛਾ ਵੇਲਾ ਉਹੀ ਹੁੰਦਾ ਜੋ ਝੋਲੀ 'ਚ ਭਰ ਕੇ ਤੁਹਾਨੂੰ ਸਭ ਕੁਝ ਦੇਣ ਆਉਂਦਾ ਤੇ ਅਸੀਂ ਖਰਾਟੇ ਮਾਰ ਰਹੇ ਹੁੰਦੇ ਹਾਂ। ਉਦੋਂ ਕੋਈ ਗੱਡੀ ਨਹੀਂ ਚੱਲ ਰਹੀ ਹੁੰਦੀ, ਹਾਰਨ ਨਹੀਂ ਵੱਜ ਰਹੇ ਹੁੰਦੇ, ਕੋਈ ਬੈਲ ਨਹੀਂ ਮਾਰਦਾ, ਕੋਈ ਫੋਨ ਨਹੀਂ ਵੱਜਦਾ। ਖੂਬਸੂਰਤ ਮਾਈਂਡ ਹੁੰਦਾ ਔਰ ਉਸ ਟਾਈਮ ਤੁਸੀਂ ਬਹੁਤ ਕੁਝ ਲਿਖ ਵੀ ਸਕਦੇ ਹੋ, ਸੋਚ ਵੀ ਸਕਦੇ ਹੋ। ਸੋ ਤੜਕੇ ਵੇਲੇ, ਪ੍ਰਭਾਤ ਵੇਲੇ ਦਾ ਬਹੁਤ ਮਹੱਤਵ ਹੈ। ਉਦੋਂ ਲੇਕਿਨ ਅਸੀਂ ਜ਼ਬਰਦਸਤੀ ਜਾਗਣਾ, ਆਪਣਾ ਅਸੀਂ ਦਿਨਚਰਿਆ ਖਰਾਬ ਕਰ ਲਈਏ, ਸਾਨੂੰ ਕੁਝ ਵੀ ਨਾ ਹੋਵੇ, ਅਸੀਂ ਫਿਰ ਵੀ ਜਾਗਦੇ ਰਹਿੰਦੇ ਹਾਂ। ਬੇਵਜ੍ਹਾ ਅਸੀਂ ਟੀਵੀ ਲਗਾ ਕੇ ਬੈਠੇ ਰਹਿੰਦੇ ਹਾਂ 2, 1, 2, 2:30 ਵਜਾ ਦਿੰਦੇ ਹਾਂ। तो जो सोएगा ही 2:30 बजे, उठोगा कितने बजे? ਸਹੀ ਗੱਲ ਹੈ। ਕਹਿੰਦੇ ਨੇ ਚੰਗੀਆਂ ਆਦਤਾਂ ਪਾਣੀਆਂ ਪੈਂਦੀਆਂ ਨੇ, ਜਿਹੜੀਆਂ ਮਾੜੀਆਂ ਆਦਤਾਂ ਤਾਂ ਆਪਣੇ ਆਪ ਲੱਗ ਜਾਂਦੀਆਂ। ਉਹਦੇ ਲਈ ਸਾਨੂੰ ਕੜੀ ਮਿਹਨਤ ਬਣਾਉਣਾ ਪੈਂਦਾ ਆਪਣੇ ਆਪ ਨੂੰ। ਜੀ ਮਲਿਕ ਸਾਹਿਬ। ਜੀ ਮਲਿਕ ਸਾਹਿਬ, ਤੁਸੀਂ ਦੱਸੋ ਕਿੰਨੇ ਵਜੇ ਸੌਂਦੇ ਹੋ? मलिक साहब तो गाने सुनो। हाँ जी, आवाज नहीं आ रही मलिक साहब की। म्यूट हो गया सी सर दा। जी चलिए अमन जी। हाँ अपना कंटिन्यू कर दिया सर। जिवें तुहानू नेशनल इंटरनेशनल लेवल ते अवार्ड्स मिले ने,
ਤੁਹਾਨੂੰ ਇੰਨਾ ਮਾਣ ਸਨਮਾਨ ਮਿਲਿਆ ਆ, ਤੇ ਤੁਸੀਂ ਉਸੇ ਅਵਾਰਡ ਸੈਰੇਮਨੀਜ਼ ਦੇ ਵਿੱਚ ਜਦੋਂ ਜਾਂਦੇ ਆ, ਤੁਸੀਂ ਐਜ਼ ਏ ਜੂਰੀ ਵੀ ਗਏ ਹੋ ਇੰਟਰਨੈਸ਼ਨਲ ਲੈਵਲ ਤੇ, ਲਾਈਕ ਆਸਟ੍ਰੇਲੀਆ। ਹੋਰ ਤੁਹਾਡਾ ਮੈਂ ਬਹੁਤ ਇਹ ਜਾਣਦੀ ਹਾਂ ਕਿ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਐਜ਼ ਏ ਜੂਰੀ ਵੀ ਤੁਸੀਂ ਗਏ ਹੋ, ਤੇ ਕਾਫੀ ਸਾਰਾ ਤੁਸੀਂ ਕੰਮ ਵੀ ਕੀਤਾ। ਇੰਨਾ ਕੁਛ ਮਾਣ ਸਨਮਾਨ ਮਿਲਣ ਤੋਂ ਬਾਅਦ ਕੀ ਮਹਿਸੂਸ ਕਰਦੇ? ਸਿਰਫ ਸ਼ੁਕਰਾਨਾ। ਵਾਹ। ਇੱਕ ਤੁਹਾਨੂੰ ਛੋਟੀ ਜੀ ਗੱਲ ਸੁਣਾ ਦੇਣਾ। ਸ਼ੁਕਰਾਨਾ ਕਹਿੰਦੇ ਆ ਨਾ, ਦੇਖੋ ਅਗਰ ਅਸੀਂ ਈਗੋ ਪਾਲ ਲਵਾਂਗੇ, ਅਸੀਂ ਅਗਰ ਵਡੇਰਾਪਨ ਪਾਲ ਲਵਾਂਗੇ ਤੇ ਸਾਡਾ ਆਪਣਾ ਹੀ ਨੁਕਸਾਨ ਹੈ। और अमन मलिक साहब, ईगो की है। जी जी। एक शेर सुनाना चाहूंगा कि इतनी सी बात समुंदर को खल गई, इतनी सी बात समुंदर को खल गई कि एक कागज की कश्ती मुझ पे कैसे चल गई। ये ईगो है, एडा वड्डा समुंदर है। सो ਅਸੀਂ ਆਪਣੇ ਆਪ ਨੂੰ ਸ਼ੁਕਰਾਨਾ ਅਦਾ ਕਰਨਾ ਚਾਹੀਏ। ਇੱਕ ਬਾਦਸ਼ਾਹ ਸੀ, ਬਹੁਤ ਅੱਛੇ ਵੱਡੇ ਮੁਲਕ ਦਾ ਬਾਦਸ਼ਾਹ ਸੀ, ਹਜ਼ਾरों ਨੌਕਰ ਚਾਕਰ 24 ਘੰਟੇ ਉਹਦੇ ਆਸ-ਪਾਸ, ਕਦੀ ਕੋਈ ਕੰਮ ਉਹਨੇ ਆਪਣੇ ਹੱਥ ਨਾਲ ਨਹੀਂ ਕੀਤਾ। ਇੱਕ ਵਾਰੀ ਉਹਨੂੰ ਪਿਆਸ ਲੱਗੀ, ਉਸਨੇ ਆਵਾਜ਼ ਮਾਰੀ, ਕੋਈ ਹੈ ਪਾਣੀ ਦੇ ਦਿਓ। ਬਾਈ ਚਾਂਸ ਦੀ ਗੱਲ ਸੀ, ਕੋਈ ਆਸ-ਪਾਸ ਨਹੀਂ ਸੀ। ਉਸਨੇ ਫਿਰ ਆਵਾਜ਼ ਮਾਰੀ, ਕੋਈ ਹੈ ਪਾਣੀ ਦੇ ਦਿਓ। ਕੋਈ ਨਹੀਂ ਆਇਆ। ਉਹ ਉੱਠਿਆ ਵਿਚਾਰਾ, ਉਹਨੇ ਕਮਰੇ 'ਚ ਦੇਖਿਆ, ਇੱਧਰ ਉੱਧਰ ਕੋਈ ਸੁਰਾਹੀ ਨਹੀਂ ਪਈ, ਕੋਈ ਬਰਤਨ ਨਹੀਂ ਪਿਆ। ਕੋਈ ਆਵਾਜ਼ ਮਾਰਨ ਤੇ ਹੀ ਆ ਜਾਂਦਾ ਸੀ ਅੱਗੇ ਤੇ। ਉਹ ਵਿਚਾਰੇ ਕੋਲੋਂ ਪਿਆਸ ਬਰਦਾਸ਼ਤ ਨਹੀਂ ਹੋਈ, ਉਹ ਬਾਹਰ ਨਿਕਲਿਆ। ਉਹ ਮਹਿਲ ਦੇ ਬਾਹਰ ਆ ਗਿਆ, ਅੱਗੇ ਖੂਹ ਹੈਗਾ ਸੀ ਛੋਟਾ ਜਿਹਾ, ਔਰ ਉਸਨੂੰ ਇੰਨੀ ਜ਼ੋਰ ਦੀ ਉਹਨੇ ਪਾਣੀ ਤਾਂ ਕੱਢਿਆ ਨਹੀਂ ਸੀ। ਉਹਨੇ ਰੱਸੀ ਵੇਖੀ, ਰੱਸੀ ਔਰ ਬਾਲਟੀ ਪਈ, ਉਹਨੇ ਉਹਦੇ ਵਿੱਚ ਸੁੱਟੀ ਔਰ ਖਿੱਚਣ ਦੀ ਕੋਸ਼ਿਸ਼ ਕੀਤੀ ਬਾਦਸ਼ਾਹ ਨੇ। ਉਹ ਜ਼ੋਰ ਦੀ ਖਿੱਚੀ ਔਰ ਬਾਲਟੀ ਤੇਜ਼ੀ ਨਾਲ ਲਾ ਕੇ ਉਹਦੇ ਮੂੰਹ ਤੇ ਲੱਗੀ ਔਰ ਖੂਨ ਨਿਕਲਣ ਲੱਗ ਪਿਆ। ਉਹ ਉਸੇ ਟਾਈਮ ਸਜਦੇ ਵਿੱਚ ਬਹਿ ਗਿਆ, ਘੁਟਨਾਂ ਦੇ ਵੱਲ ਕਹਿੰਦਾ, ਹੇ ਮੌਲਾ ਤੇਰਾ ਲੱਖ ਲੱਖ ਸ਼ੁਕਰ ਹੈ। ਇੱਕ ਬੰਦਾ ਕੋਲੋਂ ਲੰਘ ਰਿਹਾ ਸੀ, ਉਹ ਕਹਿੰਦਾ, ਬਾਦਸ਼ਾਹ या तो तू पागल हो गया है या तो दीवाना हो गया है, क्योंकि मैं देखे तू बाल्टी खिंची है, बाल्टी तेरे चेहरे ते लगी और तेरा ब्लड निकल आया, खून निकल आया, बजाय गुस्सा करन दे तू शुकराना अदा कर रहे हैं। बादशाह दा जवाब सुनियो। वो कहता है, जिस बंदे नू एक बाल्टी पानी कड्ढन दी अकल नहीं, उसनू एड्डी वड्डी रियासत दा उन्हें बादशाह बनाता, मैं उस तो बाद भी उहदा शुक्रिया अदा करा ते। वाह वाह वाह, बहुत अच्छी शुकराना। चलो जी, बड़ी खूबसूरत गल की डॉक्टर साहब ने कि शुकराना ही होना चाहिए है। अजय अरोड़ा भी कह रहे हैं, सही गल कही डॉक्टर साहब ने। और दीपक टिमर साहब भी साडे नाल ने। इमरान सहर लैंदे पंजाब दे बड़े सोहने शायर, वो भी डॉक्टर साहब नूं जीओ दी दुआ दे रहे ने। और बहुत सारे होर भी साडे दोस्त जिहड़े डॉक्टर साहब दे नाल चल रहे ने। वेले दा पता ही नहीं चलिया, एडियां सोहणियां गल्लां डॉक्टर साहब ने कीतियां ते सानूं लगा कि डॉक्टर साहब जे मेहमान लई दोस्त भी थोड़े ने ਜਿਹੜੇ ਉਹਨਾਂ ਨਾਲ ਗੱਲਬਾਤ ਕਰਨ, ਉਹਨਾਂ ਕੋਲ ਸਵਾਲ ਪੁੱਛਣ। ਇੰਨਾ ਮਜ਼ਾ ਆਇਆ ਉਹਨਾਂ ਨਾਲ ਗੱਲ ਕਰਨ ਦਾ। ਡਾਕਟਰ ਸਾਹਿਬ ਸਲਾਮਤ ਰਹੋ। ਅਸੀਂ ਚਾਹਾਂਗੇ ਕਿ ਇਹ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ, ਵੈਸੇ ਤੁਹਾਡੀ ਹਰ ਗੱਲ ਦੇ ਵਿੱਚ ਕੋਈ ਪੈਗਾਮ ਸੀ, ਮੈਂ ਖੁਦ ਬਹੁਤ ਕੁਝ ਸਿੱਖਿਆ। ਔਰ ਮਾਲਕ ਤੁਹਾਨੂੰ ਤੌਫੀਕ ਦੇਵੇ, ਤੁਸੀਂ ਇੰਝ ਹੀ ਸਿਖਾਉਂਦੇ ਰਹੋ, ਇੰਝ ਹੀ ਫੈਜ਼ ਵੰਡਦੇ ਰਹੋ। ਤੇ ਸਾਡੇ ਸੁਣਨ ਵਾਲਿਆਂ ਵਾਸਤੇ, ਪੰਜਾਬੀ ਕਾ ਔਰ ਕੀਮਤੀ ਗੱਲਾਂ ਦੇ ਮੰਚ ਵਾਸਤੇ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ, ਕੋਈ ਪੈਗਾਮ ਦੇਣਾ ਚਾਹੋ ਸਾਡੇ ਸੁਣਨ ਵਾਲਿਆਂ ਨੂੰ, ਤੇ ਸਾਡਾ ਬੜਾ ਬਹੁਤ ਹੀ ਆਦਰ ਦੀ ਗੱਲ ਹੋਏਗੀ ਸਾਡੇ ਲਈ। ਪੰਜਾਬੀ ਕਾ ਹੋਏ ਕੀਮਤੀ ਗੱਲਾਂ, ਬਸ ਜਿਉਂਦੇ ਰਹੋ, ਸਭ ਦਾ ਮਾਣ ਕਰਿਓ, ਸਭ ਨੂੰ ਇੱਜ਼ਤ ਦਿਓ, ਕਿਉਂਕਿ ਜਿੰਨਾ ਪਿਆਰ ਵੰਡੋਗੇ ਉਹ 10 ਗੁਣਾ ਹੋ ਕੇ ਤੁਹਾਡੀ ਝੋਲੀ 'ਚ ਵਾਪਸ ਹੀ ਉਹੀ ਹੋ ਜਾਣਾ ਹੈ। ਦੁਆਵਾਂ ਕਮਾਓ, ਦੁਆਵਾਂ ਦੀ ਬਹੁਤ ਲੋੜ ਹੈ ਅੱਜ ਦੀ ਦੁਨੀਆ ਦੇ ਵਿੱਚ। ਔਰ ਅਗਰ ਤੁਸੀਂ ਆਪਣੇ ਮਾਂ-ਪਿਓ ਦਾ ਸਤਿਕਾਰ ਕਰੋ, ਆਪਣੇ ਵੱਡਿਆਂ ਦਾ ਸਤਿਕਾਰ ਕਰੋ, ਆਪਣੇ ਬੱਚਿਆਂ ਦਾ ਨੂੰ ਪਿਆਰ ਕਰੋ, ਉਹਨਾਂ ਨੂੰ ਅੱਛੀਆਂ ਅੱਛੀਆਂ ਗੱਲਾਂ ਦੱਸੋ, ਆਪਣੇ ਆਸ-ਪਾਸ ਪੋਜ਼ਿਟਿਵ ਰਹੋ, ਕਦੀ ਘਬਰਾਣੇ ਦੀ ਕੋਈ ਲੋੜ ਨਹੀਂ। ਚਾਹੇ ਕਰੋਨਾ ਹੈ, ਚਾਹੇ ਦੁਨੀਆ ਦੀ ਕੋਈ ਬਿਮਾਰੀ ਹੈ, ਇਹ ਆਪਣੇ ਆਪ ਚਲੇ ਜਾਏਗੀ। ਕਰੋਨਾ ਨਹੀਂ, ਕਰੁਣਾ ਹੈ। ਇਹ ਸਾਨੂੰ ਸਮਝਾਉਣ ਆ ਗਿਆ ਕਿ ਭਾਈ ਸੁਧਰ ਜਾ, ਹੁਣ ਤਾਂ ਸਮਝ ਜਾ। ਜੇ ਹੁਣ ਵੀ ਤੂੰ ਮੇਰੇ ਨਾਲ ਪੰਗੇ ਲਏ ਪ੍ਰਕਿਰਤੀ ਦੇ ਨਾਲ, ਨੇਚਰ ਦੇ ਨਾਲ, ਤੇ ਬਰਬਾਦੀਆਂ ਤੇ ਹਜੇ ਬਹੁਤ ਪਈਆਂ ਹਨ। ਹਜੇ ਵੀ ਸੁਧਰ ਜਾਈਏ, ਅਸੀਂ ਆਪਣੀ ਨੇਚਰ ਪੇੜ ਲਗਾਈਏ, ਆਪਣੇ ਆਸ-ਪਾਸ ਸਫਾਈ ਰੱਖੀਏ। ਔਰ ਇਮਾਨਦਾਰੀ, ਲੋਕ ਕਹਿੰਦੇ ਹੈ ਕਿ ਇਮਾਨਦਾਰੀ ਦੇ ਵਿੱਚ ਪੈਸੇ ਦੀ ਕਮਾਈ ਨਹੀਂ ਹੁੰਦੀ। ਮੈਂ ਹਮੇਸ਼ਾ ਉਹਨਾਂ ਨੂੰ ਕਹਿਣਾ ਕਿ ਨਹੀਂ। ਦੇਖੋ, ਅਗਰ ਤੁਹਾਡੇ ਬੈਂਕਾਂ ਦੇ ਵਿੱਚ ਕਰੋੜ ਰੁਪਏ ਪਏ ਹੈ ਔਰ ਤੁਹਾਨੂੰ ਐਸੀਆਂ ਬਿਮਾਰੀਆਂ ਨੇ ਕਿ ਤੁਸੀਂ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਦਾਖਲ ਹੋ, ਤਾਂ ਤੁਹਾਡੇ ਤੋਂ ਵੱਡਾ ਗਰੀਬ ਕੋਈ ਨਹੀਂ। ਜੇ ਤੁਹਾਡੇ ਅਕਾਊਂਟ ਵਿੱਚ ਸਿਰਫ 5000 ਰੁਪਏ ਪਏ ਨੇ, ਸਿਰਫ 10000 ਰੁਪਏ ਪਏ ਨੇ, ਤਾਂ ਕਿ ਤੁਹਾਨੂੰ ਉਹਦੀ ਲੋੜ ਹੀ ਨਹੀਂ ਹੈ, ਤੇ ਤੁਹਾਡੇ ਤੋਂ ਵੱਡਾ ਸ਼ਹਿਨशाह ਕੋਈ। ਚਾਹ ਮਿੱਟੀ, ਚਿੰਤਾ ਮਿੱਟੀ, ਮਨਵਾ ਬੇਪਰਵਾਹ, ਜਿਸਕੋ ਕਛੂ ਨਾ चाहिए वही शहनशाह। ਉਹ ਸ਼ਹਿਨशाह ਹੋ, ਉਹ शहनशाह ਬਣੋ, देने वाले बनो, हेल्प करो, मस्त रहो। जिंदगी बड़ी छोटी है, पूरी जिंदगी कोई नहीं जी सकता। मूवमेंट्स जीने सीखो, लम्हे जीने सीखो। जिस दिन लम्हे जीना सीख जाओगे, सब कुछ पा जाओगे।
ਸਭ ਕੁਝ ਤੁਹਾਡੇ ਅੰਦਰ ਹੈ। ਵਾਹ ਆਪਣੇ ਆਪਣੇ ਪ੍ਰਾਚੀਨ ਕਥਾਵਾਂ ਨੂੰ, ਜਿਹੜੀਆਂ ਤੁਹਾਡੀਆਂ ਕਿਤਾਬਾਂ ਨੇ, ਪਵਿੱਤਰ ਕਿਤਾਬਾਂ ਨੇ, ਉਹਨਾਂ ਨੂੰ ਮੰਨਦੇ ਹੋ, ਠੀਕ ਹੈ, ਉਹਨਾਂ ਦੀ ਵੀ ਮੰਨ ਲਓ। ਜਦ ਉਹਨਾਂ ਦੀ ਮੰਨੋਗੇ ਤਾਂ ਤੁਸੀਂ ਸਭ ਕੁਝ ਪਾ ਜਾਓਗੇ। ਇਹੀ ਅਮਨ ਜੀ ਆਪ ਜੀ ਵਾਸਤੇ, ਇਹੀ ਮਲਿਕ ਸਾਹਿਬ ਆਪ ਜੀ ਵਾਸਤੇ, ਇਹੀ ਦੁਨੀਆ ਦੇ ਪੰਜਾਬ, ਦੁਨੀਆ ਦੇ ਹਰ ਕੋਨੇ ਦੇ ਜਿਹੜੇ ਲੋਕ ਇਸ ਨੂੰ ਦੇਖ ਰਹੇ ਨੇ, ਮੈਂ ਉਹਨਾਂ ਅੱਗੇ ਸਿਰਫ ਇਹੀ ਅਰਦਾਸ ਕਰਨਾ, ਰੱਬ ਸਭ ਨੂੰ ਸੁੱਖ ਦੇਵੇ, ਸ਼ਾਂਤੀ ਦੇਵੇ, ਬਰਕਤ ਦੇਵੇ, ਮੁਸਕਰਾਹਟ ਦੇਵੇ, ਹੱਸਦੇ ਰਹੋ, ਗਾਉਂਦੇ ਰਹੋ, ਜਿਉਂਦੇ ਰਹੋ ਜੀ। ਜੀ ਅਮਨ ਜੀ, ਤੁਸੀਂ ਇਜਾਜ਼ਤ ਲਵੋ ਆਪਣੇ ਸੁਣਨ ਵਾਲਿਆਂ ਕੋਲ। ਬਹੁਤ ਸ਼ੁਕਰੀਆ ਰਿਸਪੈਕਟਡ ਹਰਵਿੰਦਰ ਮਨਕੜ ਸਾਹਿਬ ਜੀ, ਤੁਸੀਂ ਬਹੁਤ ਖੂਬਸੂਰਤ ਸਾਡੇ ਨਾਲ ਗੱਲਾਂ ਕਰੀਆਂ ਔਰ ਸਾਨੂੰ ਬਿਲਕੁਲ ਹੀ ਅੱਜ ਟਾਈਮ ਦਾ ਬਿਲਕੁਲ ਵੀ ਪਤਾ ਨਹੀਂ ਲੱਗਿਆ, ਨਾ ਅਸੀਂ ਟਾਈਮ ਵੱਲ ਦੇਖਿਆ ਵੀ ਤੁਹਾਡੇ ਨਾਲ ਗੱਲਾਂ ਕਰਦੇ। ਹਜੇ ਬਹੁਤ ਸਾਰੀਆਂ ਹੋਰ ਵੀ ਗੱਲਾਂ ਸੀ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਮੰਚ ਤੇ ਆਉਂਦੇ ਰਹੋ, ਨਵੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਓ, ਉਹਨਾਂ ਨੂੰ ਜਿਹੜਾ ਜ਼ਿੰਦਗੀ ਪੋਜ਼ਿਟਿਵ ਦੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਪੋਜ਼ਿਟਿਵ ਕਰੋ। ਹੋ ਸਕਦਾ ਇਹੋ ਜਿਹੇ ਦੁਨੀਆ ਦੇ ਉੱਤੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਡਿਪਰੈਸ਼ਨ ਦੇ ਵਿੱਚ ਨੇ, ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਨੇ, ਤਣਾਅ ਦੇ ਵਿੱਚ ਨੇ, ਉਹਨਾਂ ਨੂੰ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸਮਝ ਆਉਂਦਾ। ਹੋ ਸਕਦਾ ਉਹ ਤੁਹਾਡੀ ਇਹ ਜਿਹੜੀ ਮੈਜੀਕਲ ਵੌਇਸ ਸੁਣ ਕੇ ਉਹਨਾਂ ਦਾ ਜੀਣ ਨੂੰ ਦਿਲ ਕਰੇ, ਉਹਨਾਂ ਦਾ ਤੁਹਾਨੂੰ ਸੁਣਨ ਨੂੰ ਦਿਲ ਕਰੇ, ਦੁਨੀਆ ਦੇਖਣ ਨੂੰ ਦਿਲ ਕਰੇ। ਤੇ ਬਹੁਤ ਹੀ ਕਮਾਲ ਦੀਆਂ ਅੱਜ ਜਿਹੜੀਆਂ ਗੱਲਾਂ ਆ ਸਾਨੂੰ ਸਿੱਖਣ ਨੂੰ ਮਿਲੀਆਂ। ਤੇ ਜਾਂਦੇ ਜਾਂਦੇ ਮੈਂ 2 ਲਾਈਨਾਂ ਜ਼ਰੂਰ ਕਹਿਣਾ ਚਾਹਾਂਗੀ कि मैदान में हारा हुआ इंसान तो फिर से जीत सकता है, मगर मन से हारा हुआ इंसान कभी भी जीत नहीं सकता। कहते हैं कि मन के हारे हार है और मन की जीत तो अपनी जिंदगी को पॉजिटिव तरीके से जिए। तो यही है आज हमारी इस महान शख्सियत से। मैं आप सभी से इजाजत लेना चाहती हूँ। डॉक्टर हरविंਦਰ ਮਨਕੜ ਸਾਹਿਬ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਆਜ਼ਮ ਮਲਿਕ ਸਾਹਿਬ, ਅੱਜ ਅਸੀਂ ਦੋਨਾਂ ਨੇ ਘੇਰਾ ਪਾਇਆ ਆਪਣੇ ਗੈਸਟ ਨੂੰ। ਮੈਂ ਤੁਹਾਡੇ ਦੋਨਾਂ ਵਾਸਤੇ ਆਖਰੀ ਗੱਲਾਂ ਕਰੀ ਜਾਣਾ ਕਿ ਚੜ ਚਨਾ ਤੇ ਕਰ ਰੋਸ਼ਨਾਈ ਤੇਰਾ ਜ਼ਿਕਰ ਕरेंदे ਤਾਰੇ ਹੋ, ਚੜ ਚਨਾ ਤੇ ਕਰ ਰੋਸ਼ਨਾਈ ਤੇਰਾ ਜ਼ਿਕਰ ਕरेंदे ਤਾਰੇ ਹੋ, ਗਲੀਆਂ ਦੇ ਵਿੱਚ ਫਿਰਨ ਨਿਮਾਣੇ ਲਾਲਾਂ ਦੇ ਵੰਜਾਰੇ ਹੋ, ਸ਼ਾਲਾ ਕੋਈ ਨਾ ਥੀਵੇ ਮੁਸਾਫਿਰ ਕੱਖ ਜਿਨ੍ਹਾਂ ਤੋਂ ਭਾਰੇ ਹੋਈ ਭਾਰੇ ਹੋ। ਸੁਲਤਾਨ ਬਾਹੂ ਜੀ ਦੀ ਰਚਨਾ ਹੈ। ਤਾੜੀ ਮਾਰ ਉਡਾ ਨਾ ਸਾਨੂੰ, ਅਸੀਂ ਆਪੇ ਹੀ ਉੱਡਣ ਹਾਰੇ ਹੋ, ਅਸੀਂ ਆਪ ਹੀ ਉੱਡਣ, ਤੁਸੀਂ ਸਾਨੂੰ ਕਾਹਨੂੰ ਉਡਾਉਂਦੇ, ਅਸੀਂ ਆਪੇ ਹੀ ਚੱਲਦੇ। ਫਿਰ ਹਾਜ਼ਰ ਹੋਵਾਂਗੇ। ਬਹੁਤ ਸ਼ੁਕਰੀਆ ਜੀ, ਏਡੇ ਸੋਹਣੇ ਤਰੀਕੇ ਨਾਲ ਇਜਾਜ਼ਤ ਲਈ ਡਾਕਟਰ ਸਾਹਿਬ ਨੇ ਕਿ ਹੁਣ ਰੋਕਿਆ ਵੀ ਨਹੀਂ ਜਾ ਸਕਦਾ। ਲਓ ਜੀ ਸੱਜਣੋ, ਅਗਲੇ ਪ੍ਰੋਗਰਾਮ ਤੱਕ ਮੈਨੂੰ ਤੇ ਆਪਣੀ ਮੇਜ਼ਬਾਨ ਅਮਨ ਅਰੋੜਾ ਨੂੰ ਇਜਾਜ਼ਤ ਦਿਓ। ਅੱਲਾ ਬੇਲੀ, ਰੱਬ ਰੱਖ।